ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਦੇ ਇਮੀਗ੍ਰੇਸ਼ਨ ਸੰਬੰਧੀ। ਸੋ ਤੁਹਾਡਾ ਕੋਈ ਸਵਾਲ ਹੈ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਇਹ ਪ੍ਰੋਗਰਾਮ ਜਿਹੜਾ ਹੈ ਖਾਸ ਤੌਰ ਤੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ, ਆਪਣੇ ਕੋਈ ਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਆਪਣੇ ਪ੍ਰੋਸੈਸ ਦੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਤੁਸੀਂ ਕਾਲ ਕਰ ਸਕਦੇ ਹੋ। ਸੋ ਇਸ ਵਕਤ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਕੀ ਨਵਾਂ ਤਾਸਾ ਚੱਲ ਰਿਹਾ ਹੈ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਤੁਹਾਡੇ ਸਵਾਲਾਂ ਦੇ ਵੀ ਅਸੀਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਲਵੇ ਕੈਨੇਡਾ ਇਮੀਗ੍ਰੇਸ਼ਨ ਤੋਂ ਮਿਸਟਰ ਸੁਨੀਲ ਸ਼ਰਮਾ। ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਤਰਨ ਜੀ, ਥੈਂਕਸ ਫॉर ਹੈਵਿੰਗ ਮੀ ਹੇਅਰ ਐਂਡ ਹਮਦਰਦ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਕੀ ਹਾਲ ਚਾਲ ਹੈ ਸਰ? ਬਹੁਤ ਵਧੀਆ ਜੀ, ਫਸਟ ਕਲਾਸ, ਐਬਸੋਲੂਟਲੀ ਫਾਈਨ। ਕੈਨੇਡਾ ਦੀ ਇਮੀਗ੍ਰੇਸ਼ਨ ਦੀ ਆਪਾਂ ਗੱਲ ਕਰੀਏ, ਕਿਵੇਂ ਚੱਲ ਰਹੀ ਹੈ ਇਮੀਗ੍ਰੇਸ਼ਨ ਪ੍ਰੋਸੈਸ? ਹੋਣੀ ਸ਼ੁਰੂ ਹੋ ਚੁੱਕੀਆਂ ਨੇ ਫਾਈਲਸ ਵਗੈਰਾ, ਥੋੜੀ ਬਹੁਤ ਤੇਜ਼ੀ ਆਈ ਹੈ ਜਾਂ ਨਹੀਂ? ਹਾਂਜੀ ਤਰਨ ਜੀ, ਦੇਖੋ ਹੁਣ ਸਾਲ ਦਾ ਐਂਡ ਹੋ ਰਿਹਾ ਤੇ ਜਿਵੇਂ ਆਪਾਂ ਨੂੰ ਪਤਾ ਕਿ ਕਾਫੀ ਵੱਡਾ ਟੀਚਰ ਸੀਗਾ ਇਸ ਸਾਲ 4 ਲੱਖ ਐਪਲੀਕੇਸ਼ਨ ਦਾ, ਤੇ ਹੁਣ ਜਿਵੇਂ ਜਿਵੇਂ ਸਾਲ ਨੇੜੇ ਆ ਰਹੇ ਤੇ ਐਪਲੀਕੇਸ਼ਨ ਕਾਫੀ ਸਪੀਡ ਅਪ ਹੋ ਰਹੀਆਂ ਨੇ। ਮਤਲਬ ਕਿ 1 ਬਾਈ 1 ਫਸਟ ਇਨ ਫਸਟ ਆਊਟ ਆਈਪੀਆਈ ਮੈਂ ਦੇਖ ਰਿਹਾ ਕਿ ਜਿਹੜੀਆਂ ਆ ਰਹੀਆਂ, ਬਟ ਇਨ ਬਿਟਵੀਨ ਅਸੀਂ ਦੇਖ ਰਹੇ ਕਿ ਜਿਹੜੀਆਂ ਫਾਈਲਾਂ ਲੇਟ ਲੱਗੀਆਂ ਸੀ ਡਿਫਰੈਂਟ ਇਮੀਗ੍ਰੇਸ਼ਨ ਪ੍ਰੋਸੈਸ ਸੀ, ਜਿਵੇਂ ਸਟੂਡੈਂਟਸ ਜਾਂ ਵਿਜ਼ਟਰਸ ਦੀਆਂ, ਉਹ ਕਾਫੀ ਜਲਦੀ ਪ੍ਰੋਸੈਸ ਹੋ ਰਹੀਆਂ। ਈਵਨ ਅਸੀਂ ਦੇਖ ਰਹੇ ਕਿ ਵਿਜ਼ਟਰ ਫਾਈਲਾਂ ਜਿਹੜੀਆਂ ਹੈਗੀਆਂ ਵਿਦ ਬਾਇਓਮੈਟ੍ਰਿਕ 4 ਦਿਨਾਂ ਵਿੱਚ ਵੀਜ਼ਾ ਆ ਰਹੇ ਉਹਨਾਂ ਦੇ, ਉਹ ਕਾਫੀ ਫਾਸਟ ਹੋ ਰਹੀਆਂ ਨੇ। ਸਰ ਵੈਸੇ ਜੇ ਨਾਰਮਲੀ ਗੱਲ ਕੀਤੀ ਜਾਵੇ ਇਸ ਵਕਤ ਪ੍ਰਾਇੋਰਟੀ ਕਿਹੜੀ ਫਾਈਲਸ ਤੋਂ ਦਿੱਤੀ ਜਾ ਰਹੀ ਆ? ਪ੍ਰਾਇੋਰਟੀ ਦੇਖੋ ਜੀ, ਇੱਕ ਤਾਂ ਮੇਰੇ ਹਿਸਾਬ ਨਾਲ ਜਿਵੇਂ ਅਸੀਂ ਹੁਣ ਪੁਰਾਣੀਆਂ ਫਾਈਲਸ ਦੇਖ ਰਹੇ ਹਾਂ, ਲਗਾ ਰਹੇ ਹਾਂ, ਇੱਕ ਵਿਜ਼ਟਰ ਫਾਈਲਸ ਜਿਹੜੀਆਂ ਹੈਗੀਆਂ, ਜਿਹੜੀਆਂ ਕਿ ਇੱਥੇ ਦੇ ਪੀਆਰ ਸਿਟੀਜ਼ਨ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਰਹੇ ਹਨ, ਉਹ ਕਾਫੀ ਫਾਸਟ ਆ ਰਹੀਆਂ ਨੇ, ਕਾਫੀ ਫਾਸਟ ਹੋ ਰਹੀਆਂ। ਉਹ ਤੋਂ ਬਾਅਦ ਜਿਹੜੇ ਸਪਾਊਸਲ ਆ ਉਹ ਵੀ ਮੂਵਮੈਂਟ ਹੋ ਰਹੀ ਹੈ ਅੱਗੇ। ਤੇ ਇਸ ਤੋਂ ਇਲਾਵਾ ਜਿਹੜੇ ਕਲਾਇੰਟਸ ਇੱਥੇ ਆ, ਜਿਵੇਂ ਆਪਾਂ ਜੇ ਸਟੂਡੈਂਟਸ ਨੂੰ ਲਈਏ, ਉਹਨਾਂ ਦੀਆਂ ਫਾਈਲਾਂ ਤਾਂ ਲਾਈਕ ਦੇ ਡੋਂਟ ਵਾਂਟ them to go, ਤੇ ਉਹਨਾਂ ਨੂੰ ਵੇਟ ਵੀ ਨਹੀਂ ਕਰਨ ਦੇ ਰਹੇ ਪਾ ਰਹੇ, ਤੇ ਟੀਆਰ ਪੀਆਰ ਦੀਆਂ ਹੋਰ ਬਹੁਤ ਫਾਸਟ ਹੋ ਰਹੀਆਂ ਨੇ, ਇਹਨਾਂ ਤੇ ਤਰਜੀਹ ਦਿੱਤੀ ਜਾ ਰਹੀ ਹੈ। ਸਰ ਥੋੜਾ ਜਿਹਾ ਆਪਾਂ ਪਹਿਲਾਂ ਸਟਾਰਟਿੰਗ ਚ ਅੱਜ ਥੋੜੀ ਜਿਹੀ ਆਪਾਂ ਡਿਸਕਸ਼ਨ ਕਰ ਲਈਏ ਸਟੂਡੈਂਟਸ ਦੇ ਬਾਰੇ ਵਿੱਚ, ਕਿਉਂਕਿ ਸਵਾਲ ਵੀ ਇਹ ਜਿਹੇ ਬਹੁਤ ਆਉਂਦੇ ਨੇ। ਸਟੂਡੈਂਟਸ ਜਦੋਂ ਯੂਨੀਵਰਸਿਟੀਜ਼ ਜਾਂ ਕਾਲਜਸ ਦੇ ਵਿੱਚ ਐਡਮਿਸ਼ਨ ਲੈਂਦੇ ਨੇ, ਕੁਝ ਗ੍ਰੈਜੂਏਟਸ ਹੁੰਦੇ ਆ, ਕੁਝ ਅੰਡਰ ਗ੍ਰੈਜੂਏਟਸ ਹੁੰਦੇ ਆ, ਕੁਝ ਪੋਸਟ ਗ੍ਰੈਜੂਏਟਸ ਹੁੰਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਕਿਹੜੇ ਕੋਰਸ ਦੇ ਵਿੱਚ ਐਡਮਿਸ਼ਨ ਲਈਏ, ਕਿੰਨੀ ਕੁ ਡਿਊਰੇਸ਼ਨ ਹੋਣੀ ਚਾਹੀਦੀ ਹੈ ਇੱਕ ਕੋਰਸ ਦੀ। ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਉਹਨਾਂ ਦੇ ਵਿੱਚ। ਇਹਦੇ ਬਾਰੇ ਆਪਾਂ ਅੱਜ ਥੋੜੀ ਬਹੁਤ ਗੱਲਬਾਤ ਜ਼ਰੂਰ ਕਰਾਂਗੇ। ਜੀ ਤਰਨ ਜੀ, ਦੇਖੋ ਬੜਾ ਅੱਛਾ ਟੌਪਿਕ ਹੈ ਇਹ। ਮੇਰੀ ਵੀ ਇੱਛਾ ਹੁੰਦੀ ਹੈ ਕਿ ਸਟੂਡੈਂਟਸ ਨੂੰ ਪਤਾ ਹੋਵੇ। ਜਿਵੇਂ ਹਮੇਸ਼ਾ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਆਪਣੀ ਕੰਟਰੀ ਤੋਂ ਕਿਸੇ ਦੂਸਰੀ ਕੰਟਰੀ 'ਚ ਜਾਣਾ, ਠੀਕ ਹੈ, ਜੇ ਆਪਾਂ ਹੁਣ ਕੈਨੇਡਾ ਦੀ ਗੱਲ ਕਰੀਏ, ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਵਿਜ਼ਨ ਕਲੀਅਰ ਹੋਣਾ ਚਾਹੀਦਾ ਕਿ ਆਪਾਂ ਅੱਜ ਕੀ ਕਰਨਾ, ਸਾਲ ਬਾਅਦ ਕੀ ਕਰਨਾ, ਪੜ੍ਹਾਈ ਖਤਮ ਹੋਣੀ ਹੈ, ਉਹ ਤੋਂ ਬਾਅਦ ਆਪਾਂ ਕੀ ਕਰਨਾ, ਤੇ ਕੀ ਆਪਣੇ ਕੋਲ ਆਪਸ਼ਨਸ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਸਟੂਡੈਂਟਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਨ 'ਚ ਕੋਈ ਡ੍ਰੀਮ ਲੈ ਕੇ ਆਉਂਦੇ ਹੋ, ਠੀਕ ਹੈ, ਪੈਸੇ ਖਰਚਦੇ ਹੋ। ਹੁਣ ਜੇ ਆਪਾਂ ਗੱਲ ਕਰੀਏ ਸਟੂਡੈਂਟਸ ਦੀ, ਠੀਕ ਹੈ, ਜਿਵੇਂ ਤੁਸੀਂ ਦੱਸਿਆ ਗ੍ਰੈਜੂਏਟ ਸਟੂਡੈਂਟਸ ਨੇ, ਕੋਈ ਗ੍ਰੇਡ 12 ਤੋਂ ਬਾਅਦ ਆਉਣਾ ਚਾਹੁੰਦਾ, ਮੈਜੋਰਿਟੀ ਗ੍ਰੇਡ 12 ਤੋਂ ਬਾਅਦ ਸਟੂਡੈਂਟ ਦੇਖਦਾ। ਆਪਾਂ ਜੇ ਇੰਡੀਆ ਦੀ ਗੱਲ ਕਰੀਏ ਕਿ ਅੱਜ ਤੋਂ 5-7 ਸਾਲ ਪਹਿਲਾਂ ਹੁੰਦਾ ਸੀਗਾ ਕਿ +2 ਤੋਂ ਬਾਅਦ ਆਪਾਂ ਕਹਿੰਦੇ ਸੀ ਬੱਚੇ ਨੂੰ ਇੰਜੀਨੀਅਰ ਬਣਾਉਣਾ ਜਾਂ ਡਾਕਟਰ ਬਣਾਉਣਾ। ਹੁਣ ਕੀ ਹੋ ਗਿਆ ਕਿ ਉਹਨੂੰ ਕੈਨੇਡਾ ਭੇਜਣਾ, ਆਇਲਸ ਕਰਵਾਉਣੀ ਹੈ, ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ। ਜੇ ਕੈਨੇਡਾ ਆ ਜਾਵੇ, ਕਿੱਥੇ ਭੇਜਣਾ, ਟੋਰਾਂਟੋ, ਸਰੀ। ਉਹ ਇਹ ਨਹੀਂ ਦੇਖਦੇ ਕਿ ਕਿਹੜਾ ਪ੍ਰੋਗਰਾਮ ਹੈ, ਠੀਕ ਹੈ। ਤੁਸੀਂ ਪ੍ਰੋਗਰਾਮ ਦੇਖੋਗੇ, ਪ੍ਰੋਗਰਾਮ ਕਿਹੜਾ, ਠੀਕ ਹੈ, ਉਹਦੀ ਡਿਊਰੇਸ਼ਨ ਕੀ ਹੈ, ਤੁਹਾਡੀ ਪੜ੍ਹਾਈ ਕੀ ਹੈ, ਤੇ ਅੱਗੇ ਤੁਸੀਂ ਕਿਹੜੀ ਪੜ੍ਹਾਈ ਲੈਣੀ ਹੈ, ਉਹਦਾ ਕੀ, ਮਤਲਬ ਸਟੈਪ ਬਾਈ ਸਟੈਪ ਸਾਰਾ ਦੇਖਣਾ ਪੈਂਦਾ। ਹੁਣ ਆਪਾਂ ਗੱਲ ਡਿਊਰੇਸ਼ਨ ਦੀ ਗੱਲ ਕਰਦੇ ਹਾਂ ਕਿ ਡਿਊਰੇਸ਼ਨ ਦਾ ਕੀ ਹੈ। ਹੁਣ ਇੱਥੇ ਸਾਲ ਦਾ ਕੋਰਸ ਵੀ ਹੁੰਦਾ, 2 ਸਾਲ ਦਾ ਵੀ ਹੁੰਦਾ। ਮੈਜੋਰਿਟੀ ਜਿਹੜੇ ਆ 1 ਈਅਰ 2 ਈਅਰ ਕਰਦੇ ਨੇ। ਹੁਣ ਓਬਵੀਅਸਲੀ ਜੇ ਆਪਾਂ 2 ਈਅਰ ਕਰਾਂਗੇ ਤਾਂ ਉਹ ਥੋੜਾ ਉਹਦੇ ਫੀਸ ਵੀ ਜ਼ਿਆਦਾ ਲੱਗੂਗੀ, ਟਾਈਮ ਵੀ ਜ਼ਿਆਦਾ ਲੱਗੂਗਾ। ਇਹਦੇ ਵਿੱਚ ਦੇਖਣ ਵਾਲੀ ਚੀਜ਼ ਇਹ ਹੈ ਕਿ ਕਦੀ ਵੀ ਜਦ ਤੁਸੀਂ ਬਾਹਰ ਆਣਾ ਕਿਸੇ ਸਟੂਡੈਂਟ ਨੇ, ਉਹ ਜਲਦੀ ਨਾ ਸੋਚੋ ਕਿ ਮੈਂ ਜਲਦੀ ਪੱਕਾ ਹੋ ਜਾਵਾਂ। ਹੁਣ ਕੀ ਹੈ, ਟੀਆਰ ਪੀਆਰ ਆਈ, ਉਹਦੇ ਨਾਲ ਕੀ ਹੋਇਆ ਕਿ ਕਾਫੀ ਸਟੂਡੈਂਟ 2-2 3-3 ਸਾਲ 'ਚ ਪੱਕੇ ਹੋ ਗਏ। ਉਸ ਤੋਂ ਜਿਹੜੇ ਆਉਣ ਵਾਲੇ ਸਟੂਡੈਂਟ ਆ, ਉਹਨਾਂ ਨੇ ਇਹ ਧਾਰਨਾ ਬਣਾ ਲਈ ਕਿ ਠੀਕ ਹੈ, ਤੁਸੀਂ ਜਲਦੀ ਪੜ੍ਹੋ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲਓ, ਦੈਨ ਯੂ ਆਰ ਐਲੀਜੀਬਲ ਟੂ ਅਪਲਾਈ ਅੰਡਰ ਟੀਆਰ ਪੀਆਰ। ਬਟ ਟੀਆਰ ਪੀਆਰ ਕੀ ਸੀ? ਉਹ ਇੱਕ ਪਬਲਿਕ ਪਾਲਿਸੀ ਸੀ, ਠੀਕ ਹੈ, ਉਹ ਕੋਈ ਪਰਮਾਨੈਂਟ ਪ੍ਰੋਗਰਾਮ ਨਹੀਂ ਹੈਗਾ, ਠੀਕ ਹੈ, ਕਿ ਹਰ 6 ਮਹੀਨੇ ਵਾਲੇ ਹਰ ਸਾਲ ਬਾਅਦ ਆ ਜਾਊਗਾ। ਹੁਣ ਜੇ ਆਪਾਂ ਉਹ ਚੀਜ਼ ਦੇਖ ਕੇ ਆਪਣੇ ਸਾਰੀ ਪਲਾਨ ਬਣਾਉਂਦੇ ਆ ਤਾਂ ਆਈ ਵੁੱਡ ਸੇ ਕਿ ਇੱਥੇ ਆਪਾਂ ਥੋੜੇ ਰੋਂਗ ਆ। ਹੁਣ ਜਿਹੜਾ ਗ੍ਰੈਜੂਏਸ਼ਨ ਵਾਲਾ, ਠੀਕ ਹੈ, ਆਪਾਂ ਨੂੰ ਪਤਾ ਕਿ ਜਦੋਂ ਇੱਥੇ ਇਮੀਗ੍ਰੇਸ਼ਨ ਹੋਣੀ ਹੈ, ਇਹ ਪੁਆਇੰਟ ਬੇਸ ਸਿਸਟਮ ਹੈ, ਠੀਕ ਹੈ, ਐਕਸਪ੍ਰੈਸ ਐਂਟਰੀ ਹੈ ਜਾਂ ਪੀਐਨਪੀ ਹੈ, ਠੀਕ ਹੈ। ਪੀਐਨਪੀ ਚਲੋ ਆਪਾਂ ਜ਼ਿਆਦਾ ਪੁਆਇੰਟ ਮਿਲਦੇ, ਇਟਸ ਐਂਟਾਇਰਲੀ ਡਿਫਰੈਂਟ। ਬਟ ਜੇ ਆਪਾਂ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਸੀਈਸੀ ਹੈ, ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈ, ਐਕਸਪ੍ਰੈਸ ਐਂਟਰੀ 'ਚ ਆਉਂਦੀ ਹੈ, ਤੇ ਆਪਣਾ ਉਸ ਤੋਂ ਬਾਅਦ ਐਫਐਸਡਬਲਿਊ ਆ ਗਿਆ। ਐਫਐਸਡਬਲਿਊ ਨਾਲ ਕੱਲ ਆ ਨਹੀਂ ਰਿਹਾ। ਹੁਣ ਸਟੂਡੈਂਟਸ ਫਾਲ ਕਰਨਗੇ ਸੀਈਸੀ ਦੇ ਅੰਡਰ, ਜਿਹਨਾਂ ਨੂੰ 1 ਸਾਲ ਦਾ ਐਕਸਪੀਰੀਅੰਸ ਆ ਗਿਆ, ਠੀਕ ਹੈ। ਪਿਛਲੇ ਸਾਲ ਤੁਸੀਂ ਦੇਖਿਆ ਹੋਣਾ 75 'ਚ ਵੀ ਡਰਾ ਆਇਆ, ਠੀਕ ਹੈ। ਹੁਣ ਜਿਹੜਾ ਗ੍ਰੇਡ 12 ਸੀਗਾ ਬੱਚਾ,
ਉਹਦੇ 75 ਪੁਆਇੰਟ ਤਾਂ ਉਹ ਤਾਂ ਹਰ ਕਿਸੇ ਦੇ ਬਣ Almost ਸਭ ਦੇ ਬਣੇ ਜਾਂਦੇ ਹੋਏ ਠੀਕ ਆ। ਹੈ, ਇੱਕ ਸਾਲ ਤੁਸੀਂ ਇੱਥੇ ਆ ਕੇ ਕੰਮ ਕੀਤਾ, ਤੁਸੀਂ ਉਹ ਬਣ ਗਏ, ਬਟ ਇਹ ਦੁਬਾਰਾ ਨਹੀਂ ਆਣਾ, ਠੀਕ ਹੈ। ਹੁਣ ਕਿਉਂ ਆ ਰਿਹਾ ਸੀ? ਕਿਉਂਕਿ FSW ਐਪਲੀਕੇਸ਼ਨ ਨਹੀਂ ਆ ਰਹੀਆਂ ਸੀ, ਠੀਕ ਹੈ। ਉਹ ਨਹੀਂ ਆਉਣ ਲੱਗੀ ਸੀ ਕਿ ਹੁਣ ਆਪਣਾ ਟੀਚਾ ਜ਼ਿਆਦਾ ਮੈਂ ਤੁਹਾਨੂੰ ਦੱਸੇ ਜਾਂਦੇ, ਫਿਰ ਉਹਨਾਂ ਨੂੰ ਬੰਦੇ ਕੁਝ ਚਾਹੀਦੇ ਸੀ, ਦੇ ਸਟਾਰਟਡ ਟੂ ਟੇਕ, ਉਹਨਾਂ ਨੇ CRS ਲੋ ਕਰਤਾ, ਇੱਥੋਂ ਆ ਗਏ, ਫਿਰ ਨਹੀਂ ਆਵੇ TRPR ਕਰਤਾ। ਸੋ ਇਸ ਵਾਸਤੇ ਆਪਾਂ 1 ਸਾਲ ਦਾ ਕੋਰਸ ਜੇ ਆਪਾਂ ਲੈਂਦੇ ਆ ਤਾਂ ਵੀ ਹੈਵ ਟੂ ਕੀਪ ਦਿਸ ਇਨ ਆਵਰ ਮਾਈਂਡ ਕਿ 1 ਸਾਲ ਮੈਂ PGWP ਲੈ ਲਿਆ, ਜਦੋਂ ਮੇਰਾ PGWP ਖਤਮ ਹੋ ਜਾਊਗਾ ਮੈਂ ਉਸ ਤੋਂ ਬਾਅਦ ਕੀ ਕਰਨਾ, ਠੀਕ ਹੈ। PGWP ਜਿਹੜਾ ਹੈਗਾ ਉਹ ਇੱਕ ਵਾਰੀ ਮਿਲਣਾ ਤੁਹਾਨੂੰ, ਤੁਸੀਂ 1 ਸਾਲ ਦੀ ਪੜ੍ਹਾਈ ਕਰ ਲਈ, 2 ਸਾਲ ਦੀ ਕਰ ਲਈ, 3 ਸਾਲ ਦੀ ਕਰ ਲਈ, ਤੁਹਾਨੂੰ ਇੱਕ ਵਾਰ ਹੀ ਮਿਲਣਾ ਜੀ। The only difference is ਕਿ ਉਹਦੀ ਡਿਊਰੇਸ਼ਨ, ਠੀਕ ਹੈ। 1 ਸਾਲ ਦਾ ਪੜ੍ਹਾਈ ਕਰੋਗੇ ਤੇ 1 ਸਾਲ ਦਾ ਮਿਲੂਗਾ। ਹੁਣ 1 ਸਾਲ ਵਿੱਚ ਵੀ ਇਹ ਹੈਗਾ ਕਿ ਕਈ ਵਾਰ ਕੀ ਹੁੰਦਾ, ਆਪਣੇ 2 ਸਮੈਸਟਰ ਰੈਗੂਲਰ ਹੋ ਜਾਂਦੇ, ਕੋਈ ਵਿੱਚ ਗੈਪ ਨਹੀਂ ਹੁੰਦਾ। ਕਿਊਬੈਕ ਦੀ ਸਪੈਸ਼ਲੀ ਕਾਲਜਸ ਵਿੱਚ 8 ਮਹੀਨੇ 'ਚ ਖਤਮ ਹੋ ਜਾਵੇ, ਇਟ ਇਜ਼ ਨਾਟ ਮੈਂਸ਼ਨ ਕਿ ਉਹ 1 ਸਾਲ ਦਾ ਕੋਰਸ ਹੈ, ਉੱਥੇ 8 ਮਹੀਨੇ ਹੁੰਦੇ ਆ। ਹੁਣ 8 ਮਹੀਨੇ ਦੇ ਨਾਲ ਆਪਾਂ ਨੂੰ 8 ਮਹੀਨੇ ਦਾ ਵਰਕ ਪਰਮਿਟ ਮਿਲੂਗਾ। ਹੁਣ ਗ੍ਰੇਡ 12 ਬੱਚਾ ਉਹਨੇ 8 ਮਹੀਨੇ ਦਾ ਕੋਰਸ ਕਰ ਲਿਆ, ਉਹ CEC ਵਿੱਚ ਵੀ ਨਹੀਂ ਕੁਆਲੀਫਾਈ ਕਰਦਾ, ਇਵਨ ਗ੍ਰੈਜੂਏਟ ਵਾਲਾ ਵੀ ਹੋਊਗਾ ਉਹ ਵੀ ਨਹੀਂ ਕਰੂਗਾ, ਬਟ ਉਹਨੂੰ ਪਤਾ ਚੱਲੂਗਾ ਬਾਅਦ ਚੋਂ। ਫਿਰ ਕਈ ਸਟੂਡੈਂਟਸ ਦੇ ਦਿਮਾਗ 'ਚ ਇਹ ਹੁੰਦਾ ਕਿ ਚਲੋ ਮੈਂ ਦੁਬਾਰਾ 2 ਸਾਲ ਦਾ ਕਰ ਲੈਣਾ, ਮੈਨੂੰ ਫਿਰ ਪੋਸਟ ਗ੍ਰੈਜੂਏਟ ਮਿਲ ਜਾਊਗਾ। ਨਹੀਂ, ਜਸਟ ਇੱਕ ਵਾਰੀ ਮਿਲੇਗਾ, ਉਹ ਇੱਕ ਵਾਰੀ ਮਿਲਣਾ ਲਾਈਫ 'ਚ, ਠੀਕ ਹੈ। ਚਾਹੇ ਤੁਸੀਂ ਪਹਿਲਾਂ ਸਾਲ ਦਾ ਲੈ ਲਓ ਜਾਂ ਤੁਸੀਂ 1 ਸਾਲ ਦਾ ਕੋਰਸ ਕੀਤਾ ਫਿਰ 1 ਸਾਲ ਦਾ ਹੋਰ ਲਓ, ਠੀਕ ਹੈ। ਬਟ ਉਹਦੇ ਵੀ ਕਈ ਡਿਸਐਡਵਾਂਟੇਜਸ ਹੈਗੀਆਂ। 1+1 ਕਰਦੇ ਆ ਫਿਰ ਆਪਣੇ ਐਕਸਟਰਾ ਪਰਸੈਂਟੇਜ ਘੱਟ ਪੁਆਇੰਟ ਲੱਗਦੇ ਆ, ਓਕੇ, ਹਾਂਜੀ, ਠੀਕ ਹੈ। ਹੁਣ ਇੰਡੀਆ 'ਚ ਏਜੰਟ ਬੈਠਾ ਉਹਨੂੰ ਨਹੀਂ ਪਤਾ। ਮੈਂ ਐਕਚੁਅਲੀ ਤੁਹਾਨੂੰ ਇਸ ਸਵਾਲ ਕਰਨ ਹੀ ਲੱਗੀ ਸੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੰਨੇ ਸਾਲ ਦਾ ਕੋਰਸ ਲੈ ਕੇ ਆਇਆ ਜਾ ਸਕਦਾ ਹੈ, ਜੇਕਰ ਪਹਿਲਾਂ ਕੋਈ 1 ਸਾਲ ਦਾ ਕੋਰਸ ਲੈ ਕੇ ਆਉਂਦਾ ਹੈ, ਇੱਥੇ ਆ ਕੇ ਕੈਨੇਡਾ ਵਿੱਚ ਉਹ ਆਪਣਾ ਕੋਰਸ ਚੇਂਜ ਕਰਨਾ ਚਾਹੁੰਦਾ, ਉਹਦੀ ਡਿਊਰੇਸ਼ਨ ਘੱਟ ਜਾਂ ਵੱਧ ਹੈਗੀ ਆ, ਇਹਦਾ ਕੋਈ ਅਸਰ ਪਏਗਾ? ਨਹੀਂ, ਇੱਥੇ ਤਾਂ ਨਹੀਂ ਕੋਈ ਫਰਕ ਪੈਂਦਾ, ਕਿਊਬੈਕ 'ਚ ਪੈਂਦਾ, ਉਹ CA ਕੀ ਥੋੜੀ ਨੂੰ ਕਰਨੀ ਪਊਗੀ। ਅਦਰਵਾਈਜ਼ 1 ਸਾਲ ਦਾ ਕੋਰਸ ਇੱਥੇ ਲੈਂਦਾ, ਇੱਥੇ ਆ ਕੇ ਚੇਂਜ ਕਰਵਾ ਲਵੇ, ਠੀਕ ਹੈ। ਇਹ ਵੀ ਇੰਪੋਰਟੈਂਟ ਹੈ ਕਿ ਵੀਜ਼ਾ ਲੱਗਣ ਤੋਂ ਬਾਅਦ ਉਹਨੂੰ ਟਰੈਵਲ ਕਰੂਗਾ, ਇੱਥੇ ਆ ਕੇ ਹੀ ਹੈਜ਼ ਟੂ ਬੀ ਐਨ ਐਕਟਿਵ ਸਟੂਡੈਂਟ, ਐਕਟਿਵਲੀ ਸਟੱਡਿੰਗ, ਫਿਰ ਉਹ DLA ਚੇਂਜ ਕਰਵਾ ਸਕਦਾ, ਹਾਂਜੀ। ਫਿਰ 2 ਸਾਲ ਦਾ ਲੈ ਲਵੇ, ਦਾ ਫਰਕ ਇੰਨਾ ਹੀ ਹੈ ਕਿ ਉਹਨੂੰ ਵੀਜ਼ਾ ਫਿਰ ਆਪਣਾ ਐਕਸਟੈਂਡ ਕਰਾਉਣਾ ਪਊਗਾ, ਉਹ ਕਰਵਾ ਸਕਦਾ, ਕੋਈ ਪ੍ਰੋਬਲਮ ਨਹੀਂ। ਇਹ ਹੈ ਕਿ ਉਹਦਾ ਜਿਹੜਾ ਪੋਸਟ ਗ੍ਰੈਡ ਵਰਕ ਪਰਮਿਟ ਹੋਏਗਾ ਉਹਦੀ ਸਟੱਡੀ ਦੇਖ ਕੇ ਦਿੱਤਾ ਜਾਏਗਾ ਜਾਂ ਪਹਿਲੇ ਕੋਰਸ ਦੇ ਬਿਹਾਫ ਤੇ ਉੱਤੇ? ਨਹੀਂ, ਜਿਹੜੀ ਸਟੱਡੀ ਉਹ ਕੰਪਲੀਟ ਕਰੂਗਾ ਜੀ। ਹਾਂ, ਜੇ ਉਹ 1 ਸਾਲ ਦੇ ਕੋਰਸ ਤੇ ਇੱਥੇ ਆਇਆ ਸੀ ਬਟ ਉਹਨੇ ਹੁਣ ਚੇਂਜ ਕਰ ਲਿਆ, 2 ਸਾਲ ਦਾ ਹੋ ਗਿਆ, 2 ਸਾਲ ਦੀ ਪੂਰੀ ਹੋਈ, ਫਿਰ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲੂਗਾ, ਠੀਕ ਹੈ, ਵਿਚ ਇਜ਼ ਬੈਟਰ, ਠੀਕ ਹੈ। ਦੇਖੋ, ਇੱਕ ਤਾਂ ਇਹ ਹੈ ਕਿ ਉਹਨੂੰ ਟਾਈਮ ਮਿਲ ਜਾਂਦਾ, ਇੱਥੇ 3 ਸਾਲ 2 ਸਾਲ ਪੜ੍ਹਾਈ ਦੀ ਹੋਵੇ, 3 ਸਾਲ ਹੋਰ ਹੋਵੇ, 5 ਸਾਲ ਇੱਥੇ ਰਹਿ ਸਕਦਾ, ਠੀਕ ਹੈ। ਪॉलिसीज को नवी भी आ सकती है, बट ये सोच के ना बंदा आवे कि पॉलिसी आऊगी ही आऊगी, है ना। 1 साल के पॉइंट मिलोगे, 2 साल काम करोगे, 2 साल के पॉइंट मिलोगे, ऑब्वियसली पॉइंट बढ़ोगे, ठीक है। तो ये बड़ी इंपॉर्टेंट चीज है कि 1 साल का कोर्स जो तुसी लेना लो जरूर, बट पूरी कैलकुलेशन करके लो। इट्स वेरी रिस्की, स्पेशली ग्रेड 12 वास्ते। ग्रेड 12 ऑलवेज गो फॉर 2 ईयर कोर्स। ਤੁਸੀਂ ਜਿਵੇਂ ਗ੍ਰੇਡਸ ਦੇ ਅਕੋਰਡਿੰਗ ਗੱਲ ਕੀਤੀ ਹੈ ਕਿ ਗ੍ਰੇਡ 12 ਨੂੰ ਜਿਹੜਾ ਹੈ ਘੱਟੋ ਘੱਟ 2 ਸਾਲ ਦਾ ਕੋਰਸ ਕਰਨਾ ਚਾਹੀਦਾ ਆ, ਜੇਕਰ ਉਹਦੇ 2 ਸਾਲ ਦਾ ਕੋਰਸ ਕਰਨ ਦੇ ਬਾਵਜੂਦ ਵੀ ਉਹਨੂੰ ਲੱਗ ਰਿਹਾ ਕਿ ਪੁਆਇੰਟਸ ਨਹੀਂ ਬਣਦੇ, ਤਾਂ ਕੀ ਇਸ ਤੋਂ ਬਾਅਦ ਵੀ ਆਪਣੀ ਸਟੱਡੀ ਅੱਗੇ ਫਰਦਰ ਕੰਟੀਨਿਊ ਕਰ ਸਕਦਾ ਹੈ, ਉਹਨੂੰ ਫਿਰ ਸਟੱਡੀ ਪਰਮਿਟ ਰਿਨਿਊ ਕਰਵਾਉਣਾ ਪੈਣਾ ਹੈ? ਨਹੀਂ, ਉਸ ਤੋਂ ਬਾਅਦ ਇਦਾਂ ਹੁੰਦਾ ਜੀ ਕਿ ਜੇ ਉਹਦੇ ਪੁਆਇੰਟ ਨਹੀਂ ਬਣਦੇ, ਮੰਨ ਲਓ, ਠੀਕ ਹੈ, ਜੇ ਆਇਲਸ ਲੈ ਲੂਗਾ ਫਿਰ 450 ਪੁਆਇੰਟ ਬਣ ਜਾਂਦੇ 2 ਸਾਲ ਨਾਲ, ਠੀਕ ਹੈ, ਤੇ ਵਿਚ ਇਜ਼ ਅ ਲਿਟਲ ਬਿਟ ਸੇਫ, ਆਪਾਂ ਸੋਚ ਸਕਦੇ ਹਾਂ, ਠੀਕ ਹੈ। ਅਦਰਵਾਈਜ਼ ਉਹਦੇ ਕੋਲ PNP ਦੀ ਆਪਸ਼ਨ ਹੁੰਦੇ ਆ, PNP ਦੀ ਆਪਸ਼ਨ 1 ਸਾਲ ਬਾਅਦ ਵੀ ਹੋਊਗੇ, ਬਟ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ PNP ਵੱਲ ਕਿਉਂ ਜਾਈਏ ਇਫ ਵੀ ਹੈਵ ਐਨ ਆਪਸ਼ਨ ਕਿ ਆਪਾਂ CEC ਵਿੱਚ ਕੁਆਲੀਫਾਈ ਕਰ ਸਕਦੇ ਹਾਂ ਵਿਦ ਅਨਦਰ ਈਅਰ ਆਫ ਸਟੱਡੀ, ਤੇ ਇਟਸ ਬੈਟਰ, ਹੈ ਨਾ। ਤੇ ਦੂਸਰਾ ਇਹ ਹੈ ਜੇ 1 ਸਾਲ ਦਾ ਕੋਰਸ ਹੋਊਗਾ, ਛੋਟਾ ਕੋਰਸ ਹੋਊਗਾ ਗ੍ਰੇਡ 12 ਵਾਸਤੇ, ਠੀਕ ਹੈ, ਕੱਲ ਨੂੰ ਜੌਬ ਪ੍ਰੋਸਪੈਕਟਸ ਵੀ ਘੱਟ ਹੈ, ਠੀਕ ਹੈ, ਫਿਰ ਜਾਂ ਉਹ PNP ਵੱਲ ਜਾਊਗਾ ਜਾਂ ਫਿਰ ਜਿਵੇਂ ਅੱਜ ਕੱਲ੍ਹ ਇੱਕ ਟ੍ਰੈਂਡ ਹੈਗਾ LMIA ਵੱਲ ਭੱਜਦਾ ਬੱਚਾ, ਹੈ ਨਾ। ਤੇ ਹੁਣ ਜਿੰਨੇ ਤੁਸੀਂ LMIA ਤੇ ਆਪਣਾ ਜੋ ਟਾਈਮ ਵੇਸਟ ਕਰਨਾ, ਜੋ ਤੁਸੀਂ ਕਹ ਲਓ ਕਿ ਇਨਵੈਸਟ ਕਰਨਾ, ਤੁਸੀਂ ਪੜ੍ਹਾਈ ਤੇ ਕਰੋ, ਆਪਣੀ ਨੌਲੇਜ ਗੇਨ ਕਰੋ, ਤਾਂ ਕਿ ਕੱਲ ਨੂੰ ਤੁਸੀਂ ਇੱਥੇ ਸੈੱਟ ਹੋਣਾ ਉਹ ਕਰੋ। ਸਟੂਡੈਂਟਸ ਲਈ ਇਹ ਚੀਜ਼ ਕਿੰਨੀ ਕੁ ਮਾਇਨੇ ਰੱਖਦੀ ਹੈ ਕਿ ਉਹਨਾਂ ਨੂੰ ਸਟਾਰਟਿੰਗ ਤੋਂ ਹੀ ਆਪਣੇ ਸਕੋਰ ਜਿਹੜੇ ਉਹ ਦੇਖਣੇ ਚਾਹੀਦੇ ਆ, ਕਿਉਂਕਿ ਮੇਨ ਹੁੰਦਾ ਹੈ ਫੋਕਸ ਕਿ ਅਸੀਂ ਕੈਨੇਡਾ ਵਿੱਚ ਆ ਗਏ, ਅਸੀਂ ਸਟੱਡੀ ਕਰਨਾ ਤੇ ਵਰਕ ਪਰਮਿਟ ਹਾਸਲ ਕਰਨਾ ਹੈ, ਦੈਟਸ ਇਟ। ਇਸ ਤੋਂ ਬਾਅਦ ਇਹ ਨਹੀਂ ਸੋਚਦੇ ਹੈਗੇ ਕਿ ਸਾਡੇ ਨਾਲ ਦੀ ਨਾਲ ਸਟੱਡੀ ਦੇ ਦੌਰਾਨ ਕਿ ਇਹ ਵੀ ਸੋਚਿਆ ਜਾਵੇ ਆਪਣੇ ਪੁਆਇੰਟਸ ਅਸੀਂ ਪੂਰੇ ਕਿੱਦਾਂ ਕਰਨੇ ਆ, ਕਿਉਂਕਿ ਇਸ ਵਕਤ ਕੰਪੀਟੀਸ਼ਨ ਇੰਨਾ ਹਾਈ ਆ, ਪੁਆਇੰਟਸ ਬਹੁਤ ਉੱਪਰ ਜਾ ਰਹੇ ਨੇ, ਬਹੁਤ ਕੰਪੀਟੀਸ਼ਨ ਹੈ ਜੀ। ਮੇਰੇ ਹਿਸਾਬ ਨਾਲ ਅੱਗੇ ਹੋਰ ਹੋਣਾ ਕਿ ਵੀ FSW ਖੁੱਲ ਜਾਣੇ ਆ, ਠੀਕ ਹੈ। ਹੁਣ ਪਹਿਲਾਂ ਤਾਂ ਸਿਰਫ CEC ਦਾ ਡਰਾ ਆਉਂਦਾ ਸੀਗਾ, ਠੀਕ ਹੈ, ਹੁਣ ਪਿਛਲੇ ਸਾਲ CEC ਦਾ ਆਉਂਦਾ ਰਿਹਾ, ਠੀਕ ਹੈ, ਜਿਹੜਾ ਵੀ ਸੀਗਾ, ਠੀਕ ਹੈ, 75 ਆ ਗਏ, 300 ਆ ਗਏ, 357 ਆ ਗਏ, ਸਾਰੇ ਜਾਈ ਜਾਂਦੇ ਸੀ। ਬਟ ਹੁਣ ਜਦੋਂ FSW ਖੁੱਲਿਆ ਫਿਰ ਮੇਰੇ ਬੰਨਣੇ ਲੱਗਦਾ ਕਿ CEC ਦਾ ਅਲੱਗ ਆਊਗਾ, ਇੱਕ ਅੱਧਾ ਚਾਹੇ ਆ ਜਾਵੇ, ਬਟ ਜਿਹੜੇ ਫਿਊਚਰ ਸਟੂਡੈਂਟਸ ਆ ਜਿਹਨਾਂ ਦੀ ਅਗਲੇ ਸਾਲ ਪੜ੍ਹਾਈ ਖਤਮ ਹੋਣੀ ਆ, they should focus on ਆਪਣੇ ਪੁਆਇੰਟ ਦੇਖਣ ਕਿ ਕਿੱਧਰ ਟ੍ਰੈਂਡ ਜਾ ਰਿਹਾ, ਠੀਕ ਹੈ, try to get as high as CRS ਉਹ ਲੈ ਸਕਦੇ ਆ, ਠੀਕ ਹੈ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਆ ਕੇ ਜਿੰਨਾ ਵਰਕ ਪਰਮਿਟ ਮਿਲਦਾ ਹੈ, ਜੇਕਰ ਬਾਈ ਚਾਂਸ ਕਈ ਵਾਰੀ ਇਦਾਂ ਹੁੰਦਾ ਕਿ 2 ਸਾਲ ਦੀ ਪੜ੍ਹਾਈ ਕੀਤੀ ਹੈ, ਵਰਕ ਪਰਮਿਟ ਉਹਨਾਂ ਨੂੰ 3 ਸਾਲ ਦੀ ਜਗ੍ਹਾ 1.5 ਸਾਲ ਜਾਂ 2 ਸਾਲ ਦਾ ਮਿਲਦਾ, ਇਹਦੇ ਲਈ ਕੀ ਉਹ ਅਪਲਾਈ ਕਰ ਸਕਦੇ ਨੇ ਕਿ ਜਿਹੜਾ ਟਾਈਮ ਪੀਰੀਅਡ ਉਹਨਾਂ ਨੂੰ ਨਹੀਂ ਦਿੱਤਾ ਗਿਆ ਹੈਗਾ ਕਿ ਇੰਨੀ ਸਟੱਡੀ ਕਰਨ ਤੋਂ ਬਾਅਦ ਸਾਨੂੰ ਇੰਨਾ ਵਰਕ ਪਰਮਿਟ ਮਿਲਣਾ ਸਾਡੀ ਬਣਦਾ ਆ?
ਹਾਂਜੀ ਨਾਰਮਲੀ ਤਾਂ ਦੇਖੋ ਇਹ ਰੇਅਰ ਹੀ ਹੋਊਗਾ ਮਿਲੇ। ਇੱਕ ਰੀਜ਼ਨ ਹੋ ਸਕਦਾ ਜਿਹਨਾਂ ਦੀ ਪਾਸਪੋਰਟ ਦੀ ਜਿਹੜੀ ਐਕਸਪਾਇਰੀ ਆ ਉਹ ਨੇੜੇ ਆ, ਠੀਕ ਹੈ, ਉਹ ਦੁਆਰਾ ਮਿਲ ਜਾਂਦਾ। ਅਦਰਵਾਈਜ਼ ਸਬਮਿਸ਼ਨ ਪ੍ਰੋਪਰ ਨਹੀਂ ਹੋਈ ਤਾਂ ਮਿਲੂਗਾ। ਅਦਰਵਾਈਜ਼ ਇਫ ਇਟ ਇਜ਼ ਵੈਰੀ ਕਲੀਅਰਲੀ ਮੈਂਸ਼ਨਡ ਹੈ ਨਾ, ਜੇ ਆਪਣੇ ਕੋਲ 4 ਟ੍ਰਾਂਸਕ੍ਰਿਪਟਸ ਆਪਾਂ ਨਾਲ ਲਗਾਈਆਂ, ਜਿਹੜੀ ਕੰਪਲੀਸ਼ਨ ਲੈਟਰ ਮਿਲੀ ਉੱਥੇ ਕਲੀਅਰਲੀ ਲਿਖਿਆ ਕਿ 2 ਈਅਰ ਪ੍ਰੋਗਰਾਮ, ਤੇ ਆਈ ਡੋਂਟ ਥਿੰਕ ਕਿ ਇਦਾਂ ਦਾ ਕੋਈ ਮੌਕਾ ਹੋਊਗਾ ਉਹਨੂੰ 3 ਸਾਲ ਤੋਂ ਘੱਟ ਮਿਲੂਗਾ। ਜਿਹੜੇ ਸਟੂਡੈਂਟਸ ਨੇ ਆਲਰੇਡੀ ਉੱਥੇ ਇੰਡੀਆ ਵਿੱਚ ਬਹਿ ਕੇ ਆਪਣੀ ਫੁੱਲ ਸਟੱਡੀ ਕੰਪਲੀਟ ਕਰ ਲਈ ਆ, ਉਹ ਸਟੂਡੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਹੁਣ ਉਹਨਾਂ ਨੇ ਪੋਸਟ ਗ੍ਰੈਡ ਵਰਕ ਪਰਮਿਟ ਲਈ ਅਪਲਾਈ ਕਰਨਾ, ਜੀ ਇੰਡੀਆ ਤੋਂ ਹੀ ਕਰਕੇ ਆਉਣ ਜਾਂ ਫਿਰ ਇੱਥੇ ਆ ਕੇ ਕਰਨ, ਕਿਉਂਕਿ ਸਟੱਡੀ ਤਾਂ ਉਹਨਾਂ ਦੀ ਆਲਮੋਸਟ ਕੰਪਲੀਟ ਹੋ ਚੁੱਕੀ ਹੈ। ਹਾਂਜੀ, ਉਹ ਡਿਪੈਂਡ ਕਰੂਗਾ ਜੀ। ਜੇ ਉਹਨਾਂ ਦੀ ਸਟੱਡੀ ਕੰਪਲੀਟ ਹੋ ਚੁੱਕੀ ਹੈ, ਦੇ ਹੈਵ ਆਲ ਦ ਡਾਕੂਮੈਂਟਸ। ਗੱਲ ਕਰਾਂਗੇ ਇਹਦੇ ਬਾਰੇ, ਦਰਸ਼ਕ ਪਹਿਲਾਂ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਜੀ ਸਤਿ ਸ਼੍ਰੀ ਅਕਾਲ ਤਰਨ ਜੀ ਤੇ ਆਪਣੇ ਸ਼ਰਮਾ ਸਾਹਿਬ ਜੀ, ਮੈਂ ਤੋਂ ਬ੍ਰਹਮਪੁਰ ਤੋਂ ਬੋਲਦੀ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਸਾਡੇ ਜਿਹੜਾ ਲੜਕੀ ਨੇ ਉਹਨੇ ਕਲਾਸ ਕੀਤੀ ਹੋਆ, ਉਹ ਕਿਹੜਾ ਕੋਰਸ ਰੱਖੇ ਤਾਂ ਕਿੰਨਾ ਕੁ ਜਿਹਦਾ ਖਰਚਾ ਹੁੰਦਾ ਹੈ ਹਨਾ, ਇਹ ਪੁੱਛਣਾ ਸੀ। ਤੇ ਇੱਕ ਮੇਰਾ ਥੋੜਾ ਜਿਹਾ ਤੋਂ ਹਟ ਕੇ ਸਵਾਲ ਆ, ਇੱਕ ਜਿੱਦਾਂ ਸਾਡੇ ਮੈਰਿਜ ਕੇਸ ਆ, ਅਪੋਇੰਟ ਕੇਸ, ਤੇ 2019 ਦੀ ਉਹਨਾਂ ਦੀ ਫਾਈਲ ਲੱਗੀ ਹੋਆ, ਹਜੇ ਤੱਕ ਜਿੱਦਾਂ ਉਹਨਾਂ ਦਾ ਉਹਦਾ ਸਾਰਾ ਕੁਝ ਕਹਿੰਦੇ ਠੀਕ ਆ, ਪਰ ਮਤਲਬ ਬਾਹਰ ਹੀ ਨਹੀਂ ਆਈ ਹੈ, ਵੀਜ਼ਾ ਨਹੀਂ ਮਿਲਿਆ ਜੀ ਸਰ, ਕੁਝ ਪੁੱਛਣਾ? ਹਾਂਜੀ, ਕਮਰਸ ਤੋਂ ਉਹਨੇ ਕੀ ਕੀਤਾ ਹੋਇਆ ਜੀ? ਗ੍ਰੈਜੂਏਸ਼ਨ ਕੀਤੀ ਹੈ ਜਾਂ ਪਲੱਸ 2 ਕੀਤੀ ਹੈ? ਪਲੱਸ 2 ਕੀਤੀ ਹੋਈ ਜੀ। ਹਾਂਜੀ ਹਾਂ, ਪਲੱਸ 2। ਤੇ ਇਹਦੇ ਵਾਸਤੇ ਮੈਂ ਤੁਹਾਨੂੰ ਵੈਸੇ ਇੱਕ ਜੈਨਰਿਕ ਆਨਸਰ ਦੇ ਦਿੰਦਾ ਜੀ। ਹਾਂਜੀ ਹਾਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਤੁਸੀਂ ਓਕੇ ਜੀ, ਓਕੇ, ਥੈਂਕ ਯੂ ਜੀ। ਆਪਣੇ ਦਰਸ਼ਕਾਂ ਨੂੰ ਦੱਸਿਏ ਲਾਈਵ ਪ੍ਰੋਗਰਾਮ ਹੈਗਾ, ਤੁਹਾਡਾ ਕੋਈ ਸਵਾਲ ਆ ਸਾਨੂੰ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ ਜੀ ਸਰ। ਹਾਂਜੀ, ਇੱਕ ਮੈਂ ਤੁਹਾਨੂੰ ਜੈਨਰਿਕ ਆਨਸਰ ਦੇ ਦੇਣਾ ਜੀ। ਬੀਕਾਮ ਸੌਰੀ ਇਹਨਾਂ ਨੇ ਗ੍ਰੇਡ 12 ਚ ਕਮਰਸ ਕੀਤੀ ਹੈ, ਬਿਜ਼ਨਸ ਦੇ ਕੋਰਸ ਵਿੱਚ ਜਾ ਸਕਦੇ ਹੋ, ਬਟ ਡਿਪੈਂਡ ਕਰੂਗਾ ਉਹਨਾਂ ਦੇ ਆਇਲਟਸ ਕਿੰਨੇ ਆ, ਠੀਕ ਹੈ। ਤੇ ਜ਼ਿਆਦਾ ਜੇ ਤੁਸੀਂ ਜਾਣਕਾਰੀ ਤੁਸੀਂ ਲੈਣੀ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਬਿਜ਼ਨਸ ਦਾ ਕੋਰਸ ਕਰ ਸਕਦੇ ਆ, ਟਰੈਵਲ ਦਾ ਕੋਰਸ ਕਰ ਸਕਦੇ ਨੇ। ਇਹ ਬਿਜ਼ਨਸ ਵਿੱਚ ਹੀ ਕਾਫੀ ਹੁੰਦੇ, ਕੋਈ ਸੇਲਸ ਦੀ ਜਾਂ ਮਾਰਕੀਟਿੰਗ ਦੀ, ਅਕਾਊਂਟੈਂਸੀ, ਜਿਹੜੀ ਵੀ ਤੁਸੀਂ ਫੋਕਸ ਕਰਨੀ ਹੈ ਕਿ ਤੁਸੀਂ ਅਕਾਊਂਟੈਂਸੀ ਵੀ ਜ਼ਿਆਦਾ ਕਰਨਾ, ਉਹ ਕੋਰਸ ਲੈ ਸਕਦੇ ਹੋ, ਠੀਕ ਹੈ। ਹਾਂਜੀ, ਤੇ ਨਾ ਇੱਕ ਸੈਕਿੰਡ ਜਿਹੜਾ ਸਪਾਊਸ ਦੀ ਗੱਲ ਕਰ ਰਹੇ ਸੀ। ਹਾਂਜੀ, ਸਪਾਊਸਲ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਤੁਹਾਡੀ 2019 ਦੀ ਹੈ। ਐਪਲੀਕੇਸ਼ਨਸ ਮੂਵ ਹੋ ਰਹੀਆਂ, ਬਟ ਓਕੇਜਨਲੀ ਵਿੱਚ ਕਿਸੇ ਦੀ ਹੈਗੀ ਆ। ਹੁਣ ਤੁਹਾਡਾ ਕੀ ਪੋਜੀਸ਼ਨ ਹੈ, ਕਿੱਥੇ ਉਹ ਪਹੁੰਚਿਆ, ਉਹ ਜਾਂ ਤਾਂ ਆਪਣੇ ਏਜੰਟ ਤੋਂ ਤੁਸੀਂ ਪਤਾ ਕਰੋ, ਉਹਨਾਂ ਨੂੰ ਕਾਲ ਕਰਕੇ ਕਿੱਥੇ ਹੋ, ਬਾਇਓਮੈਟ੍ਰਿਕਸ ਹੋ ਗਏ, ਮੈਡੀਕਲ ਹੋ ਗਏ ਜਾਂ ਕੀ ਹੈ। ਕਈ ਵਾਰ ਕੀ ਹੁੰਦਾ ਕਿ ਕੋਈ ਇਨਫੋਰਮੇਸ਼ਨ ਏਜੰਟ ਤੋਂ ਮੰਗੀ ਹੁੰਦੀ ਹੈ, ਕੋਈ ਈਮੇਲ ਅਨਨੋਇੰਗਲੀ ਮਿਸ ਹੋ ਜਾਂਦੀ ਹੈ, ਠੀਕ ਹੈ। ਜੇ ਤੁਸੀਂ ਆਪ ਡਾਇਰੈਕਟ ਅਪਲਾਈ ਕੀਤਾ ਤਾਂ ਆਪਣੀ ਮੇਲਸ ਵਗੈਰਾ ਚੈੱਕ ਕਰੋ, ਉਹਦੇ ਵਿੱਚ ਹੋਊਗਾ। ਜੇ ਮੰਨ ਲਓ ਕਿ 2019 ਦੇ 1 ਸਾਲ 1.5 ਸਾਲ ਹੋ ਗਿਆ, ਕੁਝ ਹਲਚਲ ਨਹੀਂ ਹੋਈ, ਦੈਨ ਯੂ ਨੀਡ ਟੂ ਚੈੱਕ ਵਿਦ IRCC। ਉਹਨਾਂ ਨੂੰ ਕਾਲ ਕਰੋ ਜਾਂ ਉਹਨਾਂ ਨੂੰ ਮੇਲ ਕਰ ਸਕਦੇ ਹੋ, ਵੈਬ ਫਾਰਮ ਰੇਜ਼ ਕਰ ਸਕਦੇ ਹੋ, ਜਾਂ ਤੁਸੀਂ ATIP ਆਰਡਰ ਕਰ ਸਕਦੇ ਹੋ। ਬਿਲਕੁਲ, ਹਾਂਜੀ, ਮੂਵ ਹੋ ਰਹੀਆਂ ਨੇ ਫਾਈਲਸ ਹੁਣ ਸਪਾਊਸਲ ਹੋ ਰਹੀਆਂ ਨੇ, ਸ਼ੁਰੂ ਹੋ ਗਿਆ ਇਹਨਾਂ ਦੇ ਕੰਮ। ਸਾਡੇ ਵੀ ਕਾਫੀ ਮਤਲਬ ਕੇਸਿਸ ਆ ਰਹੇ ਨੇ। ਉਹ ਇਦਾਂ ਹੁੰਦਾ ਕਿ ਕਈ ਵਾਰ ਤਾਂ ਇੱਕ ਹਫ਼ਤੇ ਸਾਨੂੰ 4-4 ਆ ਜਾਂਦੀਆਂ ਨੇ, ਕਿਸ ਤੋਂ ਕੋਈ ਇਨਫੋਰਮੇਸ਼ਨ ਮੰਗੀ ਹੁੰਦੀ ਹੈ, ਕਿਸ ਤੋਂ ਬੈਕਗ੍ਰਾਉਂਡ ਚੈੱਕ ਮੰਗਿਆ ਹੁੰਦਾ। ਇੱਕ ਇਹਦੇ ਵਿੱਚ ਬੜੀ ਉਹ ਚੀਜ਼ ਹੁੰਦੀ ਹੈ ਕਿ ਉਹਨਾਂ ਨੂੰ ਅਪਡੇਟਡ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ। ਹੁਣ ਇੱਕ ਇਹਦੇ ਵਿੱਚ ਫਾਰਮ ਹੁੰਦਾ ਬੈਕਗ੍ਰਾਉਂਡ ਚੈੱਕ, ਠੀਕ ਹੈ, 5669 2019 ਦੀ ਐਪਲੀਕੇਸ਼ਨ ਆ, ਹੁਣ 2 ਸਾਲ ਹੋ ਗਏ। ਆਬਵੀਅਸਲੀ ਚੇਂਜ ਹੋਇਆ ਹੋਊਗਾ, ਹੋ ਸਕਦਾ ਉਹਨਾਂ ਨੇ ਜੌਬ ਚੇਂਜ ਕੀਤੀ ਹੋਵੇ, ਕੁਝ ਚੇਂਜ ਕੀਤੀ ਹੋਵੇ, ਉਹ ਅਪਡੇਟ ਰਹਿੰਦੀ ਆ, ਉਹ ਤੁਹਾਨੂੰ ਪੁੱਛਦੇ ਆ। ਜੇ ਆਪਾਂ ਇਨ ਦਾ ਮੀਨ ਟਾਈਮ ਉਹਨਾਂ ਨੂੰ ਦੇਤੀ ਇਨਫੋਰਮੇਸ਼ਨ, ਤੁਹਾਨੂੰ 30 ਡੇਜ਼ ਮਿਲੇ, ਫਿਰ ਤਾਂ ਫਾਈਲ ਥੋੜੀ ਅੱਗੇ ਜਾਊਗੀ, ਨਹੀਂ ਤਾਂ ਉਹ ਪੈਂਡਿੰਗ ਪਈ ਰਹਿਣੀ ਹੈ। ਤੁਸੀਂ ਪੈਂਡਿੰਗ ਦੀ ਗੱਲ ਕੀਤੀ ਹੈ, ਜੇਕਰ ਕਿਸੇ ਸਟੂਡੈਂਟ ਨੇ ਆਪਣੀ ਸਪਾਊਸ ਦੀ ਲਗਾਈ ਹੈ ਫਾਈਲ ਤੇ ਉਸ ਤੋਂ ਬਾਅਦ ਸਟੱਡੀ ਉਹਦੀ ਖਤਮ ਹੋ ਚੁੱਕੀ ਹੈ ਤੇ ਹਜੇ ਜੌਬ ਲਈ ਉਹਦੀਆਂ ਸਲਿਪਸ ਵਗੈਰਾ ਨਹੀਂ ਆਈਆਂ ਹੈਗੀਆਂ, ਫਿਰ ਕੀ ਇਹਦਾ ਵੀ ਕੇਸ ਦੇ ਉੱਤੇ ਕੋਈ ਅਸਰ ਪੈ ਸਕਦਾ ਹੈ ਕਿ ਅਪਡੇਟ ਕਰਨਾ ਜ਼ਰੂਰੀ ਹੈ, ਜਿਸ ਤਰੀਕੇ ਨਾਲ ਕਿਹੜੀ ਜੌਬ ਮਿਲ ਰਹੀ ਹੈ? ਹਾਂਜੀ, ਇਹ ਬਹੁਤ ਜ਼ਰੂਰੀ ਹੈ ਜੀ। ਹੁਣ ਉਹਦੇ ਵਾਸਤੇ ਜ਼ਰੂਰੀ ਉਹੀ ਹੈ ਨਾ ਕਿ ਜਿਵੇਂ ਆਪਾਂ ਕਈ ਵਾਰ ਗੱਲ ਕਰੀ ਦੀ ਹੈ ਕਿ ਐਜ਼ ਅ ਕਲਾਇੰਟ ਜੇ ਮੈਂ ਵੀ ਗੱਲ ਕਰਾਂ ਕਿ ਮੈਂ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹਾਂ। ਹੁਣ ਇਮੀਗ੍ਰੇਸ਼ਨ ਮੇਰਾ ਕੰਮ ਨਹੀਂ ਹੈ ਨਾ, ਕਿ ਮੈਂ ਆਪਣੇ ਕੰਮ 'ਚ ਡੇਲੀ ਪਿਆ ਹੋਇਆ, ਮੈਂ ਅਪਲਾਈ ਕਰਤਾ, ਠੀਕ ਹੈ, ਮੇਰਾ ਆ ਰਿਹਾ, ਤੁਸੀਂ ਮੈਨੂੰ ਦੱਸਦਾ ਅੱਛਾ ਤੇਰਾ ਆ ਗਿਆ, ਮੇਰਾ ਨਹੀਂ ਆਇਆ, ਬਟ ਆਪਾਂ ਡੀਪ ਡਾਈਵ ਨਹੀਂ ਕਰ ਸਕਦੇ। ਹੁਣ ਬੀਇੰਗ ਅ ਸਟੂਡੈਂਟ ਮੈਂ ਅਪਲਾਈ ਕੀਤਾ, ਉਹਦੀ ਰਿਕੁਆਇਰਮੈਂਟਸ ਡਿਫਰੈਂਟ ਸੀਗੀਆਂ। ਜਦੋਂ ਮੈਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਗਿਆ, ਉਹਦੀਆਂ ਰਿਕੁਆਇਰਮੈਂਟਸ ਡਿਫਰੈਂਟ ਆ। ਇਨ ਬਿਟਵੀਨ ਮੈਨੂੰ ਨਹੀਂ ਟਾਈਮ ਲੱਗਦਾ ਚੈੱਕ ਕਰਨ ਨੂੰ, ਕਿਉਂਕਿ ਮੈਂ ਸਵੇਰੇ ਕੰਮ ਤੇ ਚਲੇ ਜਾਣਾ, ਸ਼ਾਮ ਨੂੰ ਅਗਲੇ ਦਿਨ ਫੇਰ ਕੰਮ ਤੇ ਚਲੇ ਗਿਆ, ਠੀਕ ਹੈ। ਓਕੇਜਨਲੀ ਕਿਤੇ ਇਦਾਂ ਦਾ ਪ੍ਰੋਗਰਾਮ ਦੇਖ ਲਿਆ, ਯਾਦ ਆਉਂਦਾ ਕਿ ਅੱਛਾ ਉਹਦਾ ਆ ਗਿਆ। ਉਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ IRCC ਨੇ ਜਿਸ ਪੈਰਾਮੀਟਰਸ ਤੇ ਤੁਹਾਡੀ ਐਪਲੀਕੇਸ਼ਨ ਚੈੱਕ ਕਰਨੀ ਆ, ਉਹਨਾਂ ਕੋਲ ਇਨਫੋਰਮੇਸ਼ਨ ਹੈਗੀ ਹੈ ਕਿ ਨਹੀਂ ਹੈਗੀ, ਠੀਕ ਹੈ। ਜੇ ਹੋਊਗੀ ਤਾਂ ਹੀ ਦੇਖੋਗੇ ਨਾ, ਠੀਕ ਹੈ। ਇਸ ਕਰਕੇ ਤੁਹਾਨੂੰ ਰੈਗੂਲਰਲੀ ਸਟੇਟਸ ਆਪਣਾ ਆਪ ਚੈੱਕ ਕਰਨਾ ਚਾਹੀਦਾ। ਜੇ ਤੁਸੀਂ ਆਪ ਅਪਲਾਈ ਕੀਤਾ, ਜੇ ਕਿਸੇ ਏਜੰਟ ਤੋਂ ਅਪਲਾਈ ਕੀਤਾ, ਕੰਟੀਨਿਊ ਉਹਨਾਂ ਨੂੰ ਚੈੱਕ ਕਰੋ ਐਵਰੀ ਮੰਥ, ਠੀਕ ਹੈ। ਇੱਕ ਥੋੜੀ ਜਿਹੀ ਗੱਲ ਮੈਂ ਹੋਰ ਇੱਥੇ ਦੱਸਦਾ। ਹੁਣ ਜਿਵੇਂ ਅਸੀਂ RCAC ਹੈ, ਠੀਕ ਹੈ, ਅਸੀਂ ਜਦੋਂ ਰਿਟੇਨਰ ਸਾਈਨ ਕਰਦੇ ਹਾਂ, ਠੀਕ ਹੈ, ਉਹ ਰਿਟੇਨਰ ਵਿੱਚ ਲਿਖਿਆ ਹੁੰਦਾ ਕਿ ਐਵਰੀ 3 ਵੀਕਸ ਜਾਂ ਐਵਰੀ 1 ਮੰਥ ਵਟਐਵਰ, ਠੀਕ ਹੈ, ਦੋਨਾਂ ਵਿੱਚ ਹੋਵੇ ਕਿ ਅਸੀਂ ਤੁਹਾਨੂੰ ਅਪਡੇਟ ਕਰਾਂਗੇ, ਠੀਕ ਹੈ। ਹੁਣ ਉਹ ਜੇ ਤੁਸੀਂ RCAC ਤੋਂ ਕੀਤਾ, ਠੀਕ ਹੈ, ਅਸੀਂ ਸਾਈਨ ਕਰਨਾ ਹੀ ਆ ਰਿਟੇਨਰ ਉਹ, ਠੀਕ ਹੈ, ਤੇ ਅਸੀਂ ਲਿਖਣਾ ਹੀ ਲਿਖਣਾ। ਜੇ ਤੁਸੀਂ ਏਜੰਟ ਤੋਂ ਕੀਤਾ, ਉਹ ਨਹੀਂ ਕਰੂਗਾ, ਹੋ ਸਕਦਾ ਉਹ ਤੁਹਾਡਾ ਕੇਸ ਰਿਫਿਊਜ਼ ਹੋ ਗਿਆ, ਫਿਰ ਦੁਬਾਰਾ ਲਗਾਤੀ ਹੋਵੇ, ਇਹ ਵੀ ਹੋ ਸਕਦਾ। ਤੁਸੀਂ ਜਿਵੇਂ ਗੱਲ ਕੀਤੀ ਆ, ਕਈ ਵਾਰੀ ਸਟੇਟ ਆਫ ਮਾਈਂਡ ਇਹ ਜਿਹਾ ਹੁੰਦਾ ਕਿ ਜੇਕਰ ਅਸੀਂ ਥੋੜੀ ਇਨਫੋਰਮੇਸ਼ਨ ਚੇਂਜ ਕੀਤੀ, ਦੁਬਾਰਾ ਨਵੇਂ ਸਿਰੋਂ ਤੋਂ ਸਾਰਾ ਪ੍ਰੋਸੈਸ ਨਾ ਸ਼ੁਰੂ ਹੋ ਜਾਏ, ਟਾਈਮ ਪੀਰੀਅਡ ਹੋਰ ਜ਼ਿਆਦਾ ਵੱਡਾ ਹੋਏਗਾ। ਸੋ ਇਸ ਲਈ ਜਿੱਥੇ ਹੈਗੀ ਫਾਈਲ ਉਸੇ ਤਰੀਕੇ ਨਾਲ ਹੀ ਚੱਲਣ ਦਿਓ।
ਨਹੀਂ, ਉਹ ਰੋਂਗ ਹੈ। ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਜਦੋਂ ਮੈਂ ਅਪਲਾਈ ਕੀਤਾ ਉਦੋਂ ਮੈਂ ਸਟੂਡੈਂਟ ਸੀ, ਹੁਣ ਮੇਰੀ ਕੰਡੀਸ਼ਨ ਚੇਂਜ ਹੋ ਗਈ, ਠੀਕ ਹੈ। ਸਾਲ ਬਾਅਦ ਮੈਂ ਹੁਣ ਇਸ ਟਾਈਮ ਮੇਰਾ ਸਟੇਟਸ ਕੀ ਹੈ, ਪੋਸਟ ਗ੍ਰੈਜੂਏਟ ਵਰਕ ਪਰਮਿਟ, ਉਹਦੀ ਰਿਕੁਆਇਰਮੈਂਟਸ ਡਿਫਰੈਂਟ ਨੇ ਤੇ ਮੈਨੂੰ ਉਹ ਪੂਰੀਆਂ ਕਰਨੀਆਂ ਪਊਗੀਆਂ, ਠੀਕ ਹੈ। ਤੇ ਉਹਨੂੰ ਅਪਡੇਟ ਕਰੋ, ਤੁਹਾਡਾ ਕੋਈ ਐਡਰੈਸ ਚੇਂਜ ਹੋਇਆ ਹੈ ਇੰਡੀਆ ਵਿੱਚ, ਜਿਹੜਾ ਤੁਹਾਡਾ ਸਪਾਊਸ ਹੈ ਉਹਦੀ ਕੋਈ ਇਨਫੋਰਮੇਸ਼ਨ ਚੇਂਜ ਹੋਈ ਹੈ, ਉਹਨੂੰ ਅਪਡੇਟ ਕਰੋ। ਜਦੋਂ ਇਹ ਆਰਸੀਸੀ ਕਰਨੀ ਹੈ, ਉਹਨੂੰ ਅਪਡੇਟਡ ਇਨਫੋਰਮੇਸ਼ਨ ਚਾਹੀਦੀ ਹੈ ਜੀ। ਤੇ ਸਰ ਆਪਾਂ ਜਿਹੜੀ ਸਟੂਡੈਂਟਸ ਇਸ ਵਕਤ ਗੱਲ ਕਰ ਰਹੇ ਸੀ, ਇੱਕ ਸਵਾਲ ਥੋੜਾ ਜਿਹਾ ਇਹ ਜ਼ਰੂਰ ਮੈਂ ਪੁੱਛਣਾ ਚਾਹੁੰਦੀ ਹਾਂ, ਜਿਹੜੇ ਇਸ ਵਕਤ ਇੱਥੇ ਟੂਰਿਸਟ ਆਏ ਹੋਏ ਨੇ, ਸਟੱਡੀ ਵੀਜ਼ਾ ਲਈ ਕੀ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ ਹੈ, ਜਾਂ ਕਿੰਨੀ ਡਿਊਰੇਸ਼ਨ ਦਾ ਕੋਰਸ ਹੈ ਜਿਹੜਾ ਉਹ ਵਿਦਆਊਟ ਸਟੱਡੀ ਪਰਮਿਟ ਤੇ ਵੀ ਇੱਥੇ ਕਰ ਸਕਦੇ ਨੇ? ਹਾਂਜੀ, ਵਿਜ਼ਿਟਰ ਜਿਹੜੇ ਹੈਗੇ ਆ, ਜੇ 6 ਮਹੀਨੇ ਤੋਂ ਘੱਟ ਕੋਈ ਕੋਰਸ ਹੈਗਾ ਉਹ ਕਰ ਸਕਦੇ ਨੇ, ਬੀਇੰਗ ਅ ਵਿਜ਼ਿਟਰ, ਉਹਨਾਂ ਨੂੰ ਸਟੱਡੀ ਪਰਮਿਟ ਦੀ ਲੋੜ ਨਹੀਂ, ਠੀਕ ਹੈ। ਬਟ ਜੇ ਉਹਨਾਂ ਨੇ ਸਟੱਡੀ ਪਰਮਿਟ ਅਪਲਾਈ ਕਰਨਾ, ਫਿਰ ਇੱਕ ਚੇਂਜ ਆਫ ਕੰਡੀਸ਼ਨ ਹੁੰਦੀ ਹੈ, ਉਹ ਵਿਜ਼ਿਟਰ ਟੂ ਸਟੂਡੈਂਟ ਜਾ ਸਕਦੇ, ਜਿਹਨੇ ਕੁਝ ਇੱਕ ਡਿਫਰੈਂਟ ਪ੍ਰੋਸੈਸ ਹੁੰਦਾ, ਠੀਕ ਹੈ। ਉਹ ਇਨਸਾਈਡ ਕੈਨੇਡਾ ਹੀ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਹੋਊਗੀ, ਠੀਕ ਹੈ। ਤੇ ਜੇ ਉਹ ਰੈਗੂਲਰ ਸਟੂਡੈਂਟ ਦਾ ਕਰਦੇ ਆ, ਫਿਰ ਉਹ ਜਿਸ ਕੰਟਰੀ ਚੋਂ ਆਏ ਆ ਉੱਥੇ ਪ੍ਰੋਸੈਸ ਹੋਊਗੀ, ਵਿਚ ਟੇਕਸ ਅ ਲੌਂਗਰ ਟਾਈਮ। ਓਕੇ, ਜੇ ਇਨ ਕੈਨੇਡਾ ਤੁਸੀਂ ਕਰਦੇ ਹੋ ਉਹ ਤਾਂ ਪ੍ਰੋਸੈਸ ਫਾਸਟ ਹੈ। ਬਿਲਕੁਲ। ਤੇ ਸਰ ਆਪਾਂ ਇਸ ਤੋਂ ਅੱਗੇ ਥੋੜਾ ਜਿਹਾ ਅਗਲੇ ਸਟੈਪ ਦੇ ਉੱਤੇ ਵਧਦੇ ਹਾਂ, ਆਪਾਂ ਨੈਨੀ ਦੇ ਬਾਰੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰ ਲਈਏ। ਨੈਨੀ ਦੀਆਂ ਫਾਈਲਸ ਤੋਂ ਲੈ ਕੇ ਬਹੁਤ ਸਵਾਲ ਹੁੰਦੇ ਆ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ 2750 ਐਪਲੀਕੇਸ਼ਨਸ ਹੁੰਦੀਆਂ ਨੇ, ਪਰ ਵੀ ਬਹੁਤ ਛੇਤੀ ਮਿੰਟਾਂ 'ਚ ਭਰ ਜਾਂਦੇ। ਸੋ ਸਾਰੀ ਤਿਆਰੀ ਕੀਤੀ ਹੁੰਦੀ ਹੈ ਕਿ ਅਸੀਂ ਨੈਨੀ ਬੇਸ ਦੇ ਉੱਤੇ ਲਗਾਉਣੀ ਆ, ਉਹਨੇ ਇੱਕ ਫੰਡ ਸ਼ੋਜ਼ ਕੀਤੇ ਹੁੰਦੇ ਆ, ਸਾਰਾ ਕੁਝ ਕੀਤਾ ਹੁੰਦਾ, ਪਰ ਜਦੋਂ ਫਾਈਲ ਭਰ ਜਾਂਦੀਆਂ ਨੇ ਫਿਰ ਇਹ ਸੋਚਿਆ ਜਾਂਦਾ ਕਿ ਜੇ ਨਹੀਂ ਹੈਗਾ ਤਾਂ ਆਪਾਂ ਹੋਮ ਸਪੋਰਟ ਦੇ ਵਿੱਚ ਲਗਾ ਦਿੰਦੇ ਆ। ਸੋ ਕੀ ਦੋਵਾਂ ਦੀ ਕ੍ਰਾਈਟੇਰੀਆ ਵੱਖਰਾ ਹੁੰਦਾ ਆ ਫਾਈਲਸ ਲਗਾਉਣ ਦਾ? ਕਿਉਂਕਿ ਹੈ ਤਾਂ ਫਾਈਨਲੀ ਇਹੀ ਹੈ ਕਿ ਘਰ ਵਿੱਚ ਜਾ ਕੇ ਦੇਖਭਾਲ ਕਰਨੀ ਆ, ਬੱਚਾ ਕੀ ਜਾਂ ਬਜ਼ੁਰਗ ਕੀ। ਗੱਲ ਕਰਾਂਗੇ, ਦਰਸ਼ਕ ਕੋਲਾਂ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਮੈਂ ਇੱਥੋਂ ਬ੍ਰਹਮਪੁਰ ਤੋਂ ਬੋਲ ਰਹੀ ਹਾਂ ਜੀ। ਹਾਂਜੀ ਹਾਂਜੀ, ਮੈਂ ਦੀ ਬੇਟੀ ਹੈ ਜੀ, ਇੰਡੀਆ ਅਸੀਂ 2 ਵਾਰੀ ਵੀਜ਼ਾ ਲਵਾ ਚੁੱਕੇ ਹਾਂ, 2 ਵਾਰੀ ਰਿਫਿਊਜ਼ ਹੋ ਗਿਆ। ਕਿਹੜਾ ਵੀਜ਼ਾ ਲਗਵਾਇਆ ਸੀ ਜੀ? ਹਾਂਜੀ, ਕਿਹੜਾ ਵੀਜ਼ਾ ਲਗਵਾਇਆ ਸੀ ਤੁਸੀਂ? ਵਿਜ਼ਿਟਿੰਗ ਵੀਜ਼ਾ। ਵਿਜ਼ਟਰ ਦਾ ਵੀਜ਼ਾ। ਸਰ ਕੁਝ ਪੁੱਛਣਾ ਤੁਸੀਂ? ਹਾਂਜੀ, ਕਦੋਂ ਲਗਵਾਇਆ ਸੀਗਾ ਜੀ? ਕਿ ਐਕਚੁਅਲੀ ਜਾਣੀ ਕਿ ਮੈਂ ਟੀਵੀ ਤੇ ਹੀ ਦੱਸ ਸਕਦਾ। ਠੀਕ ਹੈ। ਹਾਂਜੀ, ਅਸੀਂ ਇੱਕ ਵਾਰੀ ਤਾਂ 2008 ਚ ਲਵਾਇਆ ਸੀ, ਇੱਕ ਵਾਰੀ ਫੇਰ ਅਸੀਂ 3-4 ਸਾਲ ਬਾਅਦ ਫੇਰ ਲਵਾਇਆ। 2012-13 ਚ ਲਗਵਾਇਆ ਹੋਣਾ ਜੀ ਤੁਸੀਂ? ਹਾਂਜੀ ਹਾਂਜੀ ਜੀ, ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ। ਜੀ ਸਰ। ਹਾਂਜੀ, ਆਪਾਂ ਪਹਿਲਾਂ ਇਹਨਾਂ ਦਾ ਜਵਾਬ ਦੇ ਹਾਂਜੀ, ਆਪਾਂ ਪਹਿਲਾਂ ਜਵਾਬ ਦੇ ਦਿੰਦੇ। ਹਾਂਜੀ, ਆਂਟੀ ਦਾ ਸਵਾਲ ਸੀਗਾ ਕਿ ਵਿਜ਼ਿਟ ਵੀਜ਼ਾ 2 ਵਾਰ ਲਵਾਇਆ, 2008 ਤੇ ਦੂਜਾ 2012-13 ਵਿੱਚ, ਹੈ ਨਾ। ਉਹ 2 ਵਾਰ ਉਹਨਾਂ ਨੇ ਰਿਜੈਕਟ ਕਰਤਾ। ਮੈਂ ਹੁਣ ਇਹਦੇ ਵਿੱਚ ਕਹਿਣਾ ਕਿ ਉਹਨਾਂ ਨੇ ਰਿਜੈਕਟ ਕਰਤਾ, ਉਹ ਡਿਫਰੈਂਟ ਹੈ, ਠੀਕ ਹੈ। ਰਿਜੈਕਟ ਕਰਤਾ ਨਹੀਂ, ਉਹ ਤੁਹਾਡਾ ਰਿਫਿਊਜ਼ ਹੋ ਗਿਆ। ਹੁਣ ਉਹ ਵਿਜ਼ਟਰ ਵੀਜ਼ਾ ਇੱਕ ਜੈਨਰਿਕ ਹੋ ਗਿਆ ਤੇ ਵਿਜ਼ਟਰ ਵੀਜ਼ਾ, ਹੁਣ ਉਹ ਚ ਕਾਫੀ ਚੀਜ਼ਾਂ ਹੁੰਦੀਆਂ, ਆਪਾਂ ਹਰ ਵਾਰ ਦੱਸਦੇ ਹਾਂ ਕਿ ਉਹਨਾਂ ਦਾ ਪਰਪਸ ਕੀ ਹੈ ਇੱਥੇ ਆਉਣ ਦਾ, ਠੀਕ ਹੈ। ਹੁਣ ਕਈ ਵਾਰ ਸਾਨੂੰ ਫੋਨਸ ਆਉਂਦੇ ਨੇ, ਜਿਵੇਂ ਉਹ ਕਹਿੰਦੇ ਅਸੀਂ ਆਪਣੇ ਕੁੜੀ ਨੂੰ ਬੁਲਾਣਾ, ਠੀਕ ਹੈ। ਤੁਸੀਂ ਬੁਲਾ ਨਹੀਂ ਸਕਦੇ, ਉਹਨਾਂ ਨੇ ਅਪਲਾਈ ਕਰਨਾ, ਠੀਕ ਹੈ। ਉਹ ਟਰਮੀਨੋਲੋਜੀ ਹੀ ਡਿਫਰੈਂਟ ਹੈ, ਤੁਸੀਂ ਨਹੀਂ ਬੁਲਾ ਸਕਦੇ, ਉਹਨਾਂ ਨੇ ਅਪਲਾਈ ਕਰਨਾ, ਉਹਨਾਂ ਨੇ ਅਪਲਾਈ ਕਰਨਾ, ਤੁਸੀਂ ਸਿਰਫ ਉਹਨਾਂ ਨੂੰ ਸਪੋਰਟ ਕਰਨਾ, ਸਪੋਰਟਿੰਗ ਡਾਕੂਮੈਂਟਸ ਦੇਣੇ ਆ, ਠੀਕ ਹੈ। ਉਹਦੇ ਵਿੱਚ ਕੀ ਹੋ ਸਕਦਾ ਵੀ ਤੁਸੀਂ ਇੱਥੇ ਰਹਿੰਦੇ ਹੋ, ਤੁਹਾਡਾ ਰਿਲੇਸ਼ਨ ਕੀ ਹੈ, ਠੀਕ ਹੈ। ਹੁਣ ਅੱਛਾ, ਬੁਲਾਣੇ ਵਿੱਚ ਕੀ ਹੁੰਦਾ, ਉਹ ਫਿਰ ਇੱਥੋਂ ਦਾ ਜਿਹੜਾ ਆਪਣਾ PR ਹੈ ਜਾਂ ਸਿਟੀਜ਼ਨ, ਉਹ ਕਹਿੰਦਾ ਮੈਂ ਸਾਰਾ ਖਰਚਾ ਉਹਦਾ ਕਰ ਦੂੰਗਾ, ਠੀਕ ਹੈ। ਹੁਣ ਇੱਥੇ ਵੀ ਆਪਾਂ ਗਲਤ ਹੋ ਜਾਂਦੇ ਕਈ ਵਾਰ, ਜਿਹੜੇ ਇੱਥੋਂ ਅਪਲਾਈ ਕਰਦੇ ਆ। ਹੁਣ ਕੋਈ ਬੰਦਾ ਇੰਡੀਆ 'ਚ ਹੈਗਾ, ਵਿਜ਼ਟਰ ਹੈ, ਉਹਨੂੰ ਤੁਸੀਂ ਆਪਣੇ ਖਰਚੇ ਤੇ ਬੁਲਾ ਰਹੇ ਹੋ, ਸਭ ਕੁਝ ਕਰ ਰਹੇ ਹੋ, ਦੈਟ ਮੀਨਸ ਕਿ ਉਹ ਆਪਣੀ ਕੰਟਰੀ ਵਿੱਚ ਵੈਲ ਸੈਟਲਡ, ਵੈਲ ਐਸਟੈਬਲਿਸ਼ਡ ਨਹੀਂ ਹੈ। ਹੁਣ ਇੱਥੇ ਹੀ ਇੱਕ ਪ੍ਰੋਬਲਮ ਹੋ ਜਾਂਦੀ ਹੈ ਕਿ ਇਫ ਹੀ ਇਜ਼ ਨਾਟ ਵੈਲ ਸੈਟਲਡ, ਉਹ ਕੋਲ ਬੈਕ ਹੋਮ ਟਾਈਜ਼ ਕੀ ਰਹਿ ਜਾਂਦੀਆਂ, ਕੁਝ ਵੀ ਨਹੀਂ, ਠੀਕ ਹੈ। ਹੁਣ ਜਿਵੇਂ ਇਹਨਾਂ ਨੇ ਆਪਣੀ ਬੇਟੀ ਦਾ ਦੱਸਿਆ, ਆਪਾਂ ਨੂੰ ਪਤਾ ਨਹੀਂ ਕਿ ਉਹ ਕੀ ਕਰਦੇ ਆ। ਜੇ ਉਹ ਕੁਝ ਵੀ ਨਹੀਂ ਕਰਦੇ, ਫ੍ਰੀ ਨੇ, ਆਬਵੀਅਸਲੀ ਫਿਰ ਆਫਿਸਰ ਦੇ ਮਾਈਂਡ 'ਚ ਜਾਊਗਾ ਹੀ ਕਿ ਠੀਕ ਹੈ, ਉਹਦੇ ਪੇਰੈਂਟਸ ਇੱਥੇ ਆ, ਬ੍ਰਦਰ ਸਿਸਟਰ, ਜਿਵੇਂ ਵੀ ਇਹਨਾਂ ਦਾ ਕੇਸ ਹੈਗੇ, ਕਿ ਉਹਨਾਂ ਕੋਲ ਵਾਪਸ ਜਾਣ ਦੇ ਚਾਂਸਸ ਬੜੇ ਘੱਟ ਨੇ। ਤੇ ਬਾਕੀ ਇਹ ਨਹੀਂ ਹੁੰਦਾ ਜੀ ਕਿ ਰਿਫਿਊਜ਼ ਹੋ ਗਿਆ ਤਾਂ ਦੁਬਾਰਾ ਨਹੀਂ ਲੱਗੂਗਾ। ਇਟ ਓਨਲੀ ਡਿਪੈਂਡਸ ਕਿ ਤੁਸੀਂ ਕਿੱਦਾਂ ਪ੍ਰੈਜ਼ੈਂਟ ਕਰਦੇ ਹੋ। ਕਈ ਵਾਰ ਆਪਣੇ ਕੋਲ ਕਾਫੀ ਕੁਝ ਹੁੰਦਾ, ਬਟ ਵੀ ਆਰ ਨਾਟ ਅਵੇਅਰ ਕਿ ਆਪਾਂ ਵੀਜ਼ਾ ਆਫਿਸਰ ਨੂੰ ਕਿਸ ਚੀਜ਼ ਤੇ ਜ਼ਿਆਦਾ ਫੋਕਸ ਕਰਨਾ ਹੈ ਨਾ, ਉਹ ਕਿਸ ਤਰ੍ਹਾਂ ਦੱਸਣਾ, ਉਹ ਇੱਕ ਪ੍ਰੋਫੈਸ਼ਨਲ ਹੀ ਦੱਸ ਸਕਦਾ। ਤੁਸੀਂ ਜੇ ਤੁਸੀਂ ਚਾਹੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਹੋਰ ਕੰਸਲਟੈਂਟ ਨਾਲ, ਕਿਉਂਕਿ ਹੁਣ ਜੇ 12-13 ਚ ਉੱਤੇ ਤੇ ਕਾਫੀ ਕੰਡੀਸ਼ਨ ਚੇਂਜ ਹੋ ਗਈਆਂ ਤੇ ਅੱਜ ਕੱਲ ਮੇਰੇ ਖਿਆਲ ਕਾਫੀ ਅੱਛਾ ਉਹ ਹੈਗਾ ਮੌਕਾ, ਠੀਕ ਹੈ। ਜੇ ਤੁਹਾਡੇ ਬੇਟੀ ਨੇ, ਤੁਹਾਡੇ ਕਲੋਜ਼ ਹੈਗੇ ਨੇ, ਇਮੀਡੀਏਟ ਫੈਮਿਲੀ ਮੈਂਬਰ, ਤੁਸੀਂ ਅਪਲਾਈ ਦੁਆਰਾ ਕਰ ਸਕਦੇ ਹੋ। ਬਿਲਕੁਲ ਜੀ। ਤੇ ਆਪਾਂ ਗੱਲਬਾਤ ਕਰ ਰਹੇ ਸੀ ਸਰ ਨੈਨੀ ਦੇ ਬਾਰੇ ਵਿੱਚ ਕਿ ਨੈਨੀ ਤੇ ਹੋਮ ਸਪੋਰਟ ਵਰਕਰ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈਗਾ, ਸੇਮ ਡਾਕੂਮੈਂਟਸ ਨਾਲ ਫਾਈਲ ਲੱਗ ਸਕਦੀ ਹੈ? ਹਾਂਜੀ, ਦੇਖੋ ਇੱਕ ਕੈਨੇਡਾ 'ਚ ਪਹਿਲਾਂ ਨੈਨੀ ਪ੍ਰੋਗਰਾਮ ਕਾਫੀ ਫੇਮਸ ਹੈ ਨਾ। ਨੈਨੀ ਆਪਾਂ ਬੇਸਿਕਲੀ ਕਹਿੰਦੇ ਕਿ ਜਿਵੇਂ ਤੁਸੀਂ ਦੱਸਿਆ ਕਿ ਘਰੇ ਕਿਸੇ ਦੀ ਸੰਭਾਲ ਕਰਨੀ, ਉਹ ਬੱਚੇ ਹੋ ਸਕਦੇ ਆ ਜਾਂ ਬਜ਼ੁਰਗ ਹੋ ਸਕਦੇ। ਗੱਲ ਕਰਾਂਗੇ, ਦਰਸ਼ਕ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ?
ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਸਹੀ ਤੋਂ ਬੋਲ ਰਹੇ ਹਾਂ। ਅਸੀਂ ਪੁੱਛਣਾ ਸੀਗਾ ਕਿ ਮੈਂ ਓਪਨ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਅੰਡਰ TR to PR, ਉਹਨੂੰ ਕਿੰਨਾ ਟਾਈਮ ਲੱਗਦਾ ਕਿ ਲਾਈਕ ਮੈਂ ਅਗਸਤ ਤੋਂ ਸਟਾਰਟਿੰਗ ਚ ਕੀਤਾ ਸੀਗਾ ਤੇ ਹਲੇ ਤੱਕ ਕੁਝ ਨਹੀਂ ਆਇਆ ਹੈਗਾ। ਜੀ ਤੁਸੀਂ ਖੁਦ ਕੀਤਾ ਸੀ ਅਪਲਾਈ? ਮੈਂ ਕਿਸੇ ਕੰਸਲਟੈਂਟ ਤੋਂ ਕਰਵਾਇਆ ਸੀਗਾ। ਅੱਛਾ ਜੀ, ਵੈਸੇ ਤਕਰੀਬਨ ਸਾਡੇ 1.5 ਤੋਂ 2-2.5 ਮਹੀਨੇ ਦੇ ਵਿੱਚ ਆ ਰਹੇ ਨੇ ਜੀ, ਅਸੀਂ ਕੀਤੇ ਹੋਏ ਨੇ ਅਗਸਤ ਅਪਲਾਈ ਆ ਰਹੇ ਨੇ ਉਹ, ਤੇ ਤੁਸੀਂ ਉਹੀ ਆਪਣਾ ਸਟੇਟਸ ਉਹਨਾਂ ਤੋਂ ਚੈੱਕ ਕਰਵਾਓ। ਓਕੇ ਹਾਂਜੀ ਹਾਂ, ਠੀਕ ਹੈ। 2-2.5 ਮਹੀਨੇ ਤੱਕ ਹਾਂਜੀ ਆ ਰਹੇ ਨੇ, 1.5 ਮਹੀਨੇ ਚ ਵੀ ਆਇਆ ਸਾਡੇ ਕਾਫੀ। ਹਾਂਜੀ ਓਕੇ ਜੀ, ਬਹੁਤ ਬਹੁਤ Okay, ਧੰਨਵਾਦ ਜੀ, thank ਤੁਸੀਂ you. ਕਾਲ ਕੀਤੀ ਹੈ। ਥੈਂਕ ਯੂ ਸੋ ਮਚ। ਨੈਣੀ ਦੀ ਆਪਾਂ ਗੱਲ ਕਰ ਰਹੇ ਸੀ। ਹਾਂਜੀ, ਤੇ ਨੈਣੀ ਦਾ ਦੇਖੋ ਉਹੀ ਹੈ, ਉਹ ਹੁਣ ਸਾਰਿਆਂ ਦੇ ਮੂੰਹ ਤੇ ਨੈਣੀ ਚੜਿਆ ਕਿ ਨੈਣੀ 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 ਨਹੀਂ ਆਣਾ। ਹੁਣ ਇਹ ਕੀ ਹੈ ਕਿ ਇਹ ਹੁਣ ਪ੍ਰੋਗਰਾਮ ਚੇਂਜ ਹੋ ਗਿਆ, ਠੀਕ ਹੈ। ਨੈਣੀ ਨੂੰ LMI ਚਾਹੀਦੀ ਸੀ। ਹੁਣ ਜਿਹਨੇ ਆਊਟ ਆਫ ਕੈਨੇਡਾ ਤੋਂ ਆਣਾ, ਜੋ ਮੇਰਾ ਕੋਈ ਰਿਲੇਟਿਵ ਕੋਈ ਵੀ ਹੈ ਜੇ ਕੈਨੇਡਾ ਤੋਂ ਬਾਹਰ ਹੈ, ਮੈਨੂੰ ਪਹਿਲੀ ਗੱਲ ਤਾਂ LMI ਨਹੀਂ ਚਾਹੀਦੀ। ਓਕੇ HCCP ਦਾ ਜਿਹੜਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ, ਇਹ 'ਚ 2 ਹੁੰਦੇ, ਇੱਕ ਤਾਂ ਅਸੀਂ ਬੱਚਿਆਂ ਨੂੰ ਸਾਂਭਣ ਵਾਸਤੇ, ਇੱਕ HSWP ਸਪੋਰਟ ਵਰਕਰ। ਗੱਲ ਕਰ ਲਈਏ ਪਹਿਲਾਂ ਆਪਾਂ ਕਾਲਰਸ ਨਾਲ ਦੀ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਕੰਟੈਂਟ ਤੋਂ ਬੋਲਦੀ ਹਾਂ। ਹਾਂਜੀ ਕੋਟੀ ਮੇਰਾ ਵੀਜ਼ਾ ਆ ਗਿਆ, ਸਾਨੂੰ ਕਾਲਜ ਦੇ ਕੁਛ ਨਹੀਂ ਦੱਸਦੇ, ਕਦੀ ਜਨਵਰੀ ਕਹਿੰਦੇ, ਕਦੀ ਸਤੰਬਰ ਕਹਿ ਕੇ ਲਾਈ ਸੀ ਫੈਲ, ਕਦੀ ਕੋਰਸ ਕਹਿੰਦੇ ਹੋਏ ਜਾਂ ਕੰਮ ਨਹੀਂ ਕਹਿਤੀ ਤੇ ਵੀਜ਼ਾ ਆ ਗਿਆ। 10-15 ਮਤਲਬ ਉਹਨਾਂ ਦਾ ਵੀਜ਼ਾ ਆ ਗਿਆ ਤੇ ਕਾਲਜ ਵਾਲੇ ਆਪ ਹੀ ਕਲਾਸਾਂ ਅੱਗੇ ਪਾ ਰਹੇ ਨੇ। ਹਾਂਜੀ ਆਪ ਹੀ ਹਾਂਜੀ ਦੱਸਦੇ ਨਹੀਂ, ਬਸ ਤੁਹਾਨੂੰ ਸਤੰਬਰ ਦੀ ਪਾ ਕੇ ਅਸੀਂ ਫੈਲ ਲੱਗੇ ਵੀ ਮਿਲਟੀ, ਕਹਿੰਦੇ ਹਾਂ ਹੁਣ ਫਿਰ ਕਹਿੰਦੇ ਨਹੀਂ ਆਪਣੀ ਜਨਵਰੀ ਦੇ ਹੋਏ ਮਈ ਤੇ ਜਾਵੜੇ। ਉਹ ਤਾਂ ਕਾਲਜ ਤੋਂ ਪਤਾ ਕਰਨਾ ਪਊਗਾ ਜੀ, ਬਟ ਇਹ ਧਿਆਨ ਰੱਖਿਓ ਕਿ ਜਦ ਤੱਕ ਤੁਹਾਡੇ ਕੋਲ ਕਾਲਜ ਦੀ ਸਟਾਰਟ ਡੇਟ ਦੀ ਲੈਟਰ ਨਹੀਂ ਹੈਗੀ, ਉਹ ਟਰੈਵਲ ਨਾ ਕਰਨ। ਇਹ ਤਾਂ ਪੁੱਛਦਾ ਤਾਂ ਪੁੱਛਦੇ ਇਸ ਸਕੂਲ ਦਾ ਸੈਂਡ ਕਾ ਕਲਾਖਨ ਕੀ ਇੱਥੇ ਨਹੀਂ ਸੀ ਸੈਨਿਕਾ ਸਕਦਾ। ਕਾਲਜ ਹੋਏਗਾ। ਹਾਂਜੀ ਜਿਹੜਾ ਵੀ ਕਾਲਜ ਹੈ ਤੁਸੀਂ ਉਹਨਾਂ ਤੋਂ ਬਿਨਾ ਅਨਫੋਰਚੂਨੇਟਲੀ ਮਤਲਬ ਅਸੀਂ ਵੀ ਕੁਝ ਨਹੀਂ ਕਰ ਸਕਦੇ, ਇਮੀਗ੍ਰੇਸ਼ਨ ਵਾਲੇ ਵੀ ਨਹੀਂ ਕੁਝ ਕਰ ਸਕਦੇ। ਬਸ ਇਮੀਗ੍ਰੇਸ਼ਨ ਵਾਲੇ ਇਹ ਕਰ ਸਕਦੇ ਆ ਕਿ ਜੇ ਮਈ ਦਾ ਕੋਰਸ ਹੈ, ਤੁਸੀਂ ਹੁਣ ਆ ਗਏ ਜਾਂ ਜਨਵਰੀ ਚ ਆ ਗਏ, ਤੁਹਾਨੂੰ ਵਾਪਸ ਜ਼ਰੂਰ ਭੇਜ ਸਕਦੇ ਆ। ਬਿਲਕੁਲ ਇਹ ਮਤਲਬ ਬੜੀ ਧਿਆਨ ਵਾਲੀ ਗੱਲ ਹੈ ਕਿ ਜਦੋਂ ਵੀ ਉਹਨਾਂ ਨੇ ਟਰੈਵਲ ਕਰਨਾ, ਕਾਲਜ ਦੀ ਆਫਰ ਲੈਟਰ ਤੁਹਾਡੇ ਕੋਲ ਹੋਣੀ ਚਾਹੀਦੀ ਕਿ ਕੋਰਸ ਕਦੋਂ ਸਟਾਰਟ ਹੋਣਾ। ਹਾਂ ਪਰ ਲੈਟ ਦੁਬਾਰਾ ਫੇਰ ਪਾ ਕੇ ਪੈਸਾ ਨਹੀਂ। ਹਾਂਜੀ ਉਹ ਕਾਲਜ ਨੂੰ ਪਤਾ ਚੱਲੂਗਾ। ਉਹ ਕਾਲਜ ਵਾਲੇ ਤੁਹਾਨੂੰ ਦੱਸਣਗੇ ਜੀ। ਕਾਲਜ ਵਾਲਿਆਂ ਨਾਲ ਕੰਟੈਕਟ ਕਰੋ, ਜਿਹੜੇ ਕੰਸਲਟੈਂਟ ਜਾਂ ਏਜੰਟ ਤੋਂ ਤੁਸੀਂ ਲਗਵਾਈ ਹੈ ਉਹਨਾਂ ਨਾਲ ਕਹਿ ਕੇ ਕਾਲਜ ਵਾਲਿਆਂ ਉੱਤੇ ਥੋੜਾ ਜਿਹਾ ਕਰੋ ਕਿ ਉਹ ਜਲਦੀ ਇਹਨਾਂ ਨੂੰ ਦੇਣ। ਥੈਂਕ ਯੂ ਜੀ, ਤੁਸੀਂ ਕਾਲ ਕੀਤੀ ਹੈ। ਪ੍ਰੋਗਰਾਮ 'ਚ ਨੈਕਸਟ ਕਾਲਰ ਜੁੜ ਗਏ ਨੇ, ਅਸੀਂ ਉਹ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ ਬੇਟੇ, ਤਾਂ ਮੈਂ ਆਪਣੇ ਬ੍ਰਾਂਕਨ ਤੋਂ ਬੋਲਦੀ ਹਾਂ। ਹਾਂਜੀ ਤੇ ਬੇਟੇ ਅੱਗੇ ਵੀ ਮੈਂ ਪੁੱਛਿਆ ਸੀ ਤੇ ਉਦੋਂ ਨਾ ਟੀਵੀ 'ਚ ਕੁਝ ਖਰਾਬੀ ਹੋ ਗਈ ਤੇ ਪਤਾ ਨਹੀਂ ਮੈਨੂੰ ਲੱਗਾ, ਤੇ ਆਪਣੇ ਇੰਡੀਆ ਪੁੱਛਣਾ ਸੀ ਅਸੀਂ ਦੋਤੇ ਬਾਰੇ ਵੀ, ਉਹ ਆਪਣੇ ਵੀ ਉਹਦੇ ਫਿੰਗਰਪ੍ਰਿੰਟ ਵੀ ਮੈਡੀਕਲ ਸਾਰਾ ਕੁਝ ਹੋਇਆ ਹੈ ਨਾ, ਤੇ ਮਈ ਦੇ ਵਿੱਚ ਹੋਈ ਸੀ ਪੜ੍ਹਾਈ, ਫਿਰ ਉਹਨਾਂ ਨੇ ਸਤੰਬਰ 'ਚ ਪਾਤੀ, ਹੁਣ ਜਨਵਰੀ 'ਚ ਕਰਤਾ ਹੈ ਨਾ, ਤੇ ਕਦੋਂ ਬੇਟੇ ਵੀਜ਼ਾ ਮਿਲੂਗਾ? ਵੀਜ਼ਾ ਸਟੂਡੈਂਟ ਵੀਜ਼ਾ ਦੀ ਕਦੋਂ ਦਾ ਅਪਲਾਈ ਕੀਤਾ ਹੋਇਆ ਜੀ ਤੁਸੀਂ? ਹਾਂਜੀ ਅਪਲਾਈ ਕੀਤਾ ਤਾਂ ਮਾਰਚ 'ਚ ਕੀਤਾ ਸੀ 20 ਦੇ ਵਿੱਚ, ਆਂਦਾ 21 ਵਿੱਚ। ਵੈਸੇ ਆ ਰਹੇ ਨੇ ਜੀ ਵੀਜ਼ੇ ਹੁਣ। ਵਾਂਸ ਅਗੇਨ ਉਹੀ ਤਰ੍ਹਾਂ ਦੀ ਗੱਲ ਆਈ ਹੈ ਕਿ ਕੇਸ ਟੂ ਕੇਸ ਡਿਪੈਂਡ ਕਰਦਾ ਹੈ। ਤੁਸੀਂ ਜਿਹੜੇ ਏਜੰਟ ਤੋਂ ਅਪਲਾਈ ਕੀਤਾ ਸੀ ਉਹਨਾਂ ਨੂੰ ਕਹੋ ਚੈੱਕ ਕਰਨ ਉਹ। ਹਾਂਜੀ ਕੀਤੇ ਸੀ ਪਰ ਉਹ ਏਦਾਂ ਹੀ ਦਾਰਾ ਹੀ ਲਾਈ ਜਾਂਦੇ। ਹੁਣ ਗਾਂ ਜਨਵਰੀ 'ਚ ਕਰ ਦਿੱਤੀ ਇਹਦੀ ਪੜ੍ਹਾਈ, ਤੇ ਪਹਿਲਾਂ ਉਹਦਾ ਪਿਛਲੇ ਮਹੀਨੇ 'ਚ ਹੋਣੀ ਸੀ ਪੜ੍ਹਾਈ, ਤੇ ਪਹਿਲਾਂ ਮਈ 'ਚ ਹੋਣੀ ਸੀ, ਤੇ ਗਾਂ ਕਰਤਾ 2-3 ਵਾਰੀ ਸਕੂਲ ਗਾਂ ਕਰ ਦਿੱਤਾ। ਹਾਂਜੀ ਜੀ ਇਹ ਹੋ ਰਿਹਾ। ਆਪਾਂ ਟੀਵੀ ਸਕਰੀਨ ਤੇ ਤੁਹਾਨੂੰ ਆਨਸਰ ਦੇ ਰਹੇ ਹਾਂ ਜੀ, ਤੁਸੀਂ ਆਨਸਰ ਸੁਣ ਲਿਓ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ। ਸਰ ਦੂਸਰਾ ਹੀ ਬਿਲਕੁਲ ਸੇਮ ਕੇਸ ਆ ਰਿਹਾ, ਕਾਲਜ ਵਾਲਿਆਂ ਵੱਲੋਂ ਇੰਨੀ ਜ਼ਿਆਦਾ ਕੀਤੀ ਜਾ ਰਹੀ ਹੈ। ਉਹ ਹੋ ਰਹੀ ਹੈ ਜੀ ਅਨਫੋਰਚੂਨੇਟਲੀ। ਡਿਫਰੈਂਟ ਕਾਲਜ ਦਾ ਕੀ ਹੈ ਕਿ ਕਿਸੇ ਨੇ ਤਾਂ ਆਨਲਾਈਨ ਕੀਤਾ ਹੋਇਆ, ਕਿਉਂਕਿ ਕਈ ਟਰੈਵਲ ਨਹੀਂ ਕਰ ਪਾ ਰਹੇ ਸੀ ਪਹਿਲਾਂ, ਆਪਣੀ ਰਿਸਟ੍ਰਿਕਸ਼ਨ ਤਾਂ ਹੁਣ ਖੁੱਲੀ ਹੈ, ਠੀਕ ਹੈ। ਕੀ ਸੀਗਾ ਜਦੋਂ ਥਰਡ ਕੰਟਰੀ ਤੋਂ ਟਰੈਵਲ ਕਰਦੇ ਸੀਗੇ, ਕਈ ਸਟੂਡੈਂਟਸ ਵਾਪਸ ਚਲੇ ਗਏ, ਪੂਰੇ ਡਾਕੂਮੈਂਟਸ ਹੀ ਹੁੰਦੇ ਸੀ। ਹੁਣ ਉਹਦੇ ਨਾਲ ਕੀ ਹੈ ਕਿ ਕਾਲਜਸ ਵਾਲੇ ਵੀ ਕਾਫੀ ਜਿਹੜੇ ਹੈਗੇ ਆ ਦੇ ਆਰ ਉਹ ਆਪਣੇ ਆਪ ਹੀ ਕਲੀਅਰ ਨਹੀਂ ਹੈਗੇ ਕਿ ਸਾਡੇ ਕੋਲ ਹੁਣ ਸਤੰਬਰ 'ਚ ਕਿੰਨੇ ਬੱਚੇ ਆਏ ਆ ਜਾਂ ਜਨਵਰੀ 'ਚ ਕਿੰਨੇ ਆਣੇ ਆ। ਫਿਰ ਉਹ ਜਿਹੜੇ ਬੱਚੇ ਨਹੀਂ ਵੀਜ਼ਾ ਆਇਆ ਉਹਨੂੰ ਫਿਰ ਡੈਫਰ ਕਰ ਰਹੇ ਨੇ, ਠੀਕ ਹੈ। ਨਾਟ ਆਲ ਦਾ ਕੇਸਿਸ ਬਟ ਕੁਝ ਕੇਸਿਸ ਵਿੱਚ। ਹੁਣ ਜਿਵੇਂ ਸਾਡੇ ਕਈ ਕਾਲਜਸ ਹੈਗੇ, ਸਾਨੂੰ ਤਕਰੀਬਨ ਹਰ ਹਫਤੇ ਕਾਲਜ ਆਉਂਦੇ ਆ ਕਿ ਸਾਨੂੰ ਅਪਡੇਟ ਕਰੋ ਕਿ ਕਿੰਨੇ ਵੀਜ਼ੇ ਤੁਹਾਡੇ ਅਪਲਾਈ ਕੀਤੇ, ਕਿੰਨੇ ਲੱਗ ਗਏ, ਤਾਂ ਕਿ ਉਸ ਹਿਸਾਬ ਨਾਲ ਉਹ ਕਰ ਸਕਣ। ਬਟ ਦ ਥਿੰਗ ਹੈਗੀ ਇਹਦੇ ਵਿੱਚ ਕਿ ਕਲਾਇੰਟ ਨੂੰ ਪੂਰਾ ਹੱਕ ਹੈਗਾ ਕਿ ਉਹ ਏਜੰਟ ਤੋਂ ਵੀ ਪਤਾ ਕਰੇ
ਠੀਕ ਹੈ, ਜਿੱਥੋਂ ਐਡਮਿਸ਼ਨ ਲਈ ਹੈ ਕਿ ਕੀ ਸਟੇਟਸ ਹੈ, ਤੇ ਦੂਸਰਾ ਜਿਹਨੇ ਵੀਜ਼ਾ ਅਪਲਾਈ ਕੀਤਾ। ਜੇ ਤੁਸੀਂ ਅਪ ਕੀਤਾ ਤਾਂ ਤੁਹਾਡੇ ਕੋਲ ਆਲਵੇਜ਼ ਰਾਈਟ ਹੈਗਾ, ਤੁਸੀਂ ਵੈਬ ਫਾਰਮ ਰੇਜ਼ ਕਰ ਸਕਦੇ ਹੋ। ਉਹ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਕਈ ਵਾਰੀ ਰਿਫਿਊਜ਼ ਹੋ ਜਾਂਦਾ ਹੈ, ਏਜੰਟਸ ਖੁਦ ਹੀ ਆਪਣੇ ਆਪ ਕੋਲ ਕਰੀ ਜਾ ਰਹੇ ਨੇ। ਤੇ ਕਰਨ ਜੀ ਅੱਜ ਕੱਲ ਇੰਨਾ ਜ਼ਿਆਦਾ ਹੋ ਰਿਹਾ ਕਿ ਆਈ ਐਮ ਸਰਪ੍ਰਾਈਜ਼ਡ, ਠੀਕ ਹੈ, ਕਿ ਕਲਾਇੰਟ ਸਾਨੂੰ ਦੱਸਦਾ ਕਿ ਇਸ ਏਜੰਟ ਤੋਂ ਕਰਾਇਆ ਸੀਗਾ, ਸਾਡਾ 3 ਵਾਰ ਰਿਫਿਊਜ਼ ਹੋ ਗਿਆ, ਸਾਡੇ ਕੋਲ 6 ਵਾਰ ਰਿਫਿਊਜ਼ ਹੋਏ ਆ। ਤੇ ਉਹ 6 ਰਿਫਿਊਜ਼ ਹੋਏ ਵੀ ਏਦਾਂ ਕਿ ਜਿਹੜਾ ਕੋਈ ਕਾਮਰਸ ਦਾ ਸਟੂਡੈਂਟ ਆ ਜਾਂ ਬੀਟੈਕ ਸਿਵਲ ਦੀ ਕੀਤੀ ਆ, ਉਹਨਾਂ ਨੂੰ ਹੈਲਥ ਦੇ ਪ੍ਰੋਗਰਾਮ ਚ ਪਾਇਆ ਹੋਇਆ, ਠੀਕ ਹੈ, ਤੇ ਐਸਓਪੀ ਮੇਰੀ ਚੱਕ ਕੇ ਤੁਹਾਡੀ ਲਗਾਤੀ, ਨਾਮ ਕੱਟ ਕੇ ਪਾਤਾ, ਠੀਕ ਹੈ। ਉਹ ਸਟੂਡੈਂਟ ਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਬੀਟੈਕ ਸਿਵਲ ਦੀ ਕੀਤੀ ਹੈ ਤੇ ਮੈਂ ਹੈਲਥ ਦਾ ਪ੍ਰੋਗਰਾਮ ਕਰ ਰਿਹਾ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਬ੍ਰੈਂਟਨ ਤੋਂ ਬੋਲ ਰਹੇ ਹਾਂ। ਹਾਂਜੀ, ਨੈਨੀ ਬਾਰੇ ਪਤਾ ਕਰਨਾ ਸੀ, ਕੀ ਪ੍ਰੋਸੀਜਰ ਹੈਗਾ ਨੈਨੀ ਦਾ? ਕਿਸ ਚੀਜ਼ ਦਾ ਕੀ ਕਰਨਾ ਚਾਹੁੰਦੇ ਹੋ? ਨੈਨੀ ਦਾ ਪ੍ਰੋਸੀਜਰ ਕਰਨਾ? ਨੈਨੀ ਦਾ ਮਤਲਬ ਨੈਨੀ ਦਾ ਕੋਰਸ ਕੀਤਾ ਹੈ ਇੰਡੀਆ ਤੋਂ ਉਹਨਾਂ ਨੇ, ਤੇ ਉਹਦੇ ਲਈ ਮਤਲਬ ਜਿੱਦਾਂ ਸਪਾਂਸਰ ਵੀ ਮਤਲਬ ਕੌਣ ਕਰ ਸਕਦਾ? ਸਰ ਇੱਕ ਮਿੰਟ ਲਈ ਹੋਲਡ ਕਰਿਓ ਜੀ, ਤੁਸੀਂ ਕੁਝ ਪੁੱਛਣਾ ਹੈ ਸਰ? ਮੈਂ ਵੈਸੇ ਇੱਕ ਦੱਸ ਦਿਨਾਂ ਨੂੰ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਜੀ ਵੀ ਮਤਲਬ ਮੇਰੇ ਬ੍ਰਦਰ ਦਾ ਨਾ ਰਜਿਸਟਰੀ ਵੀਜ਼ਾ ਲੱਗਾ ਹੋਇਆ ਸੀ, ਮੇਰੇ ਦੋਨੋਂ ਬੇਟੇ ਇੱਥੇ ਹੈਗੇ ਨੇ ਪੀਆਰ, ਤੇ ਉਹਨਾਂ ਸੁਪਰ ਵੀਜ਼ਾ ਕਨਵਰਟ ਕਰਵਾਉਣਾ ਮੰਗਦੇ ਨੇ, ਉਹ ਕਿਵੇਂ ਹੋ ਸਕਦਾ ਤੇ ਉਹਦੇ ਲਈ ਕਿੰਨਾ ਕੁ ਮਤਲਬ ਟਾਈਮ ਪੀਰੀਅਡ ਹੋਣਾ ਚਾਹੀਦਾ ਪਾਸਪੋਰਟ ਤੇ? ਉਹ ਇੰਡੀਆ ਚ ਨੇ ਜੀ ਤੁਹਾਡੇ ਬ੍ਰਦਰ? ਕਿ ਹੁਣ ਚਲੇ ਗਏ ਨੇ ਜੀ, ਉਹ ਇੰਡੀਆ ਰਹਿ ਕੇ ਗਏ ਨੇ ਇੱਥੇ ਬੱਚਿਆਂ ਕੋਲ, ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕੁਐਸਚਨ ਚੇਂਜ ਕਰਾ, ਤੇ ਉਹ ਮੈਨੂੰ ਤੁਸੀਂ ਜਵਾਬ ਦਿਓਗੇ? ਇੱਕ ਮਿੰਟ ਲਈ ਹੋਲਡ ਕਰਿਓ, ਆਪਾਂ ਨੂੰ ਕੁਝ ਪੁੱਛਣਾ। ਠੀਕ ਹੈ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਬ੍ਰਾਂਟਨ ਤੋਂ ਪਹਿਲਾਂ ਜਿਨ੍ਹਾਂ ਨੇ ਨੈਨੀ ਪ੍ਰੋਸੈਸ ਦੇ ਬਾਰੇ ਚ ਗੱਲ ਕੀਤੀ ਸੀ, ਉਹਦਾ ਆਪਾਂ ਹੁਣ ਡਿਸਕਸ ਕਰਾਂਗੇ। ਪਹਿਲਾਂ ਆਪਾਂ ਇਹਨਾਂ ਦਾ ਵਿਜ਼ਟਰ ਵੀਜ਼ਾ ਵਾਲਿਆਂ ਦਾ। ਹਾਂਜੀ, ਦੇਖੋ ਤੁਸੀਂ ਕਹਿ ਰਹੇ ਹੋ ਕਿ ਵਿਜ਼ਟਰ ਵੀਜ਼ੇ ਨੂੰ ਸੁਪਰ ਵੀਜ਼ਾ ਚ ਕਨਵਰਟ ਕਰਨਾ, ਠੀਕ ਹੈ। ਇੱਕ ਮੈਂ ਪਹਿਲਾਂ ਕਲੀਅਰ ਕਰਦਾ ਕਿ ਜਿਹੜਾ ਸੁਪਰ ਵੀਜ਼ਾ ਹੈਗਾ ਉਹ ਵੀ ਵਿਜ਼ਿਟ ਵੀਜ਼ਾ ਹੀ ਆ, ਠੀਕ ਹੈ। ਫਰਕ ਉਹਦੇ ਚ ਇਹ ਹੈ ਕਿ ਉਹ ਚ 2 ਸਾਲ ਵਾਸਤੇ ਰਹਿ ਸਕਦੇ ਆ, ਜਿਹੜਾ ਵੈਸੇ ਰੈਗੂਲਰ ਵਿਜ਼ਟਰ ਵੀਜ਼ਾ ਉਹ ਚ 6 ਮਹੀਨੇ ਵਾਸਤੇ ਰਹਿ ਸਕਦੇ ਆ। ਹੁਣ ਜੇ ਇਹਨਾਂ ਕੋਲ ਵਿਜ਼ਿਟ ਵੀਜ਼ਾ ਆਲਰੇਡੀ ਹੈਗਾ, ਠੀਕ ਹੈ, ਤੇ ਇਹ ਕੈਨੇਡਾ ਟਰੈਵਲ ਕਰ ਸਕਦੇ ਆ, ਤੇ ਆਈ ਵੁੱਡ ਸੁਜੈਸਟ ਕਿ ਕੈਨੇਡਾ ਆ ਜਾਣ ਆਪਣਾ, ਠੀਕ ਹੈ। ਫਿਰ ਇਹ ਸੁਪਰ ਵੀਜ਼ੇ ਦੀ ਰਿਕੁਆਇਰਮੈਂਟ ਜਿਵੇਂ ਹੁੰਦੀ ਹੈ, ਇੰਸ਼ੋਰੈਂਸ ਹੈ, ਤੇ ਆਪਣੇ ਫੰਡ ਸ਼ੋ ਕਰਨ, ਤੇ ਉਹ ਵਿਜ਼ਟਰ ਰੈਕੋਰਡ 2 ਸਾਲ ਦਾ ਮਿਲ ਜੂਗਾ ਇਹਨਾਂ ਨੂੰ, ਠੀਕ ਹੈ। 2 ਸਾਲ ਦਾ ਮਿਲ ਜੂਗਾ, ਉਹ ਤੋਂ ਬਾਅਦ ਫਿਰ ਐਕਸਟੈਂਡ ਕਰਾ ਲੈਣ ਵੈਨਐਵਰ ਦੇ ਵਾਂਟ। ਹੁਣ ਜੇ ਤੁਸੀਂ ਇੰਡੀਆ ਤੋਂ ਅਪਲਾਈ ਕਰਨਾ, ਉਹ ਫਿਰ ਪ੍ਰੋਸੈਸ ਸੇਮ ਹੋਊਗਾ। ਇਹਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ ਕਿ ਤੁਸੀਂ ਸੁਪਰ ਵੀਜ਼ੇ ਤੇ ਹੀ ਆਣਾ, ਠੀਕ ਹੈ। ਤੁਸੀਂ ਨਾਰਮਲ ਵੀਜ਼ੇ ਤੇ ਵੀ ਇੱਥੇ ਆ ਸਕਦੇ ਹੋ, ਰੈਗੂਲਰ ਵੀਜ਼ੇ ਤੇ ਐਕਸਟੈਂਡ ਕੀਤਾ, ਇੱਥੇ ਆ ਕੇ ਤੁਸੀਂ ਵਿਜ਼ਟਰ ਰੈਕੋਰਡ ਲੈ ਸਕਦੇ ਹੋ, ਠੀਕ ਹੈ, ਠੀਕ ਹੈ। ਉਹ 2 ਸਾਲ ਦਾ ਮਿਲ ਜੂਗਾ, ਪ੍ਰੋਵਾਈਡਡ ਤੁਸੀਂ ਇੰਸ਼ੋਰੈਂਸ ਦੇ ਦਿਓ ਨਾਲ, ਠੀਕ ਹੈ, ਤੇ ਆਪਣੇ ਫੰਡਸ ਦਿਖਾ ਦਿਓ। ਜੀ ਬਿਲਕੁਲ। ਤੇ ਆਪਾਂ ਨੈਨੀ ਦੇ ਬਾਰੇ ਵਿੱਚ ਸਰ ਗੱਲ ਕਰ ਰਹੇ ਸੀ, ਉਹ ਗੱਲ ਦੇ ਉੱਤੇ ਜ਼ਰੂਰ ਪਹੁੰਚੀਏ ਆਪਾਂ, ਕਿਉਂਕਿ ਦਰਸ਼ਕ ਵੀ ਸਾਨੂੰ ਇਹ ਸਵਾਲ ਕਰ ਰਹੇ ਨੇ ਨੈਨੀ ਦੇ ਪ੍ਰੋਸੈਸ ਦੇ ਬਾਰੇ ਵਿੱਚ, ਕਿ ਦੂਜਾ ਹੋਮ ਸਪੋਰਟ ਵਰਕਰ ਦੇ ਵਿੱਚ ਕੀ ਡਿਫਰੈਂਸ ਹੈਗਾ? ਨੈਨੀ ਦੇ ਚਲੋ ਇਹਨਾਂ ਦਾ ਵੀ ਆਇਆ, ਸਾਨੂੰ ਵੀ ਬਹੁਤ ਫੋਨ ਆਉਂਦੇ ਆ। ਨੈਨੀ ਦਾ ਪਹਿਲਾਂ ਹੁੰਦਾ ਸੀ, ਜਿਵੇਂ ਦੱਸ ਰਹੇ ਸੀ ਕਿ ਨੈਨੀ ਦਾ ਕੋਰਸ ਕੀਤਾ ਹੋਇਆ। ਹੁਣ HCCP ਕੀ ਹੈ? ਇੱਕ ਹੋਮ ਚਾਈਲਡ ਕੇਅਰ ਟਾਇਲਟ ਪਾਇਲਟ, ਇਹਨਾਂ ਨੇ ਗਵਰਨਮੈਂਟ ਦਾ ਇਹ 5 ਸਾਲ ਦਾ ਪ੍ਰੋਜੈਕਟ ਹੈ ਕਿ 2 ਸਾਲ ਬੰਦਾ ਇੱਥੇ ਕੰਮ ਕਰੂਗਾ, 2 ਸਾਲ ਬਾਅਦ ਫਿਰ ਉਹ PR ਵਾਸਤੇ ਐਲੀਜੀਬਲ ਹੋ ਜਾਊਗਾ। ਦੋਨੋਂ ਐਪਲੀਕੇਸ਼ਨਾਂ ਇਕੱਠੀਆਂ ਲੱਗਦੀਆਂ, ਠੀਕ ਹੈ। ਤੇ ਇਹ ਜਿਹੜਾ ਹੁਣ HCCP ਦੇ ਵਿੱਚ ਓਪਨ ਵਰਕ ਪਰਮਿਟ ਲੱਗਦਾ 3 ਸਾਲ ਦਾ, ਜਿਹੜਾ ਪਹਿਲਾਂ ਨੈਨੀ ਦਾ ਲੱਗਦਾ ਸੀ ਉਹ ਹੁੰਦਾ ਸੀ EMPLOYER ਸਪੈਸੀਫਿਕ, ਠੀਕ ਹੈ। ਜੇ ਮੈਂ ਉਹਨੂੰ LM ਇਸ਼ੂ ਕੀਤੀ ਹੈ ਤਾਂ ਉਹ ਮੇਰੇ ਕੋਲ ਹੀ ਕੰਮ ਕਰੂਗੇ, ਠੀਕ ਹੈ, ਤੁਹਾਡੇ ਕੋਲ ਨਹੀਂ ਕਰ ਸਕਦੇ। ਹੁਣ HCCP ਚ ਕੀ ਹੈ ਕਿ ਮੈਂ ਉਹਨਾਂ ਨੂੰ ਬੁਲਾ ਲਿਆ, ਨਾਮ EMPLOYER ਦਾ ਮੇਰਾ ਹੋਊਗਾ, ਬਟ ਉਹ ਓਪਨ ਵਰਕ ਪਰਮਿਟ ਹੋਊਗਾ, ਉਹ ਮੇਰੇ ਕੋਲ ਵੀ ਕੰਮ ਕਰ ਸਕਦੇ, ਕਿਸੇ ਹੋਰ ਕੋਲ ਵੀ ਕੰਮ ਕਰ ਸਕਦੇ, ਬਟ AC ਨੌਕ ਵਿੱਚ ਸਿਰਫ, ਹਾਂਜੀ, ਸੇਫ ਨੌਕ ਕੋਡ ਨਹੀਂ ਚੇਂਜ ਕਰ ਸਕਦੇ, EMPLOYER ਚੇਂਜ ਕਰ ਸਕਦੇ ਆ। ਹੁਣ ਆਪਾਂ ਲਈ ਗੱਲ ਕਰਦੇ ਹਾਂ, ਆਪਾਂ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਪੁੱਛਣਾ ਸੀਗਾ ਜਿਹੜੇ ਇਹਨੇ ਟਰੱਕ ਡਰਾਈਵਰਾਂ ਦੀਆਂ ਪੋਸਟਾਂ ਇੱਥੇ ਕਹਿੰਦੇ ਬਹੁਤ ਜ਼ਿਆਦਾ ਹੈ, ਤੇ ਉਹ ਜਿਹੜੇ ਟਰੱਕ ਡਰਾਈਵਰ ਹੈ ਜਿਹੜੇ ਮੰਗਾਉਂਦੇ ਆ, ਉਹਨਾਂ ਦਾ ਤਾਂ ਕੋਈ ਕਦੇ ਫੋਨ ਨੰਬਰ ਨਹੀਂ ਦਿੱਤਾ, ਪਰ ਜਿਹੜੇ ਇਮੀਗ੍ਰੇਸ਼ਨ ਵਾਲੇ ਇੰਡੀਆ 'ਚ ਹੈਗੇ ਆ ਉਹ ਉਹਨਾਂ ਨੂੰ ਬੜੇ ਲੁੱਟ ਰਹੇ ਆ। ਤੁਸੀਂ ਸਿੱਧਾ ਦੱਸ ਸਕਦੇ ਹੋ ਕਿਹੜੀ ਕੰਪਨੀ ਮੰਗਾਉਂਦੀ ਹੈ ਟਰੱਕ ਡਰਾਈਵਰ? ਟੀਵੀ ਸਕਰੀਨ ਤੇ ਆਨਸਰ ਦਈਏ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਇਹ ਸਰ ਖਾਸ ਤੌਰ ਤੇ ਟਰਕਿੰਗ ਹੀ ਨਹੀਂ, ਵੇਅਰ ਹਾਊਸ ਦੀਆਂ ਜੌਬਸ ਨੂੰ ਲੈ ਕੇ ਵੀ ਐਵੇਂ ਦੀ ਬਹੁਤ ਸਾਰੀਆਂ ਆਉਂਦੀਆਂ ਨੇ, ਉੱਥੇ ਐਡਵਰਟਾਈਜ਼ਮੈਂਟਸ ਆਉਂਦੀਆਂ ਨੇ ਕਿ ਬੰਦਿਆਂ ਦੀ ਲੋੜ ਹੈ, ਸੋ ਕੰਪਨੀ ਦਾ ਪਤਾ ਨਹੀਂ ਹੁੰਦਾ ਕਿਹੜੀ ਹੁੰਦੀ ਆ। ਮੈਂ ਚਾਹੁੰਦੀ ਹਾਂ ਕਿ ਇਹਦੇ ਬਾਰੇ ਥੋੜਾ ਆਪਾਂ ਖੁੱਲ ਕੇ ਗੱਲ ਜ਼ਰੂਰ ਕਰੀਏ। ਬਿਲਕੁਲ, ਮੈਂ ਬੜਾ ਅੱਛਾ ਇਹਨਾਂ ਨੇ ਕੁਐਸਚਨ ਪੁੱਛਿਆ, ਮੈਂ ਬਹੁਤ ਚਾਹੁੰਦਾ ਕਿ ਅਵੇਅਰਨੈਸ ਹੋਵੇ। ਆਪਾਂ ਟਰੱਕ ਡਰਾਈਵਰ ਤੋਂ ਸ਼ੁਰੂ ਕਰਦੇ ਹਾਂ। ਟਰੱਕ ਡਰਾਈਵਰ ਦੀਆਂ ਜੌਬਸ ਹੈ ਜਿਹੜੀਆਂ ਤੁਸੀਂ ਜੌਬ ਬੈਂਕ ਤੇ ਦੇਖ ਸਕਦੇ ਹੋ, ਉਹ ਗਵਰਨਮੈਂਟ ਦੀ ਸਾਈਟ ਹੈ, ਤੁਸੀਂ ਜੌਬ ਬੈਂਕ ਤੇ ਦੇਖੋ, ਤੁਹਾਨੂੰ ਉੱਥੇ ਸਾਰੀ ਡਿਟੇਲ ਹੋਊਗੀ ਟਰੱਕ ਡਰਾਈਵਰ
ਐਂਟਰ ਕਰੋਗੇ ਓਨਟਾਰੀਓ ਬਰੈਂਪਟਨ ਉਹ ਲਿਸਟ ਆ ਜਾਊਗੀ ਤੁਸੀਂ ਉਹਨਾਂ ਨੂੰ ਡਾਇਰੈਕਟ ਅਪਲਾਈ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਤੁਹਾਨੂੰ ਇੰਡੀਆ 'ਚ ਕਿਸੇ ਕੋਲ ਜਾਣ ਦੀ ਲੋੜ ਨਹੀਂ ਤੁਸੀਂ ਡਾਇਰੈਕਟ ਅਪਲਾਈ ਕਰ ਸਕਦੇ ਹੋ ਉਹਦੀ ਰਿਕੁਆਇਰਮੈਂਟਸ ਤੁਸੀਂ ਫੁੱਲਫਿਲ ਕਰਦੇ ਹੋ ਠੀਕ ਹੈ ਨੋ ਡਾਊਟ ਟਰੱਕ ਡਰਾਈਵਰ ਬਹੁਤ ਚਾਹੀਦੀ ਹੈ ਇੱਥੇ ਠੀਕ ਹੈ ਬਟ ਆਈ ਵੁੱਡ ਸੁਜੈਸਟ ਕਿ ਤੁਸੀਂ ਡਾਇਰੈਕਟ ਜੌਬ ਬੈਂਕ ਤੇ ਜਾਓ ਉੱਥੇ ਅਪਲਾਈ ਕਰੋ ਜੇ ਇਮੀਗ੍ਰੇਸ਼ਨ ਦੀ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਦੈਨ ਯੂ ਨੀਡ ਮੀ ਔਰ ਸਮਵਨ ਐਲਸ ਬਟ ਜੌਬ ਅਪਲਾਈ ਕਰਨ ਵਾਸਤੇ ਤੁਹਾਨੂੰ ਕਿਸੇ ਦੀ ਲੋੜ ਨਹੀਂ ਠੀਕ ਹੈ ਤੁਹਾਨੂੰ ਕਿਸੇ ਦੀ ਪੁੱਛਣ ਦੀ ਲੋੜ ਨਹੀਂ ਹੁਣ ਦੂਸਰਾ ਆ ਗਿਆ ਵੇਅਰ ਹਾਊਸ ਦਾ ਠੀਕ ਹੈ ਹੁਣ ਵੇਅਰ ਹਾਊਸ ਦੀ ਤਾਂ ਇੰਨੀਆਂ ਜੌਬਸ ਉੱਥੇ ਹੈਗੀਆਂ ਪੈਕਰ ਚਾਹੀਦੇ ਆ ਕਈ ਵਾਰ ਤਾਂ ਸਾਡੇ ਕੋਲ ਇਹੋ ਜਿਹੇ ਕਲਾਇੰਟ ਆਉਂਦੇ ਆ ਉਹ ਕਹਿੰਦੇ ਕਿ ਅਸੀਂ 50,000 ਇੱਥੇ ਲਵਾਂਗੇ ਬਾਕੀ ਥੋੜੀ ਤਨਖਾਹ ਚੋਂ ਕੱਟ ਲਾਂਗੇ ਬਿਲਕੁਲ ਨਾਲੇ ਵੀ ਕਹਿੰਦਾ ਹੁੰਦਾ ਉੱਥੇ ਰਹਿਣਾ ਵੀ ਫ੍ਰੀ ਹੈ ਥੋੜਾ ਸਭ ਕੁਝ ਫ੍ਰੀ ਹੈ ਤੁਹਾਨੂੰ ਬਸ ਪਹੁੰਚੋ ਸਹੀ ਬੈਗ ਹੁਣ ਜਿੱਥੇ ਉਹ ਕਹਿੰਦੇ ਆ ਕਿ ਅਸੀਂ ਥੋੜੀ ਤਨਖਾਹ ਚੋਂ ਕੱਟ ਲਾਂਗੇ ਤੇ ਮੈਂ ਉਹਨਾਂ ਨੂੰ ਦੱਸਾਂ ਇਹ ਤਾਂ ਕੈਨੇਡਾ ਦਾ ਰੂਲ ਹੀ ਨਹੀਂ ਆ ਕਿ ਤੁਸੀਂ EMPLOYE ਤੋਂ ਕੁਝ ਪੈਸੇ ਲੈ ਸਕਦੇ ਹੋ ਠੀਕ ਹੈ ਕਿ ਫਿਰ ਉਹਨਾਂ ਨੇ 4 ਲੱਖ 5 ਲੱਖ 10 ਲੱਖ ਕਿਉਂ ਦੇਣੇ ਆ ਤੇ ਥੋੜੀ ਅਵੇਅਰਨੈਸ ਚਾਹੀਦੀ ਹੈ ਜਦੋਂ ਵੀ ਤੁਹਾਨੂੰ ਹੈਗਾ ਤੁਸੀਂ ਕੈਨੇਡਾ ਪੁੱਛੋ ਜੌਬ ਬੈਂਕ ਤੁਸੀਂ ਨੋਟ ਕਰ ਲਓ ਜੇ ਤੁਸੀਂ ਤੁਹਾਨੂੰ ਡਿਟੇਲ ਚਾਹੀਦੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਠੀਕ ਹੈ ਜੌਬ ਬੈਂਕ ਤੇ ਜਾਓ ਉੱਥੇ ਇਹ ਗਵਰਨਮੈਂਟ ਦੀ ਸਾਈਟ ਹੈ ਪ੍ਰਾਈਵੇਟ ਸਾਈਟ ਤੇ ਵੀ ਜਾ ਸਕਦੇ ਹੋ ਇੰਡੀਡ ਹੋ ਗਈ ਮੌਨਸਟਰ ਹੋ ਗਈ ਪਰ ਜੌਬ ਬੈਂਕ ਤੇ ਜਾ ਕੇ ਉੱਥੇ ਜਾ ਕੇ ਅਪਲਾਈ ਕਰੋ ਤੁਹਾਡੇ ਕੋਲ ਇੰਡੀਆ 'ਚ ਕਿਸੇ ਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਬਿਲਕੁਲ ਜੀ ਗੱਲ ਕਰਾਂਗੇ ਦਰਸ਼ਕ ਜੁੜ ਗਏ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਕੁਐਸਚਨ ਪੁੱਛਣਾ ਸੀਗਾ ਸਰ ਤੋਂ ਹਾਂਜੀ ਕਿ ਨੌਕਰੀਆਂ ਦਾ ਅਪਲਾਈ ਕੀਤਾ ਹੋਇਆ ਐਨਓਸੀ ਹੈਗਾ 4411 ਤੇ ਮਤਲਬ ਜਦੋਂ ਹੁਣ ਮੇਰਾ ਆਲਰੇਡੀ ਅਪਲਾਈ ਕੀਤਾ ਹੋਇਆ ਹੁਣ ਮੇਰਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਤੇ ਓਪਨ ਵਰਕ ਪਰਮਿਟ ਵਾਸਤੇ ਮੈਂ ਅਪਲਾਈ ਕੀਤਾ ਹੋਇਆ ਤੇ ਮੈਂ ਅੱਜ ਵੇਟਿੰਗ ਟਾਈਮ ਹੈਗਾ ਇਸ ਟਾਈਮ 'ਚ ਮੈਂ ਕਿਤੇ ਹੋਰ ਕਰ ਸਕਦੀ ਹਾਂ ਕਿਸੇ ਹੋਰ ਇੰਪਲਾਇਰ ਦੇ ਅੰਦਰ ਲਾਈਕ ਸੇਮ ਐਨਓਸੀ ਰੱਖ ਕੇ ਤੇ ਕਿਸੇ ਹੋਰ ਇੰਪਲਾਇਰ ਦੇ ਨਾਲ ਕਰ ਸਕਦੇ ਹਾਂ ਕਿ ਮੈਨੂੰ ਆਪਦੇ ਉਸ ਨਾਲ ਹੀ ਕਰਨਾ ਪੈਣਾ ਕਿਉਂਕਿ ਜਿਹੜਾ ਉਹਨਾਂ ਨੇ IRCC ਨੇ ਜਿਹੜਾ ਮੈਨੂੰ ਲੈਟਰ ਦਿੱਤਾ ਉਹ 'ਚ ਮੇਰੀ ਐਕਸਟੈਂਸ਼ਨ ਪਾਈ ਹੋਈ ਹੈ ਵਰਕ ਪਰਮਿਟ ਦੀ ਅੰਟਿਲ 12 ਦਸੰਬਰ ਤੱਕ ਕੁਝ ਪੁੱਛਣਾ ਮੈਂ ਸੁਣਿਆ ਤੁਸੀਂ TRPR 'ਚ ਅਪਲਾਈ ਕੀਤਾ ਹੋਇਆ ਹਾਂਜੀ ਹਾਂਜੀ TR2PR ਹਾਂਜੀ ਹਾਂ ਇਹ ਥੋੜਾ ਓਪਨ ਵਰਕ ਪਰਮਿਟ ਦੇ ਸੀਗੇ ਨਾ ਪਹਿਲਾਂ ਤੁਸੀਂ ਹੁਣ ਤੁਸੀਂ ਜਿਸ EMPLOYE ਕੋਲ ਆਏ ਉੱਥੇ ਕੰਮ ਕਰੋ ਤਾਂ ਬੈਟਰ ਹੈ ਜੀ ਓਕੇ ਤੇ ਵੈਸੇ ਹੋਰ ਕਿਤੇ ਕਰ ਨਹੀਂ ਸਕਦੇ ਹੈਗੇ ਲਾਈਕ ਕੋਈ ਪ੍ਰੋਬਲਮ ਆਉਗੀ ਜੇ ਕਿਤੇ ਹੋਰ ਕੀਤਾ ਨਹੀਂ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਨੌਕਆਊਟ ਨਾ ਚੇਂਜ ਕਰਿਓ ਇਸੇ ਨੌਕਆਊਟ ਵਿੱਚ ਕਰਿਓ ਹਾਂਜੀ ਹਾਂ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਕਾਲ ਕੀਤੀ ਥੈਂਕ ਯੂ ਜੀ ਥੈਂਕ ਯੂ ਕਾਲ ਕਰਨ ਦੇ ਲਈ ਸਰ ਜਿਹੜੇ ਜੌਬ ਬੈਂਕ ਦੇ ਉੱਤੇ ਹੁੰਦੀਆਂ ਨੇ ਅਪਲਾਈ ਕੀਤੀਆਂ ਹੁੰਦੀਆਂ ਪੋਸਟ ਵਗੈਰਾ ਹੁੰਦੀਆਂ ਨੇ ਸੋ ਇਹ ਸਿਰਫ ਉਹੀ ਦਿੰਦੇ ਆ ਜਿਨ੍ਹਾਂ ਨੂੰ ਵਿਦੇਸ਼ੀ ਕਾਮਿਆਂ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਇਹ ਹਰ ਕੰਪਨੀ ਦੇ ਸਕਦੀ ਹੈ ਹਰ ਕੰਪਨੀ ਦੇ ਸਕਦੀ ਹੈ ਬਟ ਉਹਦੇ ਚ ਨੀਚੇ ਬਿਲਕੁਲ ਬਾਟਮ ਤੇ ਲਿਖਿਆ ਹੁੰਦਾ ਕਿ ਉਹ ਜਿਹੜੇ ਬਾਹਰਲੇ ਦੀ ਐਕਸੈਪਟ ਕਰੂਗੇ ਐਪਲੀਕੇਸ਼ਨ ਕਿ ਨਹੀਂ ਕਰੂਗੇ ਠੀਕ ਹੈ ਜਿਹਦੇ ਚ ਨਹੀਂ ਲਿਖਿਆ ਉਹ ਆਬਵੀਅਸਲੀ ਉਹ ਪੀਆਰ ਤੇ ਸਿਟੀਜ਼ਨ ਨੂੰ ਕਰੂਗੇ ਜਿਹਦੇ ਚ ਲਿਖਿਆ ਹੋਇਆ ਕਿ ਦੇ ਵਿਲ ਐਕਸੈਪਟ ਐਪਲੀਕੇਸ਼ਨ ਫਰਮ ਓਵਰਸੀਜ਼ ਐਸ ਵੈਲ ਠੀਕ ਹੈ ਉਹਨਾਂ ਨੂੰ ਅਪਲਾਈ ਕਰ ਸਕਦੇ ਫਿਰ ਉਹਦਾ LMI ਦਾ ਪ੍ਰੋਸੈਸ ਹੁੰਦਾ ਡਿਪੈਂਡਿੰਗ ਔਨ ਦਾ ਕੰਟਰੀ ਕਿ ਜਿੱਥੇ ਤੁਸੀਂ ਹੈਗੇ ਹੋ ਤੇ ਉਹ ਫਿਰ ਸਾਰਾ ਅੱਗੇ ਪ੍ਰੋਸੈਸ ਉਹ ਕਰਦੇ ਫਿਰ ਉੱਥੇ ਤੁਹਾਨੂੰ ਇਮੀਗ੍ਰੇਸ਼ਨ ਰਿਪਰੈਜ਼ੈਂਟੇਟਿਵ ਦੀ ਇਮੀਗ੍ਰੇਸ਼ਨ ਲਾਇਰ ਦੀ ਲੋੜ ਪੈਂਦੀ ਹੈ ਉੱਥੇ ਤੁਸੀਂ ਲੋ ਬਟ ਜੌਬ ਵਾਸਤੇ ਤੁਹਾਨੂੰ ਲੋੜ ਨਹੀਂ ਹੈ ਤੇ ਆਪਾਂ ਗੱਲ ਕਰ ਸੀ ਨੈਨੀ ਦੇ ਬਾਰੇ ਵਿੱਚ ਤੇ ਤੁਸੀਂ ਦੱਸ ਰਹੇ ਸੀ ਕਿ ਜਿਹੜਾ EMPLOYE ਚੇਂਜ ਕਰਨ ਦੀ ਤੁਹਾਨੂੰ ਜਿਹੜੀ ਆ ਇਜਾਜ਼ਤ ਇੱਥੇ ਦੇ ਦਿੱਤੀ ਜਾਂਦੀ ਹੈ ਪਰ ਨੌਕਆਊਟ ਥੋੜੀ ਸੇਮ ਹੋਣੀ ਚਾਹੀਦੀ ਹੈ ਨੌਕਆਊਟ ਸੇਮ ਰਹੂਗਾ 3 ਸਾਲ ਦਾ ਤੁਹਾਨੂੰ ਵਰਕ ਪਰਮਿਟ ਮਿਲੂਗਾ 3 ਸਾਲਾਂ ਵਿੱਚੋਂ 2 ਸਾਲ ਤੁਸੀਂ ਜੇ ਕੰਮ ਕਰ ਲਿਆ 24 ਮੰਥਸ ਤੇ ਦੂਸਰੀ ਰਿਕੁਆਇਰਮੈਂਟ ਜਿਹੜੀ ਇਹਦੀ ਹੁੰਦੀ ਆ ਉਹ ਤੁਸੀਂ ਪਹਿਲਾਂ ਪੂਰੀ ਕਰਨੀ ਹੈ ਆਈਲਟਸ ਚਾਹੀਦਾ ਤੁਹਾਨੂੰ CLB5 ਤੇ +2 ਤੋਂ ਬਾਅਦ 1 ਸਾਲ ਦਾ ਕੋਰਸ ਹੋਵੇ ਠੀਕ ਹੈ ਹੁਣ ਜਿਵੇਂ ਇਹ ਦੱਸ ਰਹੇ ਸੀ ਕਿ ਨੈਨੀ ਦਾ ਕੋਰਸ ਕੀਤਾ ਹੋਇਆ ਹੁਣ ਜੇ ਤੁਸੀਂ 6 ਮਹੀਨੇ ਦਾ ਨੈਨੀ ਦਾ ਕੋਰਸ ਕੀਤਾ ਤੇ +2 ਕੀਤੀ ਹੈ ਫਿਰ ਤੁਸੀਂ ਇਸ ਪਾਇਲਟ ਵਿੱਚ PR ਨਹੀਂ ਤੁਹਾਨੂੰ ਮਿਲਣਾ ਓਕੇ ਠੀਕ ਹੈ ਮੈਂ ਉਹੀ ਕਹਿ ਰਿਹਾ ਕਿ ਨੈਨੀ ਮੈਨੂੰ ਲੱਗਦਾ ਕਿ ਨੈਨੀ ਚੇਂਜ ਕਰ ਦੇਣਾ ਚਾਹੀਦਾ ਕਲਾਇੰਟਸ ਨੂੰ ਵੀ ਥੋੜਾ ਕਿ ਪੜੋਗੇ HCCP ਹੋਮ ਚਾਈਲਡ ਕੇਅਰ ਪ੍ਰਾਈਵੇਟ ਪਾਇਲਟ ਉਹਦੀ ਰਿਕੁਆਇਰਮੈਂਟਸ ਹੈ +2 ਕੀਤੀ ਹੋਵੇ +2 ਦਾ 1 ਸਾਲ ਦਾ ਕੋਰਸ ਹੋਵੇ ਕੋਈ ਵੀ ਕੋਰਸ ਹੋਵੇ ਜੇ ਤੁਸੀਂ ਚਿਲਡਰਨ ਬੱਚਿਆਂ ਦੀ ਦੇਖਭਾਲ ਕਰਨ ਆਣਾ ਫਿਰ ਉਹ ਪ੍ਰੈਫਰੇਬਲ ਹੈ ਕਿ ਤੁਹਾਨੂੰ ਬੱਚਿਆਂ ਨੂੰ ਡੀਲ ਕਰਨ ਦਾ ਐਕਸਪੀਰੀਅੰਸ ਹੋਵੇ ਸਕੂਲ ਟੀਚਰ ਕ੍ਰੈਚ ਵਿੱਚ ਹੋਣ ਜਾਂ ਕਿਤੇ ਹੋਣ ਠੀਕ ਹੈ ਹੁਣ M.Com ਜੇ ਤੁਸੀਂ MPhil ਕੀਤੀ ਹੈ M.Com ਕੀਤੀ ਹੈ ਤੁਸੀਂ HCCP 'ਚ ਅਪਲਾਈ ਕਰ ਸਕਦੇ ਹੋ ਉਹ ਮਨਾ ਨਹੀਂ ਕਰਦੇ ਬਟ ਮੈਂ ਸੁਜੈਸਟ ਕਰੂੰਗਾ ਕਿ ਇਟਸ ਨਾਟ ਅ ਸਟਰੋਂਗ ਕੇਸ ਸਵਾਲ ਜ਼ਰੂਰ ਉੱਠਣਗੇ ਕਿ ਕਿਉਂ ਹੈ ਨਾ ਕਿ ਕਿਉਂ ਦੇਖੋ M.Com ਕੀਤੀ ਹੈ ਕਿ ਬੱਚੇ ਨਾਲ ਤਾਂ ਐਕਸਪੀਰੀਅੰਸ ਨਹੀਂ ਹੈ ਕਿ ਵਾਈ ਵੁੱਡ ਆਈ ਅਲਾਉ ਸਮਵਨ ਕਿ ਤੁਸੀਂ ਮੇਰੇ ਉਹਨੂੰ ਕਰੋ ਦੈਟ ਮੀਨਸ ਕਿ ਮੈਂ ਉਸ ਬੰਦੇ ਨੂੰ ਤਾਂ ਬੁਲਾ ਰਿਹਾ ਕਿ ਸਿਰਫ ਉਹਨੂੰ PR ਮਿਲ ਜਾਵੇ ਬਟ ਇਹ PR ਸੈਕੰਡਰੀ ਹੈ ਫਰਸਟ ਕੀ ਹੈ ਕਿ ਮੇਰੇ ਬੱਚਿਆਂ ਨੂੰ ਸਾਹਮਣਾ ਤੇ ਮੈਂ ਇੱਥੋਂ ਕਿਸੇ ਨੂੰ ਨਹੀਂ ਲੱਭ ਸਕਿਆ ਮੈਂ ਤਾਂ ਕਰਕੇ ਬਾਹਰੋਂ ਬੁਲਾ ਰਿਹਾ ਜੀ ਠੀਕ ਹੈ ਉਸੇ ਤਰ੍ਹਾਂ ਦੂਸਰਾ ਹੈ ਹੋਮ ਸਪੋਰਟ ਵਰਕਰ ਉਹਦੇ ਵਿੱਚ ਅੱਛੇ ਪ੍ਰੋਫਾਈਲ ਕਿਹੜੇ ਹੁੰਦੇ ਜਿਨ੍ਹਾਂ ਨੂੰ ਨਰਸਿੰਗ ਦਾ ਐਕਸਪੀਰੀਅੰਸ ਹੋਵੇ ਠੀਕ ਹੈ ਜਾਂ ਉਹਨਾਂ ਨੇ ਕਿਤੇ ਜਿਵੇਂ ਆਪਣੇ ਇੰਡੀਆ 'ਚ ਵਿਰਧ ਆਸ਼ਰਮ ਹੁੰਦੇ ਆ ਉੱਥੋਂ ਦਾ ਐਕਸਪੀਰੀਅੰਸ ਹੋਵੇ ਠੀਕ ਹੈ ਉਹ ਜ਼ਿਆਦਾ ਸਟਰੋਂਗ ਕੇਸ ਹੈ ਠੀਕ ਹੈ ਜੀ ਗੱਲ ਕਰਾਂਗੇ ਦਰਸ਼ਕ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਹੈਲੋ ਸਤਿ ਹਾਂਜੀ ਮੈਂ ਕਿਹਾ ਜੀ ਸਪਾਂਸਰ ਕਰਨ ਦਾ ਕਿੰਨੇ ਪੈਸੇ ਜਾਣਕਾਰ ਤੇ
ਕੌਣ ਸਰ ਸਵਾਲ ਕੀ ਹੈ ਤੁਹਾਡਾ? ਸਵਾਲ ਕੀ ਹੈ? ਸਵਾਲ ਹੈ ਜੀ ਇੰਡੀਆ ਤੋਂ ਸਪਾਂਸਰ ਕਰਨਾ। ਇੰਡੀਆ ਤੋਂ ਸਪਾਂਸਰ ਕਰਨਾ ਕਿਸ ਨੂੰ ਕਰਨਾ? ਕਿਸ ਬੇਸ ਦੇ ਉੱਤੇ ਕਰਨਾ? ਵਾਈਫ ਨੂੰ ਕਰਨਾ ਜੀ। ਵਾਈਫ ਨੂੰ ਕਰਨਾ ਆ। ਅੱਜ ਕਿਹਨੂੰ ਗੋਸ ਨਹੀਂ ਚਾਹੀਦੀ ਹੈ। ਤੁਹਾਡਾ ਸਟੇਟਸ ਕੀ ਹੈ ਜੀ ਉਰੇ? ਮਕਾਨ ਗਿਆ ਜੀ। ਨਹੀਂ ਇੱਥੇ ਪੀਆਰ ਹੋ ਜਾਂ ਤੁਸੀਂ ਵਰਕ ਪਰਮਿਟ ਤੇ ਹੋ? ਸਿਟੀਜ਼ਨ ਸਿਟੀਜ਼ਨ ਹੋ ਜੀ ਸਰ? ਕੁਝ ਮੈਂ ਕਹੂੰਗਾ ਕਿ ਜਾਂ ਮੇਰੇ ਨੂੰ ਜਾਂ ਕਿਸੇ ਨੂੰ, ਕਿਉਂਕਿ ਉਹ ਨੌਕ ਕੋਡ ਸਾਰੇ ਦੇਖੇਗਾ, ਕਿਸ ਨੌਕ ਕੋਡ 'ਚ ਕੀ ਹੈ, ਕਦੋਂ ਵਿਆਹ ਹੋਇਆ ਤੁਹਾਡਾ, ਸਾਰਾ ਕੁਝ ਦੇਖਣਾ ਪਊਗਾ। ਉਸ ਹਿਸਾਬ ਨਾਲ ਮਤਲਬ ਹੁਣ ਇਹ ਤਾਂ ਪੁੱਛ ਰਹੇ ਕਿ ਕਿੰਨੇ ਚਾਰजेस। ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਇਹਨਾਂ ਦਾ ਐਕਚੁਅਲ ਪੁੱਛਣ ਦਾ ਮਤਲਬ ਇਹ ਹੈ ਕਿ ਸਾਨੂੰ ਕੀ ਕੀ ਸ਼ੋ ਕਰਨਾ ਪੈਣਾ ਆ, ਕਿੰਨੇ ਫੰਡਸ ਸ਼ੋ ਕਰਨੇ ਪੈਣੇ ਆ, ਇਹਦੇ ਬਾਰੇ ਚ ਪੂਰੀ ਡਿਟੇਲ ਜਾਣਨਾ ਚਾਹੁੰਦੇ ਸਰ। ਤੁਹਾਡੀ ਫੈਮਿਲੀ ਕੰਪੋਜੀਸ਼ਨ ਦੇਖਣੀ ਪਊਗੀ, ਤੁਸੀਂ ਪਹਿਲਾਂ ਕਿਸੇ ਨੂੰ ਅੰਡਰਟੇਕਿੰਗ ਦਿੱਤੀ ਹੈ ਜਾਂ ਨਹੀਂ ਦਿੱਤੀ, ਉਹ ਦੇਖਣਾ ਪਊਗਾ। ਉਹ ਕਾਫੀ ਚੀਜ਼ਾਂ ਹੁੰਦੀਆਂ, ਉਹ ਸਾਨੂੰ ਪਤਾ ਚੱਲੂਗਾ ਕਿ ਤੁਸੀਂ ਕਿੰਨੇ ਫੰਡ ਸ਼ੋ ਕਰਨੇ ਆ ਤੇ ਤੁਹਾਡੀ ਕੀ ਰਿਕੁਆਇਰਮੈਂਟ ਹੈ। ਤੁਸੀਂ ਜੇ ਮਕੈਨਿਕ ਦਾ ਤੁਹਾਡਾ ਆਪਣਾ ਕੰਮ ਹੈ, ਠੀਕ ਹੈ, ਉਹਦੇ ਵਾਸਤੇ ਡਿਫਰੈਂਟ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੈ। ਤੁਸੀਂ ਜੌਬ ਕਰਦੇ ਹੋ, ਉਹਦੀ ਡਿਫਰੈਂਟ ਰਿਕੁਆਇਰਮੈਂਟ ਹੈ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ। ਇੰਨੀ ਇਨਫੋਰਮੇਸ਼ਨ ਮੈਂ ਤੁਹਾਨੂੰ ਪੂਰੀ ਜਾਣਕਾਰੀ ਤਾਂ ਆਮ ਸੌਰੀ ਮੈਂ ਨਹੀਂ ਦੇ ਸਕਦਾ ਕਿ ਕਿੰਨੇ ਫੰਡ ਸ਼ੋ ਕਰਨੇ ਪੈਣੇ, ਠੀਕ ਹੈ। ਫੈਮਿਲੀ ਮੈਂਬਰਸ ਦੇਖਣੇ ਪਊਗੇ ਤੁਹਾਡੇ ਕਿੰਨੇ ਆ, ਠੀਕ ਹੈ। ਇਹ ਸਾਰਾ ਕੁਝ ਦੇਖਣਾ ਪਊਗਾ। ਉਹਦੇ ਵਾਸਤੇ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ। ਤੇ ਆਪਾਂ ਸੈਕਿੰਡ ਗੱਲ ਕਰੀਏ HCCP ਦੀ, ਆਪਾਂ ਗੱਲ ਕਰ ਰਹੇ ਸੀਗੇ ਜੀ। ਹਾਂਜੀ, ਤੇ ਉਹੀ ਹੈ ਕਿ +2 ਤੋਂ ਬਾਅਦ 6 ਮਹੀਨੇ ਤੁਸੀਂ ਨੈਨੀ ਦਾ ਕੋਰਸ ਕਰ ਲਓ, ਦੈਟਸ ਓਕੇ, ਤੁਸੀਂ ਕਰ ਲਿਆ। ਬਟ ਤੁਸੀਂ ਇਸ ਪਾਇਲਟ ਦੇ ਅੰਦਰ ਨਹੀਂ ਆ ਸਕਦੇ, ਠੀਕ ਹੈ। ਉਹਦੇ ਵਾਸਤੇ ਤੁਹਾਡੀ ਜਿਹੜੀ 3 ਰਿਕੁਆਇਰਮੈਂਟਸ ਦੱਸੀਆਂ ਉਹ ਪੂਰੀਆਂ ਕਰਨੀ ਪਊਗੀਆਂ। ਉਹ ਕਰਕੇ ਤਾਂ ਹੀ ਤੁਸੀਂ ਆ ਸਕਦੇ ਹੋ, ਠੀਕ ਹੈ। ਤੇ ਦੂਸਰਾ ਇਹਦੇ ਇਸ ਪਾਇਲਟ ਦੇ ਇਹ ਹੈ ਕਿ ਤੁਹਾਡੀ ਪੂਰੀ ਫੈਮਿਲੀ ਦਾ ਵੀਜ਼ਾ ਨਾਲ ਹੀ ਅਪਲਾਈ ਹੁੰਦਾ। ਜਿਹੜਾ ਮੇਨ ਐਪਲੀਕੈਂਟ ਆ ਉਹਨੂੰ ਵਰਕ ਪਰਮਿਟ ਮਿਲੂਗਾ, ਸਪਾਊਸ ਨੂੰ ਓਪਨ ਵਰਕ ਪਰਮਿਟ ਨਾਲ ਮਿਲੂਗਾ ਤੇ ਬੱਚੇ ਵੀ ਨਾਲ ਹੀ ਆਉਗੇ, ਠੀਕ ਹੈ। ਜਿਹੜਾ ਨੈਨੀ ਵਾਲਾ ਉਹ ਡਿਫਰੈਂਟ ਆ। ਨੈਨੀ ਵਾਲਾ ਡਿਫਰੈਂਟ ਕਿਉਂ? ਤਾਂ ਹੁਣ ਹੈ ਹੀ ਨਹੀਂ, ਠੀਕ ਹੈ। ਹਾਂ, LMI ਤਾਂ ਤੁਹਾਨੂੰ ਤਾਂ ਹੀ ਚਾਹੀਦੇ ਜੇ ਤੁਸੀਂ ਇਨ ਕੈਨੇਡਾ ਹੋ। ਜੇ ਤੁਸੀਂ ਬਾਹਰ ਹੋ, ਕਿਸੇ ਨੂੰ ਬੁਲਾਣਾ, ਤੁਸੀਂ ਇੱਥੇ ਕੋਈ ਬੰਦਾ ਕਿਸੇ ਨੂੰ ਬੁਲਾਣਾ ਜਾਂ ਕਿਸੇ ਨੇ ਆਣਾ, ਉਹ ਇੱਕ ਸਿੰਪਲ ਇੱਕ ਫਾਰਮ ਆ ਨੂੰ ਭਰ ਕੇ, ਤੇ ਜਿਹੜਾ ਇੱਥੋਂ ਦਾ ਬੰਦਾ ਹੈਗਾ ਜਿਹਨੇ ਉਹਨਾਂ ਨੂੰ ਬੁਲਾਣਾ, ਠੀਕ ਹੈ, ਜਿਹੜਾ ਉਹਨਾਂ ਨੂੰ ਸਪਾਂਸਰ ਕਰ ਰਿਹਾ, ਠੀਕ ਹੈ, ਮੈਨੂੰ ਆਪਣੇ ਬੱਚਿਆਂ ਵਾਸਤੇ ਚਾਹੀਦੀ ਹੈ, ਉਹਦੀ ਫੈਮਿਲੀ ਇਨਕਮ ਵਗੈਰਾ ਦੇਖ ਕੇ ਉਹ ਸਾਰਾ ਕੁਝ ਦੇਖ ਕੇ ਫਿਰ ਅਪਲਾਈ ਹੋਊਗਾ। ਬਿਲਕੁਲ। ਤੇ ਸਰ ਨੈਨੀ ਦੇ ਨਾਲ ਥੋੜਾ ਜਿਹਾ ਅੱਗੇ ਵਧਾ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫਾਈਲਸ ਲਗਾਈਆਂ ਹੋਈਆਂ ਨੇ, ਕਿਸੇ ਦਾ ਕਿਸੇ ਪ੍ਰੋਸੈਸ 'ਚ, ਕਿਸੇ ਦਾ ਕਿਵੇਂ ਆ। ਜੀ, ਸਾਲ ਹੋ ਗਿਆ, 1.5 ਸਾਲ ਹੋ ਗਿਆ, ਬਹੁਤ ਵਾਰ ਸਾਨੂੰ ਵੀ ਕਾਲਸ ਆਉਂਦੀਆਂ ਨੇ ਕਿ ਫਾਈਲ ਦਾ ਕੁਝ ਪਤਾ ਨਹੀਂ ਲੱਗ ਰਿਹਾ ਹੈਗਾ, ਕਿੱਥੇ ਹੈ ਕਿੱਥੇ ਨਹੀਂ, ਸਾਨੂੰ ਕਾਫੀ ਜ਼ਿਆਦਾ ਟੈਨਸ਼ਨ ਹੋ ਰਹੀ ਹੈ, ਸਭ ਕੁਝ ਹੋ ਚੁੱਕਿਆ, ਫਿੰਗਰਪ੍ਰਿੰਟਸ ਹੋ ਗਏ ਨੇ। ਸੋ ਅਜਿਹੀ ਕੰਡੀਸ਼ਨਸ ਦੇ ਵਿੱਚ ਆਪਣੀ ਕਿਵੇਂ ਨੌਲੇਜ ਲਈ ਜਾ ਸਕਦੀ ਹੈ ਜਾਂ ਕਿਵੇਂ ਜਾਣਕਾਰੀ ਲਈ ਜਾ ਸਕਦੀ ਹੈ ਆਪਣੇ ਸਟੇਟਸ ਦੇ ਬਾਰੇ ਵਿੱਚ? ਦੇਖੋ, ਇਹ ਬਹੁਤ ਅੱਜ ਵੀ ਮੇਰੇ ਕੋਲ 1-2 ਕੁਐਸਚਨ ਆਏ ਸੀਗੇ ਕਿ ਉਹ ਬੰਦਾ ਜਿਹਨੇ ਅਪਲਾਈ ਕੀਤਾ ਉਹ ਨੇਰੇ ਵਿੱਚ ਹੈ, ਉਹਨੂੰ ਪਤਾ ਹੀ ਨਹੀਂ ਹੈ, ਠੀਕ ਹੈ। ਮੈਂ ਰਿਪੀਟਡਲੀ ਕਹਿੰਦਾ ਹੁੰਦਾ, ਮੇਰੇ ਕੋਲ ਜਿਹੜੇ ਕਲਾਇੰਟ ਆਉਂਦੇ, ਮੈਂ ਤੁਹਾਨੂੰ ਇਹ ਵੀ ਕਹਿੰਦਾ ਹੁੰਦਾ ਕਿ ਯਾਰ ਆਹ ਤੇਰੇ ਹੱਕ ਹੈ, ਤੂੰ ਮੇਰੇ ਤੋਂ ਕੰਮ ਕਰਵਾ ਰਿਹਾ ਨਾ, ਆਹ ਤੇਰੇ ਹੱਕ ਹੈ, ਤੂੰ ਮੇਰੇ ਤੋਂ ਇਹ ਪੁੱਛ ਸਕਦਾ ਤੇ ਤੂੰ ਮੇਰੇ ਤੋਂ ਪੁੱਛ, ਮੈਂ ਤੈਨੂੰ ਮਨਾ ਨਹੀਂ ਕਰ ਸਕਦਾ। ਬਟ ਜਿੱਥੇ ਆਪਾਂ ਹੁਣ ਕਿਸੇ ਅਨਰੈਗੂਲੇਟਡ ਬੰਦੇ ਤੋਂ ਕੰਮ ਕਰਵਾਉਂਦੇ ਆ, ਮੈਜੋਰਿਟੀ ਆਪਾਂ ਇੰਡੀਆ ਤੋਂ, ਪੰਜਾਬ ਤੋਂ ਕਿਤੇ ਗੱਲ ਕਰੀਏ, ਠੀਕ ਹੈ, ਉੱਥੇ ਆਪਾਂ ਨੂੰ ਹੱਕ ਹੀ ਨਹੀਂ ਕੁਝ ਪੁੱਛਣ ਦਾ। ਮਤਲਬ ਹੱਕ ਤਾਂ ਹੈਗਾ, ਬਟ ਉਹ ਅਫਸਰ ਸਾਨੂੰ ਦੇਵੇ ਨਾ ਦੇਵੇ, ਆਪਣੇ ਕੋਲ ਕੋਈ ਆਪਸ਼ਨ ਨਹੀਂ ਹੈ। ਵੇਅਰ ਐਜ਼ ਜੇ ਉਹ ਸਭ ਤੋਂ ਅਪਲਾਈ ਕਰਦਾ, ਅਸੀਂ ਨਹੀਂ ਜਵਾਬ ਦਿੰਦੇ, ਉਹ ਸਾਡੀ ਰੈਗੂਲੇਟਰੀ ਬੋਡੀ ਕੋਲ ਜਾ ਸਕਦੇ ਆ, ਠੀਕ ਹੈ। ਤੇ ਤੁਸੀਂ ਸਭ ਤੋਂ ਪਹਿਲਾਂ ਦੇਖੋ, ਇਹ ਦੇਖਣਾ ਚਾਹੀਦਾ ਕਿ ਜੇ ਤੁਸੀਂ ਸਟੂਡੈਂਟ ਫਾਈਲ ਲਗਾਈ ਹੈ, ਉਹਦਾ ਪ੍ਰੋਸੈਸਿੰਗ ਟਾਈਮ ਚੈੱਕ ਕਰੋ, ਠੀਕ ਹੈ। ਵੈਬਸਾਈਟ ਤੇ canada.ca ਤੇ ਜੇ ਉੱਥੇ ਉਹਨਾਂ ਨੇ ਲਿਖੇ ਕਿ 70 ਦਿਨ ਜਾਂ 75 ਦਿਨ ਆ ਤੇ ਤੁਹਾਨੂੰ 80, 90, 100 ਦਿਨ ਹੋ ਗਏ, ਤੁਸੀਂ 25 ਦਿਨ ਐਕਸਟਰਾ ਹੋ ਗਏ, ਫਿਰ ਤੁਸੀਂ ਆਪਣੇ ਏਜੰਟ ਤੋਂ ਪੁੱਛੋ, ਠੀਕ ਹੈ। ਪਹਿਲਾਂ ਤਾਂ ਜਿਵੇਂ ਮੈਂ ਰਿਪੀਟ ਕੀਤਾ ਸੀ, 3 ਹਫ਼ਤੇ ਜਾਂ 4 ਹਫ਼ਤੇ ਬਾਅਦ ਉਤੋਂ ਤੁਸੀਂ ਸਟੇਟਸ ਮੰਗੋ। ਜੇ ਤੁਹਾਨੂੰ ਨਹੀਂ ਦਿੰਦਾ ਜਾਂ 10 ਵੀ ਦਿੰਦਾ, ਯੂ ਸਟਿਲ ਹੈਵ ਰਾਈਟ ਕਿ ਤੁਸੀਂ ਵੈਬ ਫਾਰਮ ਰੇਜ਼ ਕਰ ਸਕਦੇ ਹੋ। ਜੇ ਤੁਹਾਡਾ ਕੋਈ ਬੰਦਾ ਇੱਥੇ ਹੈਗਾ ਕੈਨੇਡੀਅਨ ਪੀਆਰ ਜਾਂ ਕੈਨੇਡੀਅਨ ਸਿਟੀਜ਼ਨ, ਉਹ ਏਟਿਪ ਆਰਡਰ ਕਰ ਸਕਦਾ, ਠੀਕ ਹੈ। ਜਾਂ ਤੁਸੀਂ ਸਾਨੂੰ ਜਾਂ ਕਿਸੇ ਹੋਰ ਇੱਥੋਂ ਦੇ ਕੰਸਲਟੈਂਟ ਨੂੰ ਕੰਟੈਕਟ ਕਰਕੇ ਏਟਿਪ ਮੰਗਵਾ ਸਕਦੇ ਹੋ। ਉਸ ਨੂੰ ਸਾਰੀ ਡਿਟੇਲ ਆ ਜਾਊਗੀ, ਠੀਕ ਹੈ, ਕਿ ਅੱਜ 18 ਅਕਤੂਬਰ ਹੈ, ਤੁਹਾਡੀ ਫਾਈਲ ਇੱਥੇ ਪਈ ਹੈ, ਤੁਹਾਡੇ ਬਾਇਓਮੈਟ੍ਰਿਕਸ ਡਨ ਹੈ, ਉਹ 'ਚ ਕੋਈ ਪ੍ਰੋਬਲਮ ਨਹੀਂ, ਠੀਕ ਹੈ। ਐਟਲੀਸਟ ਤੁਹਾਨੂੰ ਇਹ ਪਤਾ ਕਿ ਤੁਹਾਡੀ ਕੁਝ देयर इज नथिंग हिडन। ਬਿਲਕੁਲ ਹੈ ਨਾ, ਇਹ ਨਹੀਂ ਪਤਾ ਲੱਗਦਾ ਉੱਥੇ, ਕਿਉਂਕਿ ਕਈ ਵਾਰੀ ਇਸ ਤਰੀਕੇ ਨਾਲ ਹਨੇਰੇ 'ਚ ਰੱਖਿਆ ਜਾਂਦਾ ਕਿ ਉਹਨਾਂ ਦੀ ਰਿਫਿਊਜ਼ਲ ਆ ਗਈ, ਉਸ ਤੋਂ ਬਾਅਦ ਏਜੰਟਸ ਖੁਦ ਹੀ, ਕਿਉਂਕਿ ਸਾਰੀ ਉਹਨਾਂ ਕੋਲ ਡਿਟੇਲਸ ਹੁੰਦੀਆਂ ਨੇ, ਖੁਦ ਹੀ ਦੁਬਾਰਾ ਅਪਲਾਈ ਕਰ ਦਿੰਦੇ ਨੇ। ਸੋ ਇਹ ਨਹੀਂ ਪਤਾ ਲੱਗਦਾ ਕਿ ਟਾਈਮ ਪੀਰੀਅਡ ਕਿੰਨਾ ਲੱਗਣਾ ਆ। ਨਾਲੇ ਦੂਜੀ ਗੱਲ ਮੈਂ ਇਹ ਪੁੱਛਣਾ ਚਾਹੂੰਗੀ, ਰਾਈਟ ਹੈਗਾ ਹਰੇਕ ਨੂੰ ਆਪਣੀ ਐਪਲੀਕੇਸ਼ਨ ਦਾ ਉੱਥੇ ਜਾਣਨ ਦਾ ਕਿ ਇਸ ਵਕਤ ਸਾਡਾ ਕੀ ਪ੍ਰੋਸੈਸ ਚੱਲ ਰਿਹਾ ਵਾ? ਕਈ ਵਾਰੀ ਇਹ ਵੀ ਨਹੀਂ ਉਹਨਾਂ ਨੂੰ ਪੂਰਾ ਦੱਸਿਆ ਜਾਂਦਾ। ਬਿਲਕੁਲ ਰਾਈਟ ਹੈਗਾ। ਤੇ ਮੈਂ ਤਾਂ ਇੱਕ ਸਟੈਪ ਹੋਰ ਅੱਗੇ ਤੁਹਾਨੂੰ ਇਹ ਵੀ ਕਹੂੰਗਾ, ਜਦੋਂ ਤੁਸੀਂ ਅਪਲਾਈ ਕਰਦੇ ਹੋ, ਠੀਕ ਹੈ, ਉਹ ਤੋਂ ਆਪਣੀ ਫਾਈਲ ਦੀ ਪੂਰੀ ਕਾਪੀ ਮੰਗੋ, ਠੀਕ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਹੁਣ ਤਾਂ ਕਾਫੀ ਹੁੰਦਾ ਇੰਡੀਆ ਵਿੱਚ, ਉਹ ਕੋਰਸ ਸਟਾਰਟ ਡੇਟ ਡਿਫਰੈਂਟ ਹੁੰਦੀ ਹੈ, ਮਤਲਬ ਕਾਫੀ ਇਨਫੋਰਮੇਸ਼ਨ ਨਾਲ ਛੇੜਛਾੜ ਕੀਤੀ ਜਾਂਦੀ ਹੈ। ਉਹ ਇਹ ਦੇਖ ਕੇ ਕਿ ਤਰਨਜੀਤ ਦੀ ਫਾਈਲ ਲੱਗੀ ਸੀ, ਉਹਦੇ 'ਚ ਮਾਂ ਲਿਖਿਆ ਸੀਗਾ, ਉਹ ਸਕਸੈਸਫੁਲ ਹੋ ਗਈ, ਤੇ ਉਹ ਮੇਰੀ ਫਾਈਲ 'ਚ ਵੀ ਟਰਾਈ ਕਰੂਗੀ ਕਿ ਮੈਨੂੰ ਉਦਾਂ ਦਾ ਹੀ ਪਾ ਦੂੰਗਾ, ਠੀਕ ਹੈ, ਜਿਹੜੀ ਕਿ ਮੇਰੇ ਨਾਲ ਕੋਈ ਲਿੰਕ ਹੀ ਨਹੀਂ ਹੁੰਦਾ। ਚਲੋ ਉਹ ਫਾਈਲ ਰਿਫਿਊਜ਼ ਹੋ ਗਈ, ਹੁਣ ਉਹ ਕਿਸੇ ਹੋਰ ਬੰਦੇ ਕੋਲ ਜਾਊਗਾ, ਮੈਂ ਸਹੀ ਇਨਫੋਰਮੇਸ਼ਨ ਭਰੂੰਗਾ, ਉਹ ਕੰਟਰਡਿਕਟ ਹੋ ਜੂਗੀ,
ਬਿਲਕੁਲ ਠੀਕ ਹੈ। ਹੁਣ ਪਹਿਲਾਂ ਤੁਸੀਂ ਕਿਹਾ ਸੀ ਜੇ ਮੈਂ 1 ਸਾਲ ਟੀਚਰ ਦਾ ਕੰਮ ਕੀਤਾ, ਬਟ ਮੇਰੇ ਕੋਲ ਮੈਂ ਅਸਲੀ ਇਨਫੋਰਮੇਸ਼ਨ ਤੁਸੀਂ ਮੈਨੂੰ ਦਿੱਤੀ, ਠੀਕ ਹੈ, ਮੈਂ ਉਹ ਚ ਭਾਰਤ ਤੁਸੀਂ 1 ਸਾਲ ਆ ਕੰਮ ਕੀਤਾ, ਜਾਂ US ਵੀਜ਼ਾ ਰਿਜੈਕਟ ਹੋਇਆ ਜਾਂ ਆਸਟ੍ਰੇਲੀਆ ਦਾ ਹੋਇਆ, ਠੀਕ ਹੈ। ਹੁਣ ਉਹ ਜਦੋਂ ਪਤਾ ਚੱਲਣਾ ਤੇ ਉਹ 5 ਸਾਲ ਦਾ ਬੈਨ ਵੀ ਲੱਗ ਸਕਦਾ, Okay. ਤੇ ਬੈਨ ਉਸ ਬੰਦੇ ਤੇ ਲੱਗਣਾ, ਨਾ ਮੇਰੇ ਤੇ ਲੱਗਣਾ ਨਾ ਪਿਛਲੇ ਏਜੰਟ ਤੇ ਲੱਗਣਾ, ਠੀਕ ਹੈ। ਜੀ ਉਹ ਮਤਲਬ ਅਨਨੋਇੰਗਲੀ ਸਭ ਕੁਝ ਹੋ ਗਿਆ, ਉਸ ਬੰਦੇ ਨੂੰ ਕਲਾਇੰਟ ਨੂੰ ਹੀ ਨਹੀਂ ਪਤਾ ਹੁੰਦਾ। ਮੈਂ ਕਹਿੰਦਾ ਕਲਾਇੰਟ ਕਈ ਹੁੰਦੇ ਆ ਬਹੁਤ ਭੋਲੇ ਕਹਿ ਲਓ, ਮੈਂ ਕਹੂੰਗਾ ਭੋਲੇ ਕਹਿ ਲਓ, ਜਾਂ ਕੁਝ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਆ। ਨਾ ਕਰੋ ਪਲੀਜ਼, ਤੁਹਾਡੀ ਇੱਥੇ ਵੀ ਲਾਈਫ ਹੈ। ਜਦੋਂ ਇਮੀਗ੍ਰੇਸ਼ਨ ਵਾਲੇ ਕਈ ਵਾਰੀ ਕੁਐਸਚਨਸ ਪੁੱਟ ਕਰਦੇ ਆ, ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਕਿਸ ਕੋਰਸ ਦੇ ਅੰਡਰ ਭੇਜਿਆ ਗਿਆ, ਕਿਉਂਕਿ ਉਹਨਾਂ ਨੇ ਕੁਝ ਹੋਰ ਅਪਲਾਈ ਕੀਤਾ ਹੁੰਦਾ, ਇੱਥੇ ਆ ਕੇ ਨਿਕਲਦਾ ਕੁਝ ਹੋਰ ਹੈ। ਬਹੁਤ ਵਾਰ ਹੁੰਦਾ ਜੀ, ਮਤਲਬ ਕਈ ਕਾਲਜ ਨਹੀਂ ਪਤਾ ਹੁੰਦਾ, ਉਹਨਾਂ ਕੋਲ ਆਫਰ ਲੈਟਰ ਡਿਫਰੈਂਟ ਹੁੰਦੀ ਆ, ਠੀਕ ਹੈ, ਬਟ ਜਦੋਂ ਉੱਥੇ ਜਾਂਦੇ ਆ ਉਹ ਕਹਿੰਦੇ ਭਾਈ ਤੇਰਾ ਤਾਂ ਇੱਥੇ ਨਾਮ ਹੀ ਨਹੀਂ, ਠੀਕ ਹੈ। ਉਹ ਫੀਸ ਰਿਸੀਟ ਵੀ ਦਿਖਾਉਂਦੇ ਆ ਕਾਲਜ ਨੇ ਕਿ ਵੀ ਹੈਵ ਪੇਡ ਦਿਸ ਮਚ ਫੀਸ, ਉਹ ਨਹੀਂ ਮਿਲਦੀ ਰਿਕਾਰਡ 'ਚ, ਠੀਕ ਹੈ। ਤੇ ਇਸ ਕਰਕੇ ਇਹ ਤੁਹਾਨੂੰ ਹੱਕ ਹੈ, ਤੁਸੀਂ ਆਪਣੀ ਫਾਈਲ ਲਓ, ਠੀਕ ਹੈ। ਅੱਜ ਕੱਲ ਤਾਂ ਜ਼ਿਆਦਾ ਹੋ ਗਿਆ ਕਿਉਂਕਿ ਫਾਈਲਾਂ ਨੂੰ ਲੱਗੇ 6 ਮਹੀਨੇ ਸਾਲ ਹੋ ਗਿਆ, ਉਹ 1 ਸਾਲ ਚ ਹੋ ਸਕਦਾ ਥੋੜੀ 2 ਵਾਰ ਫਾਈਲ ਲੱਗੀ ਹੋਵੇ। ਹੁਣ ਕੋਵਿਡ ਦਾ ਐਕਸਕਿਊਜ਼ ਸਾਰੇ ਲੈ ਰਹੇ ਨੇ, ਪਹਿਲਾਂ ਇਮੀਗ੍ਰੇਸ਼ਨ ਵਾਲੇ ਲੈ ਰਹੇ ਸੀ, ਹੁਣ ਉੱਥੇ ਏਜੰਟਸ ਲੈ ਰਹੇ ਨੇ ਵੀ ਕੋਵਿਡ ਕਰਕੇ ਅਜੇ ਫਾਈਲ ਦਾ ਪਤਾ ਨਹੀਂ ਲੱਗ ਰਿਹਾ ਹੈਗਾ। ਤੇ ਇਸ ਤੋਂ ਇਲਾਵਾ ਸਰ ਕਿਵੇਂ ਪਤਾ ਕੀਤਾ ਜਾ ਸਕਦਾ, ਜਿਵੇਂ ਕਈ ਵਾਰੀ ਕੰਸਲਟੈਂਟਸ ਵੀ ਤੁਹਾਨੂੰ ਨਹੀਂ ਦੱਸਦੇ ਕਿ ਇਮੀਗ੍ਰੇਸ਼ਨ ਨਾਲ ਖੁਦ ਅਸੀਂ ਕੰਟੈਕਟ ਸਾਧ ਸਕਦੇ ਹਾਂ ਕਿ ਸਾਨੂੰ ਆਪਦੀ ਡਿਟੇਲਸ ਚਾਹੀਦੀਆਂ? ਬਿਲਕੁਲ ਹਾਂ, ਜਿਹੜਾ ਐਪਲੀਕੈਂਟ ਹੈ ਉਹ ਕਰ ਸਕਦਾ, ਬਟ ਜੇ ਐਪਲੀਕੈਂਟ ਇੰਡੀਆ 'ਚ ਬੈਠਾ ਹੈ ਮੈਂ ਉਹਦੇ ਵੀ ਹਫਤੇ ਨਹੀਂ ਕਰ ਸਕਦਾ, ਮੈਂ ਸਿਰਫ ਵੈਬ ਫਾਰਮ ਰੇਜ਼ ਕਰ ਸਕਦਾ, ਉਹ ਵੀ ਜਿਹੜਾ ਸਾਡਾ ਇੱਕ ਰਿਪਰੈਜ਼ੈਂਟੇਟਿਵ ਫਾਰਮ ਹੁੰਦਾ ਉਹ, ਜਾਂ ਜਿਹੜਾ ਇੱਥੇ ਉਹਦਾ ਕੋਈ ਰਿਲੇਟਿਵ ਹੈਗਾ ਉਹਦੇ ਕੁਝ ਡਾਕੂਮੈਂਟਸ ਲੱਗਦੇ ਇੱਥੋਂ ਦਾ ਸਟੇਟਸ ਵਗੈਰਾ ਤੇ ਇੱਕ ਫਾਰਮ ਹੁੰਦਾ, ਉਹ ਸਾਈਨ ਕਰਕੇ ਫਿਰ ਉਹ ATP ਆਰਡਰ ਕਰ ਸਕਦੇ, ਜਿਹੜਾ ਅੱਜ ਕੱਲ 30 ਦਿਨ ਦਾ ਟਾਈਮ ਹੈ, ਕਈ ਵਾਰ ਜ਼ਿਆਦਾ ਵੀ ਲੱਗ ਜਾਂਦੇ ਆ, ਉਹਦੇ 'ਚ ਪੂਰੀ ਡਿਟੇਲ ਆ ਜਾਂਦੀ ਹੈ, ਠੀਕ ਹੈ। ਅਸੀਂ ਦੇਖ ਕੇ ਕਈ ਵਾਰ ਹੈਰਾਨ ਹੋ ਜਾਂਦੇ ਆ, ਬੱਚਾ ਕਹਿੰਦਾ ਕਿ ਆ ਤਾਂ ਮੈਂ ਕੀਤਾ ਹੀ ਨਹੀਂ, ਜਿਵੇਂ ਤੁਹਾਨੂੰ ਦੱਸ ਰਿਹਾ ਐਕਸਪੀਰੀਅੰਸ ਲੱਗਦਾ, ਉਹ ਕਹਿੰਦਾ ਮੈਂ ਤਾਂ ਸਾਲ ਹੀ ਕੰਮ ਕੀਤਾ ਹੀ ਨਹੀਂ, ਇੱਥੇ ਟੀਚਰ ਦਾ ਲੱਗਿਆ ਬਟ ਉਹਦਾ ਲੱਗਿਆ ਹੁੰਦਾ। ਹੁਣ ਜਿਹੜਾ ਡਾਕੂਮੈਂਟ ਤੁਸੀਂ IRCC ਨੂੰ ਦਿੱਤਾ ਉਹ ਐਪਲੀਕੈਂਟ ਨੇ ਦਿੱਤਾ, IRCC ਨੇ ਇਹੀ ਕਹਿਣਾ ਕਿ ਇਹ ਤੂੰ ਦਿੱਤਾ, ਉਹ ਜੋ ਮਰਜ਼ੀ ਕਹਿੰਦਾ ਰਹੇ ਕਿ ਜੇ ਮੈਂ ਤਾਂ ਸੁਨੀਲ ਨੂੰ ਇਹ ਕਿਹਾ ਸੀਗਾ, ਉਹ ਨਹੀਂ, ਠੀਕ ਹੈ। ਮੈਂ ਡਾਕੂਮੈਂਟ ਸਬਮਿਟ ਕੀਤਾ ਬਟ ਉਹ ਮੰਨਿਆ ਜਾਊਗਾ ਕਿ ਉਹ ਐਪਲੀਕੈਂਟ ਨੇ ਹੀ ਕੀਤਾ, ਸਾਈਨ ਕੀਤੇ ਹੁੰਦੇ ਆ, ਹਾਂਜੀ ਹਾਂ, ਠੀਕ ਹੈ, ਉਹ ਸਾਈਨ ਉਹਦੇ ਹੁੰਦੇ ਆ, ਠੀਕ ਹੈ। ਤੇ ਇੱਕ ਹੋਰ ਬੜੀ ਧਿਆਨ ਵਾਲੀ ਚੀਜ਼ ਹੈ, ਜਿਵੇਂ ਇੱਕ ਮੈਂ ਫਾਰਮ ਦਾ ਨਾਮ ਲੈਣਾ 5476 ਹੁੰਦਾ, 5476, ਹਾਂਜੀ, ਉਹਨੂੰ ਕਹਿੰਦੇ ਆ ਕਿ ਜਿਵੇਂ ਤੁਸੀਂ ਕੋਈ ਵੀਜ਼ਾ ਫਾਈਲ ਲਗਾਣੀ ਹੈ, ਤੁਸੀਂ ਮੈਨੂੰ ਆਥੋਰਾਈਜ਼ ਕਰੋਗੇ ਕਿ IRCC ਨਾਲ ਮੈਂ ਤੁਹਾਡੇ ਬਿਹਾਫ ਤੇ ਗੱਲ ਕਰ ਸਕਦਾ, ਠੀਕ ਹੈ। ਉਹਨੂੰ ਧਿਆਨ ਨਾਲ ਪੜ੍ਹੋ, ਠੀਕ ਹੈ। ਉਹ ਚ ਕੀ ਲਿਖਿਆ ਕਿ ਤੁਹਾਡਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਹਦੇ ਕੋਲ R ਨੰਬਰ ਹੈਗਾ, ਕਿ ਉਹ ਵੈਸੇ ਹੀ ਫ੍ਰੀ ਚ ਕਰ ਰਿਹਾ। R ਨੰਬਰ ਮਤਲਬ R ਨੰਬਰ ਜਿਵੇਂ ਅਸੀਂ ICC ਸਾਡਾ ਇੱਕ R ਨੰਬਰ ਹੁੰਦਾ, ਠੀਕ ਹੈ, ਕਿ ਅਸੀਂ ਰੈਗੂਲੇਟਡ ਹੈਗੇ ਆ, ਸਾਡਾ ਨੰਬਰ ਹੈ, ਇੱਥੇ ਤੁਸੀਂ ਚੈੱਕ ਕਰ ਸਕਦੇ ਹੋ। ਬਟ ਉਹਦੇ ਵਿੱਚ ਇੱਕ ਆਪਸ਼ਨ ਹੁੰਦਾ ਅਨਕੰਪਨਸੇਟਡ ਫੈਮਿਲੀ ਔਰ ਫਰੈਂਡ, ਉਹਦੇ ਵਿੱਚ ਕਲਿੱਕ ਕਰ ਦਿੰਦੇ, ਸਟੂਡੈਂਟ ਦੇਖ ਲੈਂਦੇ ਆ ਜਿਹੜੇ ਕੈਨੇਡਾ ਚ ਬੈਠੇ ਕੰਸਲਟੈਂਟ ਕਰਦੇ, ਅਸੀਂ ਵੀ ਸਾਈਨ ਕਰ ਰਹੇ ਹਾਂ, ਬਟ ਉਹਦੇ ਚ ਟਿਕ ਗਲਤ ਹੁੰਦਾ, ਠੀਕ ਹੈ, ਗਲਤ ਨਹੀਂ ਹੁੰਦਾ, ਮਤਲਬ ਦੂਸਰਾ ਹੁੰਦਾ ਫ੍ਰੀ ਵਾਲਾ ਜਾਂ ਫੈਮਿਲੀ ਐਂਡ ਫਰੈਂਡ, ਦੈਟ ਡਸਨਟ ਸਰਵ ਦਾ ਪਰਪਸ, ਠੀਕ ਹੈ। ਤੁਸੀਂ ਉਹ ਤੋਂ ਜਵਾਬ ਨਹੀਂ ਪੁੱਛ ਸਕਦੇ, ਠੀਕ ਹੈ, ਹੀ ਇਜ਼ ਨਾਟ ਆਨਸਰੇਬਲ ਟੂ ਰਿਪਲਾਈ। ਤੁਸੀਂ ਉਹਨੂੰ ਮੇਲ ਕਰੋਗੇ ਕਿ ਮੇਰਾ ਵੀਜ਼ਾ ਆਇਆ ਕਿ ਨਹੀਂ ਹੈ, ਸਟੇਟਸ ਉਹਦੀ ਮਰਜ਼ੀ ਹੋਊਗੀ, ਦੇ ਦੋਗੇ, ਨਹੀਂ ਹੋਊਗੀ ਨਹੀਂ ਦੋਗੇ। ਓਕੇ, ਗੱਲ ਕਰਾਂਗੇ, ਦਰਸ਼ਕ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ ਬੇਟਾ, ਸਤਿ ਸ਼੍ਰੀ ਅਕਾਲ, ਗੰਤ ਨਹੀਂ ਬੋਲਦਾ ਮੈਂ, ਇੱਕ ਪ੍ਰਸ਼ਨ ਕਰਨਾ ਜੀ ਦਾ ਨਾ, ਧੰਨਵਾਦ, ਵਧੀਆ ਪ੍ਰੋਗਰਾਮ ਦੇ ਰਹੇ ਹੋ ਤੁਸੀਂ ਜੀ, ਥੈਂਕ ਯੂ ਜੀ। ਇਹ ਸਾਡੇ ਕੁੜੀ ਹੈ ਇੱਕ, ਉਹਨੇ BSc ਨਰਸਿੰਗ ਦਿੱਤੀ ਹੈ, ਅਗਰ ਹੋਰ ਕੋਰਸ ਚਾਹੀਦਾ ਮੈਡੀਕਲ ਐਡਮਿਨ ਦੇ ਵਿੱਚ, ਕਿਵੇਂ ਇੱਥੇ ਰਹਿ ਕੇ ਅਸੀਂ BSc ਨਰਸਿੰਗ ਬੇਸ ਤੇ ਅਪਲਾਈ ਕਰ ਸਕਦੇ ਹਾਂ ਇਮੀਗ੍ਰੇਸ਼ਨ ਨੂੰ? ਕਿਸ ਜੇ ਉਹ ਇੱਥੇ ਇਨ ਕੈਨੇਡਾ ਜੀ ਫਿਰ ਉਹਨਾਂ ਨੂੰ LMA ਚਾਹੀਦੀ ਹੋਊਗੀ, ਕਰ ਸਕਦੇ ਨੇ, ਬਿਲਕੁਲ ਕਰ ਸਕਦੇ ਨੇ, ਹਾਂਜੀ ਹਾਂ ਬਿਲਕੁਲ ਕਰ ਸਕਦੇ, ਬਟ ਉਹਨਾਂ ਨੂੰ LMA ਚਾਹੀਦੀ ਹੋਊਗੀ ਜੀ। ਕਰਬਲ ਬੇਸ ਤੇ ਕਰਬਲ ਬੇਸ ਤੇ ਇੰਡੀਆ ਤੋਂ ਕਰਦੇ ਆ, ਉੱਥੋਂ ਵੀ ਕਰ ਸਕਦੇ, ਆਨਲਾਈਨ ਲੱਗ ਰਹੀ ਜੀ। ਤੁਸੀਂ RN ਬਣਨ ਦਾ ਪੁੱਛ ਰਹੇ ਹੋ ਜੀ ਕਿ ਨਰਸਿੰਗ ਚ ਕਰਨਾ ਉਹਨਾਂ ਨੇ? ਨਹੀਂ, ਨਰਸਿੰਗ ਦਾ ਉੱਥੋਂ ਕੀਤੀ ਹੈ BSc ਨਰਸਿੰਗ, ਠੀਕ ਹੈ ਜੀ। ਤੇ ਹੁਣ ਇੱਥੇ ਆ ਕੇ ਚੱਲ ਹੋਰ ਕੋਰਸ ਹੈ, ਚਲੋ ਕਰੀ ਜਾਂਦੇ ਹਨਾ, ਪਰ ਮੈਂ ਤੁਹਾਨੂੰ ਪੁੱਛਾਂ ਇੱਥੇ ਵੀ ਰਹਿ ਕੇ ਉਹ ਅਪਲਾਈ ਕਰ ਸਕਦੇ ਆ? ਨਹੀਂ, ਕੀ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ? ਜਿਵੇਂ ਨਰਸਿੰਗ ਦੇ ਦੇਖ ਕੇ ਇੰਡੀਆ ਤੋਂ ਨਹੀਂ ਕਰ ਦਿੰਦੇ ਆਪਾਂ ਕ੍ਰੈਡਿਟ ਤੇ ਬੀਏ ਦੇ ਲੈਂਡ ਦੇ ਲਈ, ਹਾਂਜੀ PR ਉਹ ਕਰ ਸਕਦੇ ਆ ਜੀ। ਜੇ ਉਹਨਾਂ ਦੇ ਪੁਆਇੰਟ ਬਣਦੇ ਹੋਗੇ ਜੀ, ਉਹਨਾਂ ਦੇ ਕਾਫੀ ਚੀਜ਼ਾਂ ਹੁੰਦੀਆਂ, ਇੰਗਲਿਸ਼ ਲੈਵਲ ਹੁੰਦਾ, ਐਕਸਪੀਰੀਅੰਸ ਹੁੰਦਾ, ਐਜੂਕੇਸ਼ਨ ਹੁੰਦੀ ਹੈ। ਜਿਨ੍ਹਾਂ ਦੀ ਤੁਸੀਂ ਫਾਈਲ ਦੀ ਗੱਲ ਕਰ ਰਹੇ ਹੋ ਨਾ, ਉਹਨਾਂ ਨੂੰ ਮਿਸਟਰ ਸੁਨੀਲ ਦਾ ਨੰਬਰ ਦੇ ਦਿਓ, ਪੂਰਾ ਡਾਇਰੈਕਟਲੀ ਗੱਲ ਕਰ ਸਕਦੇ ਨੇ, ਕਿਉਂਕਿ ਇਨਫੋਰਮੇਸ਼ਨ ਇਹ ਚ ਹੋਰ ਬਹੁਤ ਸਾਰੀ ਚਾਹੀਦੀ ਹੈ, ਕਾਫੀ ਇਨਫੋਰਮੇਸ਼ਨ ਜਿਹੜੀ ਮੇਰਾ ਕਹਿੰਦਾ ਤਾਂ ਪੁਆਇੰਟ ਬੇਸ ਤੇ ਕਰ ਸਕਦੇ ਆ। ਬਿਲਕੁਲ ਜੀ, ਕਰ ਸਕਦੇ ਨੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਤੇ ਸਰ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਕਿਹਾ ਕਿ ਜਿਹੜੇ ਆ ਨੰਬਰ ਜਿਹੜਾ ਦੱਸਿਆ ਗਿਆ ਸੀ ਕਿ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਾਰੀ ਜਾਣਕਾਰੀ ਦੇਣ। ਹਾਂ ਬਿਲਕੁਲ, ਕਿਉਂਕਿ ਮੈਂ ਉਹੀ ਕਹਿ ਰਿਹਾ, ਦੇਖੋ ਅਸੀਂ ਰੈਗੂਲੇਟਡ ਆ, ਠੀਕ ਹੈ, ਵੀ ਆਰ ਆਨਸਰੇਬਲ ਟੂ ਜਿਹੜੀ ਸਾਡੀ ਰੈਗੂਲੇਟਿੰਗ ਬੋਡੀ ICCRC, ਠੀਕ ਹੈ, ਉਹ ਸਾਨੂੰ ਕਦੇ ਵੀ ਪੁੱਛ ਸਕਦੀ ਹੈ, ਠੀਕ ਹੈ।
ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉੱਥੇ ਲੋਕ ਜਿਹੜੇ ਨੇ ਉਹ ਏਜੰਟਸ ਦੇ ਧੱਕੇ ਕਿਉਂ ਚੜ੍ਹਦੇ ਨੇ, ਕਿਉਂਕਿ ਇੰਨੀਆਂ ਤਾਂ ਫੀਸਾਂ ਇੱਥੇ ਨਹੀਂ ਦਿੱਤੀਆਂ ਜਾਂਦੀਆਂ ਜਿੰਨੀਆਂ ਕਿ ਉੱਥੇ ਕੰਸਲਟੈਂਟ ਏਜੰਟਸ ਦੀਆਂ ਖੁੱਲੀਆਂ ਫੀਸਾਂ ਹਾਂਜੀ, ਹੁੰਦੀਆਂ ਹਾਂਜੀ, ਨੇ। ਬਿਲਕੁਲ। ਸੋ ਕਿਉਂਕਿ ਇੱਥੇ ਜਿਹੜੇ ਕੰਸਲਟੈਂਟਸ ਨੇ ਐਟਲੀਸਟ IRCC ਵਗੈਰਾ ਦੇ ਅੰਡਰ ਆਉਂਦੇ ਨੇ, ਸਾਰਿਆਂ ਦੇ ਅੰਡਰ, ਕਿ ਕੱਲ ਨੂੰ ਕੋਈ ਗਲਤ ਹੁੰਦਾ ਤੇ ਉਹਦੇ ਲਈ ਆਨਸਰੇਬਲ ਹੈਗੇ ਨੇ। ਬਿਲਕੁਲ ਬਿਲਕੁਲ। ਤੇ ਸਿੱਧਾ ਡਾਇਰੈਕਟਲੀ ਇੱਥੋਂ ਦੇ ਕੰਸਲਟੈਂਟਸ ਨਾਲ ਇਸ ਕਰਕੇ ਦੀ ਗੱਲ, ਕਈ ਵਾਰੀ ਡਰ ਹੁੰਦਾ ਹੈ ਕਿ ਪਤਾ ਨਹੀਂ ਉੱਥੇ ਬੈਠਿਆਂ ਨਾਲ ਗੱਲ ਸਾਡੇ ਨੂੰ ਦੱਸਣਗੇ ਜਾਂ ਨਹੀਂ ਦੱਸਣਗੇ, ਜਾਂ ਸਾਡੀ ਪ੍ਰੋਪਰ ਡਾਕੂਮੈਂਟਸ ਲਗਾਉਣਗੇ ਜਾਂ ਨਹੀਂ ਲਗਾਉਣਗੇ। ਹਾਂਜੀ, ਇਹ ਤਰ੍ਹਾਂ ਜੀ ਇਹ ਬੜਾ ਇੰਟਰਸਟਿੰਗ ਟੌਪਿਕ ਹੈ। ਮੈਂ ਵੀ ਆਪਾਂ ਅਗਲੇ ਵਾਰੀ ਇੱਥੇ ਥੋੜਾ ਡਿਟੇਲ ਚ ਗੱਲ ਕਰਾਂਗੇ। ਬਟ ਮੈਂ ਵੀ ਕਈ ਵਾਰ ਕਲਾਇੰਟਸ ਤੋਂ ਆਪਣੇ ਪੁੱਛਦਾ ਹੁੰਦਾ ਤੇ ਮਤਲਬ ਬੜੇ ਕਈ ਜਿਹੜੇ ਬੜੇ ਫਨੀ ਆਨਸਰ ਹੁੰਦੇ ਆ, ਠੀਕ ਹੈ। ਮਤਲਬ ਇੱਕ ਵਾਰ ਮੈਂ ਤੁਹਾਨੂੰ ਦੱਸਦਾ, ਉਹ ਕਹਿੰਦਾ ਕਿ ਸਰ ਅਸੀਂ ਕਈ ਵਾਰ ਸੋਚਦੇ ਹਾਂ ਕਿ ਕੈਨੇਡਾ ਬੈਠ ਕੇ ਜਿਹੜੇ ਕੈਨੇਡਾ ਬੰਦੇ ਬੈਠੇ ਨੂੰ ਗੱਲ ਕਰੀਏ, ਬਟ ਸਾਨੂੰ ਇਹ ਲੱਗਦਾ ਕਿ ਸਾਨੂੰ ਉਹਨਾਂ ਦੀ ਇੰਗਲਿਸ਼ ਨਹੀਂ ਸਮਝ ਆਣੀ। ਓਕੇ। ਮਤਲਬ ਦੇਖੋ ਕਿੰਨਾ ਬੜਾ ਫਨੀ ਜਿਹਾ ਐਕਸਕਿਊਜ਼ ਆ। ਫਨੀ ਕਹਿ ਲਓ ਜਾਂ ਕੁਝ ਕਹਿ ਲਓ, ਮਤਲਬ ਉਹਨਾਂ ਨੂੰ ਇਹ ਡਰ ਲੱਗਿਆ ਰਹਿੰਦਾ ਕਿ ਯਾਰ ਅਸੀਂ ਉਹਨਾਂ ਨੂੰ ਪੁੱਛਾਂਗੇ ਤੇ ਉਹ ਮਨ 'ਚ ਕੁਝ ਹੋਰ ਹੀ ਕਨਸੈਪਟ ਉਹਨਾਂ ਦੇ ਬਣੇ ਹਾਂ, ਹੁੰਦੇ ਉਹ ਡਿਫਰੈਂਟ ਕਨਸੈਪਟਸ ਨੇ, ਠੀਕ ਹੈ। ਇੱਕ ਜਿਹੜਾ ਆਪਣੇ ਕੋਲ ਚਲੋ 5-7 ਮਿੰਟ ਹੈਗੇ, ਇੱਕ ਹੋਰ ਕਨਸੈਪਟ ਇਹ ਹੈ ਕਿ ਮੈਂ ਸਾਰਿਆਂ ਨੂੰ ਇਹ ਕਹਿੰਦਾ ਕਿ ਦੇਖੋ ਤੁਸੀਂ ਬਿਲਕੁਲ ਇੰਟਾਇਰਲੀ ਇੱਕ ਨਵੀਂ ਚੀਜ਼ ਕਰ ਰਹੇ ਹੋ, ਹੈ ਨਾ, ਇੱਕ ਕੰਟਰੀ ਤੋਂ ਦੂਸਰੀ ਕੰਟਰੀ, ਤੇ ਉਹ ਵੀ ਕਿਸ ਵਾਸਤੇ ਕਿ ਤੁਹਾਡਾ ਫਿਊਚਰ ਉਸ ਸਟੈਪ ਤੇ ਡਿਪੈਂਡੈਂਟ ਹੈ, ਤੁਹਾਡੀ ਫੈਮਿਲੀ ਦਾ, ਠੀਕ ਹੈ। ਹੁਣ ਆ ਜਿਵੇਂ BSc ਨਰਸਿੰਗ ਦਾ ਆਇਆ ਸੀ, ਇਹਨਾਂ ਨੂੰ ਮੈਡੀਕਲ ਦਾ ਕੋਰਸ ਲੈਤਾ, ਜੇ BSc ਨਰਸਿੰਗ ਕੀਤੀ ਹੈ ਉਹਨਾਂ ਨੂੰ ਇੱਥੇ ਨਰਸਿੰਗ ਕਰਨੀ ਚਾਹੀਦੀ ਸੀ। ਹੁਣ ਨਰਸਿੰਗ RN ਤੁਸੀਂ ਬਣ ਸਕਦੇ ਹੋ ਜੇ ਤੁਹਾਡੇ ਕੋਰਸ ਵਿੱਚ ਆਵਰਸ ਹੈਗੇ ਆ, ਕਿ ਵੀ ਉਹਦੀ ਰਿਕੁਆਇਰਮੈਂਟ ਹੈ। ਜੇ ਤੁਸੀਂ RN ਬਣਨਾ ਨਾ, ਤੁਹਾਨੂੰ ਕੁਝ ਪ੍ਰੈਕਟੀਕਲ ਆਵਰਸ ਚਾਹੀਦੇ ਆ, ਠੀਕ ਹੈ। ਹੁਣ ਜੇ ਮੈਂ ਹੋਊਂਗਾ ਮੈਂ ਉਹਨਾਂ ਨੂੰ ਇਹੀ ਕੋਰਸ ਸੁਜੈਸਟ ਕਰੂੰਗਾ, ਠੀਕ ਹੈ, ਤੁਸੀਂ ਇਹੋ ਜਿਹਾ ਕੋਰਸ ਕਰੋ ਜਿਸ 'ਚ ਤੁਸੀਂ ਪ੍ਰੈਕਟੀਕਲ ਆਪਣੇ ਆਵਰਸ ਲਾਓ, ਤਾਂ ਕਿ ਇਨ ਫਿਊਚਰ ਤੁਸੀਂ RN ਬਣ ਸਕੋ। ਹੁਣ ਉਹਨਾਂ ਦੀ ਇੰਡੀਆ BSc ਕੀਤੀ ਦਾ ਕੋਈ ਫਾਇਦਾ ਨਹੀਂ ਹੋਇਆ, ਬਿਲਕੁਲ, ਹੈ ਨਾ। ਤੇ ਉਸ ਕਰਕੇ ਥੋੜਾ ਜਿਹਾ ਹੋਰ ਰਿਸਰਚ ਕਰੋ। ਇੱਥੇ ਸਾਡੇ ਪੰਜਾਬੀ RCAC ਹੈਗੇ ਨੇ ਜਿਹੜੇ ਪੰਜਾਬੀ ਬੋਲਦੇ ਨੇ, ਹਿੰਦੀ ਉਰਦੂ ਸਭ ਬੋਲਦੇ ਨੇ। ਈਵਨ ਜੇ ਤੁਸੀਂ ਇੰਗਲਿਸ਼ ਵੀ ਬੋਲਣੀ ਹੈ, ਯੂ ਆਰ ਕਮਿੰਗ ਟੂ ਅ ਇੰਗਲਿਸ਼ ਸਪੀਕਿੰਗ ਕੰਟਰੀ, ਹੈ ਨਾ। ਇੰਗਲਿਸ਼ ਜਾਂ ਫ੍ਰੈਂਚ ਤਾਂ ਚਲੋ ਠੀਕ ਹੈ, ਤੁਹਾਨੂੰ ਨਹੀਂ ਆਉਂਦੀ ਦੈਟਸ ਓਕੇ। ਤੁਸੀਂ ਆਇਲਸ ਕੀਤਾ ਤੇ ਤੁਹਾਨੂੰ ਕਾਲ ਕਰਨੀ ਚਾਹੀਦੀ ਹੈ, ਠੀਕ ਹੈ। ਅੱਜ ਕੱਲ ਡਿਜੀਟਲ ਜ਼ਮਾਨਾ, ਤੁਸੀਂ ਈਮੇਲ ਕਰੋ, WhatsApp ਕਰੋ, ਕਿੰਨਾ ਕੁਝ ਉਹ ਹੈਗੀਆਂ, ਤੇ ਜ਼ਰੂਰ ਕਰੋ। ਇੰਡੀਆ ਤੋਂ ਵੀ ਕਰਾਓ, ਚਲੋ ਆਈ ਕਾਂਟ ਸੇ ਫਿਰ ਇੰਡੀਆ ਬੈਠੇ ਕਹੋਗੇ ਜੀ ਕਿ ਸਾਡੇ ਇੰਡੀਅਨਸ ਬੋਲਦੇ ਨੇ, ਬਟ ਇਹ ਹੈ ਕਿ ਅਸੀਂ ਆਨਸਰੇਬਲ ਹਾਂ, ਠੀਕ ਹੈ। ਐਕਚੁਅਲ ਚ ਇੱਥੋਂ ਦੀ ਗਰਾਊਂਡ ਰਿਐਲਿਟੀ ਦਾ ਪਤਾ ਆ। ਹਾਂਜੀ, ਉਹ ਸਾਰਿਆਂ ਨੂੰ ਪਤਾ। ਦੇਖੋ ਮੈਂ ਵੀ ਇੰਡੀਆ ਤੋਂ ਹਾਂ, ਮੈਂ ਪੰਜਾਬ ਤੋਂ, ਮੈਨੂੰ ਵੀ ਪਤਾ ਕਿ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ। ਹੁਣ ਮੈਂ ਇੱਥੇ ਕੈਨੇਡੀਅਨ ਗਵਰਨਮੈਂਟ ਤੋਂ ਵੀ ਡਰ ਹੈ ਮੈਨੂੰ, ਠੀਕ ਹੈ। ਮੇਰਾ ਲਾਇਸੈਂਸ ਵੀ ਜਾ ਸਕਦਾ, ਠੀਕ ਹੈ, ਮੇਰਾ ਸਿਟੀਜ਼ਨਸ਼ਿਪ ਵੀ ਜਾ ਸਕਦੀ ਹੈ, ਮੈਂ ਕੁਝ ਗਲਤ ਕਰੂੰਗਾ। ਬਟ ਇੰਡੀਆ ਚ ਕੋਈ ਡਰ ਨਹੀਂ ਹੈ, ਫਿਰ ਤਾਂ ਲੱਭਦੇ ਹੀ ਜਾਈਦਾ, ਸਭ ਨੂੰ ਪਤਾ ਹੈ ਨਾ। ਸਰ ਇੱਕ ਆਖਰੀ ਸਵਾਲ ਮੇਰਾ ਜ਼ਰੂਰ ਹੈਗਾ ਆ, ਥੋੜਾ ਜਿਹਾ ਇਸ ਵਕਤ ਪੇਰੈਂਟਸ ਦੀਆਂ ਐਪਲੀਕੇਸ਼ਨਸ ਵੀ ਪੂਰੀਆਂ ਹੋ ਚੁੱਕੀਆਂ ਨੇ। ਸੋ ਹੁਣ ਇਸ ਵਕਤ ਬਹੁਤ ਸਾਰਿਆਂ ਦੀਆਂ ਇਹੀ ਕੁਐਰੀਜ਼ ਆ ਰਹੀਆਂ ਨੇ ਕਿ ਇਸ ਵਕਤ ਲੋਟਰੀ ਦੇ ਵਿੱਚ ਤਾਂ ਨਾਮ ਨਹੀਂ ਆਇਆ ਹੈਗਾ, ਸੋ ਕਿ HNC ਇੱਕ ਵਧੀਆ ਆਪਸ਼ਨ ਹੋ ਸਕਦਾ ਹੈ। ਇਹਦੇ ਬਾਰੇ ਬਹੁਤ ਆਉਂਦੇ ਪਿਆ ਸਵਾਲ। ਹਾਂਜੀ, HNC ਮੈਂ ਕਹੂੰਗਾ ਜੀ ਕਿ ਇੱਥੇ ਫਿਰ ਉਹ ਗੱਲ ਆਉਂਦੀ ਕਿ HNC ਨਾ ਹੁਣ ਕਈ ਲੋਕਾਂ ਨੇ ਇੱਕ ਅੱਛਾ ਸੈਲਿੰਗ ਉਹ ਪ੍ਰੋਡਕਟ ਬਣਾ ਲਿਆ ਕਿ ਅੱਛੇ ਤੋਂ ਲੋਟਰੀ ਚ ਨਹੀਂ ਆਇਆ, ਕੋਈ ਨਾ HNC ਲਾ ਦਿੰਦੇ, ਠੀਕ ਹੈ। ਇਟਸ ਵੈਰੀ ਸਿੰਪਲ। ਆਪਾਂ ਕਹਿੰਦੇ HNC ਬੜੀ ਸਿੰਪਲ ਐਪਲੀਕੇਸ਼ਨ ਹੈ, ਬੜੀ ਕੰਪਲਿਕੇਟਡ ਹੈ ਐਟ ਦ ਸੇਮ ਟਾਈਮ, ਠੀਕ ਹੈ। ਹਰ ਕੋਈ HNC ਵਾਸਤੇ ਕੁਆਲੀਫਾਈ ਨਹੀਂ ਕਰੂਗਾ, ਠੀਕ ਹੈ। HNC ਬੇਸਿਕਲੀ ਇਹ ਹੁੰਦੀ ਹੈ, ਮੈਂ ਸ਼ਾਰਟ ਵਰਡਸ ਦੱਸਾਂ ਕਿ ਕੁਝ ਇਹੋ ਜਿਹੇ ਕੰਪੈਲਿੰਗ ਰੀਜ਼ਨ ਹੈ ਕਿ ਜਿਹਦੇ ਵਾਸਤੇ ਕੈਨੇਡੀਅਨ ਗਵਰਨਮੈਂਟ ਤੁਹਾਨੂੰ ਅਲਾਉ ਕਰੇ ਕਿ ਠੀਕ ਹੈ ਤੁਸੀਂ ਐਜ਼ ਅ PR ਰਹਿ ਸਕੋ। ਹੁਣ ਉਹ ਰੀਜ਼ਨ ਕੀ ਹੈ, ਸਾਰਿਆਂ ਵਾਸਤੇ ਸੇਮ ਨਹੀਂ ਹੋ ਸਕਦੀ। ਮੇਰੀ ਫੈਮਿਲੀ ਕੰਡੀਸ਼ਨ ਡਿਫਰੈਂਟ ਹੈ, ਮੇਰੀ ਫੈਮਿਲੀ ਸਿਚੁਏਸ਼ਨ ਡਿਫਰੈਂਟ ਹੈ, ਤੁਹਾਡੀ ਡਿਫਰੈਂਟ ਹੈ। ਫਰਦਰ ਮੋਰ ਉਸ ਚੀਜ਼ ਨੂੰ ਆਪਾਂ ਪ੍ਰੈਜ਼ੈਂਟ ਕਿੱਦਾਂ ਕਰਨਾ, ਠੀਕ ਹੈ। ਆਫੀਸਰ ਨੂੰ ਆਪਾਂ ਕਿਸ ਚੀਜ਼ ਬਾਰੇ ਦੱਸਣਾ ਤੇ ਕਿੱਦਾਂ ਦੱਸਣਾ, ਉਹ ਇੱਕ ਪ੍ਰੋਫੈਸ਼ਨਲ ਹੀ ਕਰ ਸਕਦਾ। ਤੇ ਪ੍ਰੋਫੈਸ਼ਨਲ ਵੀ ਉਹ ਜਿਹਨੇ ਪਹਿਲਾਂ ਕੇਸ ਕੀਤੇ ਹੋਣ, ਠੀਕ ਹੈ। ਇਹ ਨਹੀਂ ਕਿ ਮੈਂ ਕਹਾਂ ਠੀਕ ਹੈ ਯਾਰ ਅੱਛਾ HNC ਬਹੁਤ ਹੋ ਰਹੀ ਹੈ, ਨਹੀਂ ਲੱਗਿਆ ਕੋਈ ਨਹੀਂ ਤੁਸੀਂ ਆ ਜਾਓ। ਤੇ ਕਲਾਇੰਟ ਕੀ ਹੈ ਕਿ ਉਹ ਇੱਕ ਭਾਵਨਾ ਚ ਬਹਿ ਕੇ ਉਹ ਕਹਿੰਦਾ ਕਿ ਠੀਕ ਹੈ ਮੈਂ ਆਪਣੇ ਪੇਰੈਂਟਸ ਨੂੰ ਵਾਪਸ ਨਹੀਂ ਭੇਜਣਾ, ਮੈਂ ਇੱਥੇ ਹੀ ਰੱਖਣਾ, ਠੀਕ ਹੈ ਜੀ ਤੁਸੀਂ ਕਰ ਦਿਓ, ਹਾਂ, ਠੀਕ ਹੈ। ਕਈ ਸਾਡੇ ਕੋਲ ਕਲਾਇੰਟ ਮਤਲਬ ਆਉਂਦੇ ਆ, ਬਟ ਅਸੀਂ ਪੂਰੀ ਡਿਟੇਲ ਲੈ ਕੇ, ਠੀਕ ਹੈ, ਫਿਰ ਉਹਨਾਂ ਨੂੰ ਦੱਸੀਦਾ ਕਿ ਦੇਖੋ ਇਹ ਤੁਹਾਡੇ ਵਾਸਤੇ ਬੈਟਰ ਨਹੀਂ ਹੈ, ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਰੱਖਣਾ, ਠੀਕ ਹੈ, ਤੁਸੀਂ ਸੁਪਰਵਾਈਜ਼ਰ ਤੇ ਰੱਖੋ, ਐਕਸਟੈਂਡ ਕਰੀ ਜਾਓ ਜੀ, ਠੀਕ ਹੈ। ਉਹ ਜ਼ਰੂਰੀ ਨਹੀਂ ਹੈ ਕਿ ਤੁਸੀਂ PR ਤੇ ਹੀ ਰੱਖਣਾ, ਠੀਕ ਹੈ। ਮਤਲਬ ਜੇ ਕੇਸ ਸਟਰੋਂਗ ਹੈ ਫਿਰ ਤੁਸੀਂ ਕਰੋ, ਠੀਕ ਹੈ। ਜੇ ਤੁਸੀਂ ਡਾਕੂਮੈਂਟ ਪ੍ਰੋਡਿਊਸ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਕੇਸ 'ਚ ਥੋੜਾ ਵਜਨ ਵਧੂਗਾ। ਹਰ ਕੋਈ ਨਹੀਂ ਹੈ ਕਿ ਹਰ ਕਿਸੇ ਲਈ ਇਹ ਐਪਲੀਕੇਬਲ ਨਹੀਂ ਹੁੰਦਾ ਹੈ, ਨਹੀਂ, ਹਰ ਕਿਸੇ ਵਾਸਤੇ ਮੈਂ ਨਹੀਂ ਸੁਜੈਸਟ ਕਰੂੰਗਾ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਉਹੀ ਕੇਸ ਕਰਦੇ ਹਾਂ ਜਿਹੜਾ ਸਾਨੂੰ ਲੱਗੂਗਾ। ਅਸੀਂ ਕਲਾਇੰਟ ਨਾਲ ਡਿਸਕਸ ਕਰਦੇ ਹਾਂ 1-to-1 ਨੂੰ ਦੱਸਦੇ ਕਿ ਦੇਖੋ ਇਸ ਪ੍ਰੋਗਰਾਮ ਦੀ ਆਹ ਰਿਕੁਆਇਰਮੈਂਟਸ ਹੈ, ਤੁਹਾਨੂੰ ਲੱਗਦਾ, ਠੀਕ ਹੈ। ਹੁਣ ਜੇ 10 ਚੋਂ ਤੁਸੀਂ 2 ਰਿਕੁਆਇਰਮੈਂਟ ਹੀ ਨਹੀਂ ਕਰ ਸਕਦੇ, ਤੁਸੀਂ ਕਹਿੰਦੇ ਹੋ ਕਿ ਲਾਸਟ ਮੰਥ ਮੇਰੇ ਪੇਰੈਂਟਸ ਇੱਥੇ ਆਏ ਆ, ਮੇਰੀ 2 ਸਿਸਟਰਸ ਇੰਡੀਆ 'ਚ ਨੇ, ਮੇਰਾ ਬ੍ਰਦਰ ਆਸਟ੍ਰੇਲੀਆ 'ਚ ਹੈ, ਬਟ ਮੈਂ ਉਹਨਾਂ ਨੂੰ ਇੱਥੇ ਹੀ HNC ਕਰਵਾਉਣੀ ਆ, ਠੀਕ ਹੈ। ਹੁਣ ਆਪਾਂ ਨੂੰ ਪ੍ਰੂਵ ਕਰਨਾ ਪਊਗਾ ਨਾ ਕਿਉਂ ਕਰਵਾਉਣੀ ਆ, ਬਿਲਕੁਲ, ਕਿ what are those compelling reasons and how we are presenting those reasons, ਇਹ ਡਿਪੈਂਡ ਕਰਦਾ ਜੀ। ਬਿਲਕੁਲ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਤੇ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ?
ਬਸ ਉਹਨਾਂ ਨੂੰ ਮੈਂ ਇਹੀ ਕਹਿਣਾ ਜੀ ਕਿ ਦੇਖੋ ਇਮੀਗ੍ਰੇਸ਼ਨ ਹੈ, ਜਿਵੇਂ ਆਪਣਾ ਹੁਣ ਐਚਐਨਸੀ ਦੀ ਆਪਾਂ ਐਂਡ ਤੇ ਗੱਲ ਕਰ ਰਹੇ ਹਾਂ ਕਿ ਆਪਾਂ ਚਾਹੁੰਦੇ ਕਿ ਆਪਣੇ ਚਾਹਣ ਵਾਲੇ ਇੱਥੇ ਆਉਣ, ਜਾਂ ਆਪਣੇ ਯਾਰ ਦੋਸਤ ਹੈ ਜਾਂ ਆਪਣੇ ਫੈਮਿਲੀ ਫਰੈਂਡਸ ਆ ਉਹ ਆਉਣ, ਬਟ ਜਦੋਂ ਤੁਸੀਂ ਕੋਈ ਡਿਸੀਜਨ ਲੈਣਾ ਉਹ ਤੇ 1 ਵਾਰ 2 ਵਾਰ 3 ਵਾਰ ਸੋਚੋ, ਠੀਕ ਹੈ, ਕਿ ਮੈਂ ਇਸ ਫੈਸਟੀਵਲ ਜਾਵਾਂ ਕਿ ਇਸ ਫੈਸਟੀਵਲ ਜਾਵਾਂ। ਕੈਨੇਡਾ ਆਉਣ ਦੇ ਮੈਨੂੰ ਲੱਗਦਾ ਕਿ 80-85 ਤਰੀਕੇ ਹੈਗੇ ਆ, ਠੀਕ ਹੈ, ਕਿੱਦਾਂ ਆ ਸਕਦੇ ਹੋ ਸਕਦਾ ਮੈਂ 10 ਵਾਸਤੇ ਕੁਆਲੀਫਾਈ ਕਰਦਾ ਹਾਂ, ਤੁਸੀਂ 20 ਵਾਸਤੇ ਕਰਦੇ ਹੋ। ਹੁਣ 80 ਵਿੱਚੋਂ ਤੁਸੀਂ 20 ਚ ਅਪਲਾਈ ਕਰੋ ਤਾਂ ਜ਼ਿਆਦਾ ਬੈਟਰ ਹੈ, ਜ਼ਰੂਰੀ ਨਹੀਂ ਹੈ ਕਿ ਤੁਸੀਂ ਦੂਜੇ 60 ਚ ਹੀ ਕਰਨਾ। ਬਿਲਕੁਲ ਸਹੀ ਗੱਲ। ਹੁਣ ਉਹ ਤੁਹਾਨੂੰ ਨਹੀਂ ਪਤਾ, ਤੁਸੀਂ ਮੇਰੇ ਕੋਲ ਆਏ ਹੋ ਤੇ ਮੈਂ ਵੀ ਤਾਂ ਹੀ ਕਰ ਸਕੂੰਗਾ ਜੇ ਮੈਨੂੰ ਪਤਾ ਹੋਊਗਾ, ਠੀਕ ਹੈ। ਸੋ ਮੇਕ ਸ਼ੋਰ ਕਿ ਜਿਹਦੇ ਕੋਲ ਵੀ ਤੁਸੀਂ ਆਪਣੀ ਫਾਈਲ ਦੇ ਰਹੇ ਹੋ, ਠੀਕ ਹੈ, ਉਹਨੂੰ ਪਤਾ ਹੈ, ਤੁਹਾਨੂੰ ਉਹਦਾ ਪਤਾ ਤੇ ਉਹ ਆਨਸਰੇਬਲ ਹੈ ਤੇ ਇੱਕ ਰੈਗੂਲੇਟਡ ਲਾਇਰ ਹੈ ਜਾਂ ਕੰਸਲਟੈਂਟ ਹੈ, ਠੀਕ ਹੈ। ਤੇ ਬਾਕੀ ਹੋਰ ਜਾਣਕਾਰੀ ਵਾਸਤੇ ਤੁਸੀਂ ਮੇਰੇ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ। ਮੇਰਾ WhatsApp ਨੰਬਰ ਵੀ, ਅੱਛਾ WhatsApp ਨੰਬਰ ਵੀ ਹੁਣ ਇੰਡੀਆ ਤੇ ਇਹ ਵੀ ਕਈ ਵਾਰ ਪ੍ਰੋਬਲਮ ਹੁੰਦੀ ਹੈ, ਉਹ ਕਹਿੰਦੇ ਸਰ WhatsApp ਤੇ ਨਹੀਂ ਕਾਲ ਹੁੰਦੀ, ਕਿ ਕੱਲ ਮੇਰੀ ਡਾਇਰੈਕਟ ਕਾਲ ਲੱਗ ਗਈ ਸੀ ਜੀ ਤੁਹਾਡੇ ਨਾਲ, ਓਕੇ, ਠੀਕ ਹੈ। ਹੁਣ WhatsApp ਤੇ ਇੰਡੀਆ ਤੋਂ ਕਾਲ ਕਰਨੀ ਹੈ +1 ਪਹਿਲਾਂ ਮਿਲਾ ਕੇ 416 508 1313 ਆਫਿਸ ਦਾ ਨੰਬਰ ਹੈ ਜੀ, ਤੇ WhatsApp ਨਹੀਂ ਹੈਗਾ, ਉਹ ਸਿਰਫ ਲੈਂਡਲਾਈਨ ਹੈ +1 905 208 1313। ਬਿਲਕੁਲ ਇਹ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ। ਜੇ ਕਾਲ ਨਹੀਂ ਚੱਕੀ ਜਾਂਦੀ ਤਾਂ ਮੇਰੇ WhatsApp ਤੇ ਤੁਸੀਂ ਮੈਸੇਜ ਛੱਡ ਦਿਓ, ਸਾਡੇ ਆਫਿਸ ਤੋਂ ਕੋਈ ਕਾਲ ਬੈਕ ਕਰ ਲਊਗਾ ਤੁਹਾਨੂੰ। ਬਿਲਕੁਲ ਜੀ, ਇੰਡੀਆ 'ਚ ਵੀ ਅਸੀਂ ਕਾਲ ਕਰ ਲੈਂਦੇ ਹਾਂ। ਤੇ ਇੱਥੇ ਆਫਿਸ ਕਿੱਥੇ ਨੇ ਤੁਹਾਡੇ ਸਰ? ਮੇਰਾ ਇੱਕ ਆਫਿਸ ਹੈ ਜੀ ਇੱਥੇ ਸਟੀਲਸ ਐਂਡ ਹਰ ਓਨਟਾਰੀਓ ਬਰੈਂਪਟਨ ਵਿੱਚ 2 ਕਾਉਂਟੀ ਕੋਰਟ, ਆਫਿਸ ਨੰਬਰ ਹੈਗਾ 416। ਤੁਸੀਂ ਐਨੀ ਟਾਈਮ ਫੋਨ ਕਰਕੇ ਆਇਓ, ਕਿਉਂਕਿ ਅੱਜ ਕੱਲ੍ਹ ਕੋਵਿਡ ਕਰਕੇ ਵੀ ਤੇ ਵੈਸੇ ਵੀ ਕਈ ਵਾਰ ਹੁੰਦਾ ਕਲਾਇੰਟ ਆ ਜਾਂਦਾ, ਫਿਰ ਆਈ ਡੋਂਟ ਵਾਂਟ ਕਿ 2-2 ਘੰਟੇ ਵੇਟ ਕਰਦੇ ਆ, ਕਿਉਂਕਿ ਅਪਾਇੰਟਮੈਂਟਸ ਹੁੰਦੀਆਂ ਨੇ, ਬੁੱਕ ਹੁੰਦੀਆਂ, ਫਿਰ ਪਹਿਲਾਂ ਕਲਾਇੰਟ ਬੈਠਾ ਹੁੰਦਾ, ਤੇ ਆਲਵੇਜ਼ ਬੈਟਰ ਕਿ ਤੁਸੀਂ ਈਮੇਲ ਜਾਂ ਫੋਨ ਤੇ ਅਪਾਇੰਟਮੈਂਟ ਲੈ ਲਓ। ਬਿਲਕੁਲ ਜੀ, ਤੇ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਹੋ ਤੇ ਹਮੇਸ਼ਾ ਜਾਣਕਾਰੀ। ਥੈਂਕ ਯੂ ਕਰਨ ਜੀ, ਥੈਂਕ ਯੂ ਵੈਰੀ ਮਚ, ਤੇ ਪਲੇਜ਼ਰ ਬੀਇੰਗ ਹੇਅਰ, ਤੇ ਥੈਂਕ ਯੂ ਸਾਰਿਆਂ ਦਾ ਟੀਮ ਪ੍ਰੋਗਰਾਮ ਤੇ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਹੋਰ ਸਵਾਲ ਹੈ ਤੁਹਾਡਾ, ਜਾਂ ਆਪਣੀ ਜਾਣਕਾਰੀ ਲੈਣਾ ਚਾਹੁੰਦੇ ਹੋ, ਆਪਣੇ ਪ੍ਰੋਸੈਸ ਬਾਰੇ ਜਾਣਨਾ ਚਾਹੁੰਦੇ ਹੋ, ਆਪਣੇ ਸਕੋਪ ਬਾਰੇ ਜਾਣਨਾ ਚਾਹੁੰਦੇ ਹੋ, ਤੁਸੀਂ ਮਿਸਟਰ ਸ਼ਰਮਾ ਨੂੰ ਕਾਲ ਕਰ ਸਕਦੇ ਹੋ। ਸੁਨੀਲ ਸ਼ਰਮਾ ਜੀ ਦੇ ਅਸੀਂ ਨੰਬਰ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।